ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਗ ਧਾਰ। ਦੋਹਰਾ ਸ੍ਰੀ ਗੁਰ ਚਰਨ ਸਰਨ ਪਰ ਜਨਮ ਮਰਨ ਹਰ ਪੀਰ। ਜਿਉ ਪਾਰਸ ਰੰਕਹਿ ਮਿਲੈ ਦਾਰਦ ਰਹਿ ਨਾ ਤੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਚੈਪਟਰ 66। ਸ੍ਰੀ ਗੁਰ ਚਰਨ ਸਰਨ ਪਰ ਜਨਮ ਮਰਨ ਹਰ ਪੀਰ। ਕਵੀ ਸੰਤੋਖ ਸਿੰਘ ਜੀ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਜੋ ਮੰਗਲ ਲਿਖਦੇ ਹਨ, ਸ੍ਰੀ ਗੁਰੂ ਚਰਨ ਸਰਣ ਪਰ, ਕਹਿਣ ਲੱਗੇ ਗੁਰੂ ਮਹਾਰਾਜ ਦੇ ਜਿਹੜੇ ਚਰਨ ਹਨ, ਉਹਨਾਂ ਦੀ ਸਰਣ, ਉਹਨਾਂ ਦੀ ਸੈਂਚਰੀ ਜਿਹੜੀ ਹੈ, ਉਹਨਾਂ ਦੇ ਉੱਤੇ ਜਨਮ ਮਰਨ ਹਰ ਪੀਰ। ਜਨਮ ਤੇ ਮਰਨ ਦੀ ਜੋ ਪੀੜ ਹੈ ਉਹ ਮੁੱਕ ਜਾਂਦੀ ਹੈ, ਉਹ ਖਤਮ ਹੋ ਜਾਂਦੀ ਹੈ। ਉਹ ਪੀੜ ਜਿਹੜੀ ਹੈ ਨਹੀਂ ਰਹਿੰਦੀ। ਜਨਮ ਤੇ ਮਰਨ ਮੁੱਕ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਪ੍ਰਾਪਤ ਹੈ। ਜਿਉ ਪਾਰਸ ਰੰਕਹਿ ਮਿਲੈ ਦਾਰਦ ਰਹਿ ਨਾ ਤੀਰ। ਜਿਸ ਤਰ੍ਹਾਂ ਜਿਸ ਨੂੰ ਪਾਰਸ ਦੀ ਵੱਟੀ ਮਿਲ ਜਾਂਦੀ ਹੈ, ਜਿਹੜਾ ਪਾਰਸ 8 ਧਾਤਾਂ ਨੂੰ ਲੱਗਣ ਕਰਕੇ ਉਹਨਾਂ ਨੂੰ ਕਨਵਰਟ ਕਰਕੇ ਸੋਨਾ ਬਣਾ ਦਿੰਦਾ ਹੈ, ਜਿਹਦੇ ਹੱਥ ਵਿੱਚ ਐਸੀ ਪਾਰਸ ਦੀ ਵੱਟੀ ਆ ਜਾਂਦੀ ਹੈ, ਉਸ ਦੀ ਦਾਰਿਦਰੀ, ਉਸ ਦੀ ਗਰੀਬੀ, ਕੰਗਾਲਤਾ ਸਾਰੀ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਸ਼ਰਨਾਂ ਦੀ, ਉਸ ਦੀ ਬਰਕਤ ਦੇ ਨਾਲ ਜਨਮ ਮਰਨ ਖਤਮ ਹੋ ਜਾਂਦੇ ਹਨ। ਚੌਪਈ ਅਗਰਜ ਸ੍ਰੀ ਗੁਰ ਕੀ ਨਪਿਆਨੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਸੁਮੇਰ ਪਰਬਤ ਤੋਂ ਹੁਣ ਅੱਗੇ ਚੱਲੇ ਹਨ। ਅਲਲਾ ਚੀਨ ਬਿਹੰਗ ਜਹ ਥਾਨੰ। ਅਲਲਾ ਚੀਨ ਬਿਹੰਗ ਮਤਲਬ ਕਿ ਅਨਲ ਜਿਹੜੀ ਹੈ ਚਿੜੀ ਹੈ, ਜਿਹੜਾ ਅਨਲ ਪੰਖੀ ਵੀ ਕਿਹਾ ਜਾਂਦਾ, ਜਾਂ ਜਿਹੜਾ ਅਨਲ ਪੰਛੀ ਜਿਹੜਾ ਹੈ, ਉਹ ਅਨਲ ਪੰਛੀ ਦਾ ਉਹ ਦੇਸ਼ ਆ ਗਿਆ ਹੈ ਜਿੱਥੇ ਉਹ ਰਹਿੰਦਾ ਹੈ। ਹੁਣ ਅਨਲ ਪੰਛੀ ਜਿਹੜਾ ਹੈ, ਇਹ ਜਿਹੜਾ ਹੈ, ਇਸ ਦੇ ਜਿਹੜਾ ਹੈ ਗੁਰੂ ਮਹਾਰਾਜ ਨੇ ਇਹਦੇ ਬੜੇ ਐਗਜ਼ਾਮਪਲ ਦਿੱਤੇ ਹਨ। ਸੋ ਅਨਲ ਪੰਛੀ ਉਹ ਪੰਛੀ ਮੰਨਿਆ ਜਾਂਦਾ ਹੈ ਜਿਹੜਾ ਕਿ ਹਮੇਸ਼ਾ ਹੀ ਆਕਾਸ਼ ਉੱਤੇ ਹੀ ਰਹਿੰਦਾ ਹੈ। ਉਹ ਕਿਤੇ ਵੀ ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ। ਫਰੋਮ ਦ ਟਾਈਮ ਉਹ ਬੌਰਨ ਹੁੰਦਾ ਹੈ until he dies, it stays in the ਜਿਹੜਾ ਹੈ in the space in the air। ਸੋ ਇੱਥੋਂ ਤੱਕ ਕਿ ਜਦੋਂ ਉਹ ਪੰਛੀ ਅਨਲ ਪੰਛੀ ਆਪਣੇ ਅੰਡੇ ਦਿੰਦਾ ਹੈ ਨਾ, ਉਹ ਐਗਸ ਜਿਹੜੇ ਹਨ ਡਿੱਗਦੇ ਹਨ ਧਰਤੀ ਤੇ ਧਰਤੀ ਤੇ ਡਿੱਗਣ ਤੋਂ ਪਹਿਲਾਂ ਉਹ ਜਿਹੜੇ ਹਨ ਟੁੱਟ ਜਾਂਦੇ ਨੇ, ਉਹਦੇ ਵਿੱਚੋਂ ਪੰਛੀ ਨਿਕਲ ਕੇ ਉੱਡ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਅਨਲ ਪੰਛੀ ਹੈ ਜਿਹੜਾ ਹਮੇਸ਼ਾ ਹੀ ਆਕਾਸ਼ ਤੇ ਰਹਿੰਦਾ ਹੈ। ਸੋ ਇਹ ਅਨਲ ਪੰਛੀ ਬਾਰੇ ਅੱਜ ਤੱਕ ਸਾਇੰਟਿਸਟ ਨੂੰ ਇਹ ਜਿਹੜਾ ਹੈ ਐਸੀ ਚਿੜੀ ਅੱਜ ਤੱਕ ਉਹਨਾਂ ਨੂੰ ਨਹੀਂ ਮਿਲੀ, ਕਿਉਂਕਿ ਆਕਾਸ਼ ਤੇ ਹੀ ਰਹਿੰਦੀ ਹੈ, ਇਹ ਧਰਤੀ ਤੇ ਤਾਂ ਕਿਤੇ ਆਈ ਨਹੀਂ। ਦ ਕਲੋਸੈਸਟ ਜਿਹੜਾ ਸਾਇੰਟਿਸਟ ਨੂੰ ਮਿਲਿਆ ਹੈ ਉਹਨੂੰ ਕਾਮਨ ਸਵਿਫਟ ਕਹਿੰਦੇ ਹਨ। ਉਹ ਜਿਹੜੀ ਕਾਮਨ ਸਵਿਫਟ ਹੁੰਦੀ ਹੈ, ਉਹਦੀ ਕੈਪੇਬਿਲਿਟੀ ਜਿਹੜੀ ਸਾਇੰਟਿਸਟ ਨੇ ਅੱਜ ਤੱਕ ਜਿਹੜੇ ਹਨ ਰਿਸਰਚਰਸ ਨੇ ਡਿਸਕਵਰੀ ਕੀਤੀ ਹੈ, ਉਹ ਕਹਿੰਦੇ 10 ਮੰਥਸ ਵਾਸਤੇ ਇਹ ਆਕਾਸ਼ ਤੇ ਰਹਿ ਸਕਦੀ ਹੈ। 10 ਮੰਥਸ ਵਿਦਆਊਟ ਟੱਚਿੰਗ ਦ ਅਰਥ ਉਹ ਰਹਿ ਸਕਦੀ ਹੈ। ਤੇ ਉਹ ਜਿਹੜੀ ਹੈ ਇਹ ਜਿਹੜੀ ਕਾਮਨ ਸਪਿਰਿਟ ਹੈ, ਇਹ ਜਦੋਂ ਉੜਦੀ ਹੈ, ਹਿਸਾਬ ਲਾ ਲਓ ਵੀ ਓਸ਼ਨ ਜਿਹੜਾ ਇੰਡੀਅਨ ਓਸ਼ਨ ਹੈ ਜਿਹੜਾ ਹੈ, ਇਟ ਕੈਨ ਗੋ ਅਕ੍ਰੋਸ ਇਨ 2 ਮੰਥਸ। 2 ਮਹੀਨਿਆਂ ਵਿੱਚ ਉਹ ਇੰਡੀਅਨ ਓਸ਼ਨ ਨੂੰ ਕ੍ਰਾਸ ਕਰ ਜਾਂਦੀ ਹੈ। ਇੰਨੀ ਦੂਰ ਦਿਨ ਰਾਤ ਉਹ ਉੜਦੀ ਹੋ ਰਹਿੰਦੀ ਹੈ। ਇੱਕ ਹੋਰ ਹੈ ਜਿਹੜੀ ਕਿ ਇਹ ਸਾਇੰਟਿਸਟ ਨੇ ਅੱਜ ਤੱਕ ਡਿਸਕਵਰ ਕੀਤੀ ਹੈ, ਗ੍ਰੇਟ ਫ੍ਰੀਗੇਟ ਬਰਡ। ਇਹ ਜਿਹੜੀ ਹੈ ਇਹ ਐਸੀ ਹੈ, ਕਹਿੰਦੇ ਇਹ 2 ਮਹੀਨਿਆਂ ਵਾਸਤੇ ਕੰਟੀਨਿਊਸਲੀ ਉੜਦੀ ਹੈ ਤੇ ਇਹ ਸੌਂਦੀ ਹੈ ਸਿਰਫ 10 ਸੈਕਿੰਡ ਵਾਈਲ ਫਲਾਈਂਗ। ਇਹਦੀਆਂ ਅੱਖਾਂ ਬੰਦ ਹੁੰਦੀਆਂ ਨੇ 10 ਸੈਕਿੰਡ ਵਾਸਤੇ, ਫਿਰ ਅੱਖਾਂ ਖੁੱਲ ਜਾਂਦੀਆਂ, ਪਰ ਵਾਈਲ ਜਿਹੜਾ ਹੈ ਫਲਾਈਂਗ ਇਟ ਸਲੀਪਸ, ਇਟ ਵੇਕਸ ਅਪ ਐਂਡ ਇਟ ਫਲਾਈਜ਼ ਅਗੇਨ। ਸੋ ਇਸ ਤਰ੍ਹਾਂ ਇਹਦਾ ਜਿਹੜਾ ਹੈ ਇਹ ਚੱਲਦਾ ਹੈ। ਦੇਖੋ ਜਿਹੜੀ ਇਹ ਪਰਮਾਤਮਾ ਦੀ ਕੁਦਰਤ ਹੈ, ਪਰਮਾਤਮਾ ਨੇ ਐਸੀ ਕੁਦਰਤ ਬਣਾਈ ਹੈ ਜਿਹਦੇ ਉੱਤੇ ਕਹਿਣ ਲੱਗੇ ਵੀ ਕੋਈ ਵੀ ਜਿਹੜਾ ਹੈ ਕੁਝ ਕਹਿ ਨਹੀਂ ਸਕਦਾ। ਦੇਖੋ ਪਰਮਾਤਮਾ ਦੀਆਂ ਕਿੰਨੀਆਂ ਰਚਨਾਵਾਂ ਨੇ ਹੁਣ ਤੱਕ ਜਿਹੜੀਆਂ ਕਿ ਆਪਣੇ ਜਿਹੜਾ ਨਜ਼ਰ ਗੋਚਰੇ ਵਿੱਚ ਨਹੀਂ ਪਈਆਂ, ਆਪਣੀ ਸਮਝ ਵਿੱਚ ਹਜੇ ਤੱਕ ਨਹੀਂ ਪਈਆਂ। ਇਹ ਪਰਮਾਤਮਾ ਦੀ ਕੁਦਰਤ ਹੈ, ਕਿਉਂਕਿ ਪਰਮਾਤਮਾ ਦੀ ਕੁਦਰਤ ਆਪਣੀ ਸਮਝ ਤੋਂ ਹਮੇਸ਼ਾ ਹੀ ਪਰੇ ਰਹੇਗੀ। ਉਹ ਤਾਂ ਵੱਡੀ ਤੋਂ ਵੱਡੀ ਹੈ। ਤੇ ਕਈ ਚੀਜ਼ਾਂ ਐਸੀਆਂ ਨੇ ਜੋ ਕਿ ਮਿਊਟੇਟ ਹੋ ਕੇ ਵੀ ਕਈ ਤਰ੍ਹਾਂ ਬਦਲ ਵੀ ਚੁੱਕੀਆਂ ਹੋਣੀਆਂ ਜਿਨ੍ਹਾਂ ਦਾ ਅੱਜ ਤੱਕ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ। ਵੀ ਨੈਵਰ ਫਾਈਂਡ ਆਊਟ। ਸੋ ਐਸੇ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਹਨ ਜਿੱਥੇ ਅਨਲ ਪੰਛੀ ਹੈ। ਗਜਨ ਗਹਿ ਤੇ ਜੋ ਨਿਜ ਪਗ ਚੂੰਚੇ। ਦੇਖੋ ਉੱਥੇ ਜਿਹੜਾ ਹਨ, ਕਹਿੰਦੇ ਉੱਥੇ ਵੱਡੇ ਵੱਡੇ ਐਸੇ ਤਕੜੇ ਵੀ ਪੰਛੀ ਹਨ ਜਿਹੜੇ ਕਿ ਹਿਰਨ ਜਾਂ ਜਿਹੜਾ 12 ਸਿੰਘਾ ਹੋਇਆ ਤੇ ਗਹਿਤ, ਕਹਿੰਦੇ ਉਹਨੂੰ ਫੜ ਕਰਕੇ
ਕਹਿੰਦੇ ਆਪਣੇ ਪੈਰਾਂ ਦੇ ਨਾਲ ਫੜ ਕੇ ਨਾ ਕਹਿੰਦੇ ਉੱਡ ਸਕਦੇ ਨੇ, ਭਾਰੇ ਭਾਰੇ ਜਾਨਵਰਾਂ ਨੂੰ ਵੀ ਫੜ ਕੇ ਉਹ ਉੱਡ ਸਕਦੀਆਂ ਨੇ। ਐਸੇ ਪੰਛੀ, ਐਸੀਆਂ ਬਰਡਸ ਹਨ ਜਿਹੜੀਆਂ ਬਹੁਤ ਹੀ ਸਟਰੋਂਗ ਹਨ। लेकर उड़ जावह नभ ऊंचे। ਦੇਖੋ ਉਹ ਪੰਛੀਆਂ ਨੂੰ ਚੱਕ ਕੇ, ਉਹ ਪਸ਼ੂਆਂ ਨੂੰ ਚੱਕ ਕੇ ਵੀ ਉੱਤੇ ਲੈ ਜਾਂਦੇ ਹਨ ਆਕਾਸ਼ ਵਿੱਚ। निज को दीर्घ देह आकारा। ਨਿਜ ਕੋ ਦੀਰਘ, ਉਹਨਾਂ ਦੇ ਸਰੀਰ ਬਹੁਤ ਵੱਡੇ ਨੇ, ਜਿਵੇਂ ਗਰੂਡਾ ਹੈ। ਗਰੂਡਾ ਨੂੰ ਮੰਨਿਆ ਵੀ ਬਹੁਤ ਵੱਡੀ ਇਹ ਬਰਡ ਹੈ। ਕਹਿੰਦੇ ਐਸੇ ਜਿਹੜੀਆਂ ਵੱਡੀਆਂ ਵੱਡੀਆਂ ਚਿੜੀਆਂ ਤਕੜੀਆਂ ਹਨ। जुग पंखन को वड बिस्तारा। ਉਹਨਾਂ ਦੇ ਪੰਖ, ਉਹਨਾਂ ਦੇ ਜਿਹੜੇ ਫੈਦਰਸ ਹਨ ਬਹੁਤ ਹੀ ਵੱਡੇ ਹਨ। हुते जहां पहुंचे सुख रासा। ਦੇਖੋ ਜਿੱਥੇ ਉਹਨਾਂ ਨੇ ਜਿਹੜਾ ਹੈ ਉੱਥੇ ਇਹ ਰਹਿੰਦੀਆਂ ਹਨ, ਉਹ ਥਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਪਹੁੰਚ ਗਏ ਹਨ। करत तहा प्रहलाद सो बासा। ਕਹਿਣਗੇ ਉੱਥੇ ਕਿੱਥੇ ਪਹੁੰਚੇ ਜਿੱਥੇ ਪ੍ਰਹਿਲਾਦ ਦਾ ਵਾਸਾ ਹੈ, ਜਿੱਥੇ ਪ੍ਰਹਿਲਾਦ ਆਪ ਸਮਾਧੀ ਵਿੱਚ ਬੈਠਾ ਹੈ। लोचन मुंद्रित बैठे हो जहवा। ਦੇਖੋ ਭਾਈ ਜਿਹੜਾ ਹਨ ਪ੍ਰਹਿਲਾਦ ਭਗਤ ਜੀ ਬੈਠੇ ਹਨ ਅੱਖਾਂ ਬੰਦ ਕਰਕੇ, ਚੌਂਕੜਾ ਮਾਰ ਕੇ ਸਮਾਧੀ ਵਿੱਚ ਲੀਨ ਹਨ। चल श्री नानक पहुंचे तहवा। ਗੁਰੂ ਨਾਨਕ ਸਾਹਿਬ ਜੀ ਭਾਈ ਜਿਹੜਾ ਹਨ ਉਸਤੇ ਭਗਤ ਪ੍ਰਹਿਲਾਦ ਕੋਲ ਪਹੁੰਚ ਗਏ ਹਨ। श्री करतारंग श्री करतारा। ਤੇ ਭਗਤ ਪ੍ਰਹਿਲਾਦ ਜੀ ਕੋਲ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸ੍ਰੀ ਕਰਤਾਰੰ ਸ੍ਰੀ ਕਰਤਾਰਾ। ਇਹ ਬੋਲ ਮਹਾਰਾਜ ਨੇ ਕਹੇ ਵੀ ਸ੍ਰੀ ਮਾਇਆ ਦਾ ਪਤੀ ਉਹ ਪਰਮੇਸ਼ਰ ਹੈ ਜੋ ਸਾਰਿਆਂ ਦਾ ਹੀ ਕ੍ਰੀਏਟਰ ਹੈ। ਉੱਚੀ ਧੁਨ ਸੋ ਕੀਨ ਉਚਾਰਾ। ਮਹਾਰਾਜ ਨੇ ਜਦੋਂ ਇਹ ਜਿਹੜਾ ਕਿਹਾ ਬਹੁਤ ਉੱਚੀ ਧੁਨ ਦੇ ਵਿੱਚ, ਲਾਊਡਲੀ ਮਹਾਰਾਜ ਨੇ ਕਿਹਾ ਸ੍ਰੀ ਕਰਤਾਰੰ ਸ੍ਰੀ ਕਰਤਾਰਾ, ਜੋ ਕਿਹਾ ਉੱਚੀ ਆਵਾਜ਼ ਵਿੱਚ। ਛੁੱਟਿਓ ਧਿਆਨ ਜਬ ਪ੍ਰਭ ਕੋ ਦੇਖਾ। ਦੇਖੋ ਭਗਤ ਪ੍ਰਹਿਲਾਦ ਜੀ ਦਾ ਧਿਆਨ ਛੁੱਟ ਗਿਆ, ਉਹ ਖੁੱਲ ਗਿਆ, ਉਹਨਾਂ ਦੀਆਂ ਅੱਖਾਂ ਖੋਲ ਲਈਆਂ ਤੇ ਦਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਮਨ ਮਹਿ ਬਿਸਮਤ ਭਇਓ ਬਸੇਖਾ। ਉਹਨੂੰ ਪਹਿਲਾਂ ਤਾਂ ਦੇਖ ਕੇ ਬੜੀ ਹੈਰਾਨਗੀ ਹੋਈ, ਬਹੁਤ ਹੈਰਾਨ ਹੋਇਆ ਉਹ। ਬੂਝਿਓ ਕੌਣ ਕਹਾਂ ਤੇ ਆਏ। ਪੁੱਛਿਆ ਭਗਤ ਪ੍ਰਹਿਲਾਦ ਜੀ ਨੇ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਇਹ ਠਾਂ ਤੁਮ ਕੌਣ ਲੈ ਆਏ। ਤੁਹਾਨੂੰ ਇਹ ਥਾਂ ਤੇ ਕੌਣ ਲੈ ਕੇ ਆਇਆ ਹੈ, ਕਿਉਂਕਿ ਮਨੁੱਖ ਤਾਂ ਉੱਥੇ ਪਹੁੰਚ ਨਹੀਂ ਸਕਦੇ। ਕਹਿੰਦੇ ਇੱਥੇ ਤੁਹਾਨੂੰ ਕੌਣ ਲੈ ਕੇ ਆਇਆ ਹੈ, ਹੂ ਬ੍ਰੌਟ ਯੂ ਆਲ ਹੇਅਰ। ਹਾਂਜੀ, ਨਰ ਕੀ ਨਹੀਂ ਗਮਤਾ ਈਹਾ। ਨਰ ਕਹਿੰਦੇ ਕਿ ਮਨੁੱਖਾਂ ਦੀ ਗਮਤਾ ਨਹੀਂ, ਜਿਹੜੇ ਮਨੁੱਖਾਂ ਦੇ ਵਿੱਚ ਇਹ ਸ਼ਕਤੀ ਨਹੀਂ, ਜਿਹੜਾ ਹਨ ਇਹ ਕੈਪੇਬਿਲਿਟੀ ਮਨੁੱਖਾਂ ਦੇ ਵਿੱਚ ਹੈ ਨਹੀਂ ਜਿਹੜੀ ਇੱਥੇ ਪਹੁੰਚ ਸਕੇ। ਅੱਗੇ ਜਾਵਨ ਕਿਹ ਠਾਂ ਪ੍ਰੀਹਾ। ਤੇ ਫਿਰ ਕਹਿੰਦੇ ਅੱਗੇ ਜਾਣ ਦੀ ਕੀ ਇੱਛਾ ਹੈ, ਇੱਥੋਂ ਤੁਸੀਂ ਅੱਗੇ ਕਿੱਥੇ ਜਾਣਾ ਹੈ। ਅਸ ਪ੍ਰਕਾਰ ਕੇ ਸੁਣ ਕਰ ਬੈਨਾ। ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਭਗਤ ਪ੍ਰਹਿਲਾਦ ਦੇ ਤਿਸ ਸੋ ਬੋਲੇ ਪੰਕਜ ਨੈਨਾ। ਪੰਕਜ ਨੈਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਸਿਮਰਿਓ ਨਾਮ ਜੋ ਤੁਮ ਬਿਦਨੀਕੇ। ਕਹਿਣ ਲੱਗੇ ਸਿਮਰਿਓ ਨਾਮ, ਅਸੀਂ ਉਹ ਨਾਮ ਦਾ ਸਿਮਰਨ ਕਰਕੇ ਜਿਹੜਾ ਕਿ ਤੂੰ ਵੀ ਚੰਗੀ ਤਰ੍ਹਾਂ ਜਪਿਆ ਹੋਇਆ ਹੈ। ਭਗਤ ਪ੍ਰਹਿਲਾਦ ਨੂੰ ਕਹਿੰਦੇ ਸਰਦਾ ਧਰੀ ਅਧਿਕ ਨਿਜ ਜੀ ਕੀ। ਕਹਿਣ ਲੱਗੇ ਜਿਹਦੇ ਉੱਤੇ ਤੂੰ ਵੀ ਬੜੀ ਸ਼ਰਧਾ ਰੱਖੀ ਸੀ, ਆਪਣਾ ਜੀ ਲਾ ਕੇ ਕੀਤੀ ਸੀ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਤੂੰ ਭਰੋਸਾ ਪਰਮੇਸ਼ਰ ਦੇ ਨਾਮ ਤੇ ਜਿਹੜਾ ਰੱਖਿਆ ਸੀ, ਦੀ ਸ਼ਰਨ ਤੂੰ ਲਈ ਸੀ, ਜਿਹਦੇ ਉੱਤੇ ਸ਼ਰਧਾ ਤੂੰ ਰੱਖੀ ਸੀ। ਇਸ ਬਾਸੁਰ ਭੈ ਸਰਬ ਨਿਵਾਰਾ। ਕਹਿਣਗੇ ਨਿਸ ਬਾਸਰ ਭੈ ਸਰਬ ਨਿਵਾਰਾ। ਕਹਿਣਗੇ ਉਹਦਾ ਨਾਮ ਜਪਣ ਕਰਕੇ ਪਰਮੇਸ਼ਰ ਦਾ ਤੇ ਸਾਰਾ ਹੀ ਭੈ ਜਿਹਦੇ ਕਰਕੇ ਦੂਰ ਹੋ ਜਾਂਦਾ ਹੈ, ਡਰ ਦੂਰ ਹੋ ਜਾਂਦਾ ਹੈ। ਏਕ ਨਾਮ ਕੋ ਕੀਨ ਉਚਾਰਾ। ਕਹਿਣਗੇ ਏਕ ਨਾਮ ਕੋ ਕੀਨ ਉਚਾਰਾ, ਇੱਕ ਹੀ ਨਾਮ ਜਿਹੜਾ ਪਰਮੇਸ਼ਰ ਦਾ ਉਚਾਰਨਾ ਕੀਤਾ ਹੈ। ਰੱਖਿਆ ਕਰੀ ਤੋਹੇ ਜਨ ਪੂਰੀ। ਜਿਨੇ ਤੇਰੀ ਰੱਖਿਆ ਕੀਤੀ। ਦੇਖ ਭਗਤ ਪ੍ਰਹਿਲਾਦ ਜਿਹਦਾ ਨਾਂ ਤੂੰ ਜਪਿਆ ਹੈ, ਜਿਹਦੇ ਉੱਤੇ ਸ਼ਰਧਾ ਤੂੰ ਰੱਖੀ, ਜਿਹੜੇ ਸ਼ਬਦ ਦੇ ਉੱਤੇ ਭਰੋਸਾ ਤੂੰ ਰੱਖਿਆ, ਕਹਿੰਦੇ ਜਿਹੜੇ ਉਹੀ ਸ਼ਬਦ ਗੁਰੂ ਪਰਮੇਸ਼ਰ ਦੇ ਨਾਮ ਨੇ ਤੇਰੀ ਰੱਖਿਆ ਕੀਤੀ, ਤੈਨੂੰ ਪ੍ਰੋਟੈਕਟ ਕੀਤਾ। ਦੋਖੀ ਮਾਰ ਬਿਦਾਰੇ ਦੂਰੀ। ਕਹਿਣਗੇ ਦੋਖੀਆਂ, ਜੋ ਪਾਪੀ ਸਨ ਉਹਨਾਂ ਨੂੰ ਮਾਰ ਕੇ ਦੂਰ ਕਰ ਦਿੱਤਾ ਪਰਮੇਸ਼ਰ ਨੇ। ਹਮ ਉਪਾਸਕੀ ਤਿਸੀ ਨਾਮ ਕੇ। ਅਸੀਂ ਵੀ ਉਪਾਸਕ ਉਹੀ ਨਾਮ ਦੇ ਹਾਂ ਪ੍ਰਹਿਲਾਦ, ਜਿਹੜੇ ਨਾਮ ਨੂੰ ਤੂੰ ਜਪਦਾ ਰਿਹਾ ਹੈ। ਅਸੀਂ ਵੀ ਤਾਂ ਉਹੀ ਜਿਹੜੇ ਹਨ ਨਾਮ ਦੀ ਪੂਜਾ ਕਰਨ ਵਾਲੇ ਹਾਂ। ਗੁਣ ਸਿਮਰ ਹੈ ਸਦ ਸੁਖ ਨਿਧਾਨ ਕੇ। ਕਹਿਣਗੇ ਗੁਣ ਸਿਮਰ ਹੈ, ਅਸੀਂ ਹਮੇਸ਼ਾ ਇਹ ਗੁਣਾ ਦੇ ਨਿਧਾਨ, ਗੁਣਾ ਦੇ ਖਜ਼ਾਨੇ ਪਰਮੇਸ਼ਰ ਦੇ ਹੀ ਵਰਚੂਸ ਨੂੰ ਗਾਉਂਦੇ ਹਾਂ, ਉਹਨਾਂ ਦੇ ਗੁਣਾਂ ਨੂੰ ਗਾਉਂਦੇ ਹਾਂ, ਸਿਮਰਦੇ ਹਾਂ, ਯਾਦ ਰੱਖਦੇ ਹਾਂ। ਤੇ ਕੀ ਸਖਤ ਧਰਹਿ ਨਿਜ ਪਾਹੂ। ਕਹਿੰਦੇ ਕੀ ਸਖਤ ਉਹਨਾਂ ਦੀ ਸ਼ਕਤੀ, ਉਹੀ ਨਾਮ ਦੀ ਸ਼ਕਤੀ ਜਿਹਨੇ ਤੈਨੂੰ ਪ੍ਰੋਟੈਕਟ ਕੀਤਾ, ਉਹੀ ਨਾਮ ਦੇ ਜਿਹੜੇ ਹਨ ਸ਼ਕਤੀ ਕਰਕੇ ਅਸੀਂ ਇੱਥੇ ਤੇਰੇ ਕੋਲ ਪਹੁੰਚੇ ਹਾਂ। ਆਏ ਤੁਮ ਦਰਸ਼ਨ ਕੀ ਚਾਹੋ। ਕਿਉਂ ਆਏ ਹਾਂ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਤੇਰੇ ਦਰਸ਼ਨਾਂ ਨੂੰ ਆਏ ਹਾਂ, ਤੈਨੂੰ ਮਿਲਣ ਵਾਸਤੇ ਆਏ ਹਾਂ। ਸੁਨਤ ਪ੍ਰਹਿਲਾਦ ਬਚਨ ਉਚਾਰਾ। ਇਹ ਗੱਲ ਸੁਣ ਕੇ ਭਗਤ ਪ੍ਰਹਿਲਾਦ ਜੀ ਨੇ ਕਿਹਾ ਕੋ ਬਾਸਨ ਧੋਏ ਉਜਲ ਕਰਾ। ਦੇਖੋ ਹੁਣ ਮਹਾਰਾਜ ਦੀ ਪ੍ਰੀਖਿਆ ਲੈ ਰਿਹਾ ਭਗਤ ਪ੍ਰਹਿਲਾਦ, ਕਿਉਂਕਿ ਉਹਨੇ ਪਛਾਣਿਆ ਨਹੀਂ ਵੀ ਇਹ ਪਰਮਾਤਮਾ ਆਪ ਆਇਆ ਹੈ। ਕਿਉਂਕਿ ਦੇਖੋ ਨਾ, ਜਿਹੜਾ ਭਗਤ ਪ੍ਰਹਿਲਾਦ ਜੀ ਹੋਏ ਹਨ, ਉਹਨਾਂ ਨੇ ਆਪਣੇ ਸਮੇਂ ਵਿੱਚ ਪਰਮਾਤਮਾ ਦੀ ਪੂਜਾ ਕੀਤੀ।
ਪਰਮਾਤਮਾ ਨੂੰ ਉਹਨਾਂ ਨੇ ਪੂਜਨਾ ਕੀਤਾ, ਪਰਮਾਤਮਾ ਨੂੰ ਉਹਨਾਂ ਨੇ ਯਾਦ ਕੀਤਾ, ਪਰ ਉਹਨਾਂ ਦਾ ਵਿਸ਼ਵਾਸ ਜਿਹੜਾ ਸੀਗਾ ਵਿਸ਼ਨੂੰ ਭਗਵਾਨ ਤੇ ਟਿਕਿਆ ਹੋਇਆ ਸੀ। ਹੁਣ ਵਿਸ਼ਨੂੰ ਭਗਵਾਨ ਜਿਹੜੇ ਨੇ ਉਹ ਜਿਹੜੇ ਹਨ ਦੇਵਤੇ ਹਨ, ਪਰ ਉਹ ਸਮੇਂ ਦੇ ਵਿੱਚ ਸਿਰਫ ਉਹੀ ਵਿਸ਼ਨੂੰ ਦੇ ਹੀ ਉਪਾਸ਼ਕ ਹੋਇਆ ਕਰਦੇ ਸਨ, ਕਿਉਂਕਿ ਸਮਾਂ ਉਹ ਐਸਾ ਸੀ ਜੋ ਸਤਯੁਗ ਦਾ ਸਮਾਂ ਸੀ। ਸੋ ਵਿਸ਼ਨੂੰ ਦੀ ਭਗਤੀ ਕਬੂਲ ਸੀਗੀ। ਭਗਤ ਪ੍ਰਹਿਲਾਦ ਨੂੰ ਹੁਣ ਨਿਰਗੁਣ ਦੇ ਸਰੂਪ ਦੀ ਭਗਤੀ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਹਨ। ਪਰਮਾਤਮਾ ਆਪ ਆਇਆ ਭਗਤ ਪ੍ਰਹਿਲਾਦ ਨੂੰ ਆਪਣੀ ਭਗਤੀ ਵਿੱਚ ਲਾਉਣ ਵਾਸਤੇ, ਉਹਨਾਂ ਦੀ ਭਗਤੀ ਨੂੰ ਕਬੂਲ ਕਰਨ ਵਾਸਤੇ। ਜਿਵੇਂ ਹੁਣ ਜਿੰਨੇ ਵੀ ਭਗਤ ਹੋਏ ਨਾ 15 ਭਗਤ, ਇਹਨਾਂ ਦੀ ਜਿਹੜਾ ਹਨ ਦੇਖੋ ਇਹ ਤਾਂ ਮੁਕਤ ਰੂਪ ਸਨ, ਇਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਨੂੰ ਐਂਡੋਸ ਕੀਤਾ। ਗੁਰੂ ਪਰਮਾਤਮਾ ਨੇ ਆਪ ਆਪਣੇ ਸਰੂਪ ਵਿੱਚ ਆ ਕੇ ਇਹਨਾਂ ਨੂੰ ਕਬੂਲ ਕੀਤਾ ਤੇ ਇਹਨਾਂ ਦੀ ਬਾਣੀ ਆਪਣਾ ਰੂਪ ਉਸ ਬਾਣੀ ਨੂੰ ਦਿੱਤਾ। ਦੇਖੋ ਇੰਨੀ ਵਡਿਆਈ ਪਰਮਾਤਮਾ ਦਿੰਦਾ ਆਪਣੇ ਭਗਤਾਂ ਨੂੰ, ਭਾਵੇਂ ਕੋਈ ਵੀ ਸਮੇਂ ਵਿੱਚ ਕੋਈ ਭਗਤੀ ਕਰੇ, ਪਰ ਗੁਰੂ ਪਰਮਾਤਮਾ ਉਹ ਆਪ ਉਹਨਾਂ ਨੂੰ ਵਡਿਆਈ ਦਿੰਦਾ, ਜਿਵੇਂ ਹੁਣ ਪ੍ਰਹਿਲਾਦ ਨੂੰ ਦੇਣ ਲੱਗੇ ਹਨ। ਪਰ ਪ੍ਰਹਿਲਾਦ ਦੇ ਮਨ ਵਿੱਚ ਹਜੇ ਸ਼ਰਧਾ ਨਹੀਂ ਆਈ, ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਰਮਾਤਮਾ ਆਪ ਆਇਆ ਜੋ ਮੇਰੇ ਕੋਲ। ਸੋ ਇਸ ਕਰਕੇ ਉਹਨਾਂ ਨੇ ਕੁਝ ਸਵਾਲ ਕੀਤੇ। ਉਹਨਾਂ ਦਾ ਸਵਾਲ ਸੀਗਾ, ਕਹਿੰਦੇ ਦੇਖੋ ਕਿੰਨੇ ਇਨਡਾਇਰੈਕਟਲੀ ਉਹ ਪੁੱਛਦੇ ਹਨ। ਪਹਿਲਾ ਸਵਾਲ ਸੀਗਾ, ਕਹਿੰਦੇ ਜਿਹੜਾ ਦੁੱਧ ਚੋ ਕੇ ਲਿਆਇਆ ਕਰੀਏ, ਜਿਹੜਾ ਦੁੱਧ ਹੁੰਦਾ ਹੈ ਨਾ ਜਦੋਂ ਚੋਈਏ, ਕਹਿੰਦੇ ਉਹ ਜਿਹੜਾ ਕਿਹੜੇ ਬਾਸਨ ਵਿੱਚ ਪਾਈਏ, ਕਿਹੇ ਜਿਹੇ ਭਾਂਡੇ ਵਿੱਚ ਪਾਉਣਾ ਚਾਹੀਦਾ ਹੈ। ਕਹਿੰਦੇ ਕੋ ਬਾਸਨ ਧੋਏ ਉਜਲ ਕਰਾ, ਕਿਹੜਾ ਭਾਂਡਾ ਧੋ ਕੇ ਸਾਫ਼ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਕਾਕੋ ਦੁੱਧ ਚੋਏ ਕਰ ਲੀਨਾ, ਜਿਹਦੇ ਵਿੱਚ ਦੁੱਧ ਚੋ ਕੇ ਲਿਆਈਏ। ਬਿਕੋਜ਼ ਜਿਹਦੇ ਭਾਂਡਾ ਗੰਦਾ ਹੋਵੇ ਨਾ, ਮੈਲਾ ਹੋਵੇ, ਜਿਹੜਾ ਦੁੱਧ ਵਿੱਚ ਚੋਈਏ ਨਾ ਉਹ ਖਰਾਬ ਹੋ ਜਾਂਦਾ ਹੈ, ਉਹ ਦੁੱਧ ਜਿਹੜਾ ਹੈ ਫਟ ਜਾਂਦਾ ਹੈ। ਜੇ ਉਹਦੇ 'ਚ ਖਟਿਆਈ ਆ ਜਾਵੇ ਜਾਂ ਕੋਈ ਗੰਦਗੀ ਹੋਵੇ, ਉਹ ਦੁੱਧ ਖਰਾਬ ਹੋ ਜਾਣਾ, ਉਹਦੇ 'ਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਭਾਂਡਾ ਧੋਏ ਪੈਸ ਜਿਹੜਾ ਹਨ ਪੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ, ਮਹਾਰਾਜ ਨੇ ਸ਼ਬਦ ਵੀ ਜਿਹੜਾ ਉਚਾਰਨ ਕੀਤਾ ਹੈ। ਸੋ ਉਹ ਭਾਂਡੇ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਆਪਾਂ ਦੁੱਧ ਪਾ ਕੇ ਲਿਆਉਣਾ ਹੈ। ਸੋ ਹੁਣ ਭਗਤ ਪ੍ਰਹਿਲਾਦ ਨੇ 2 ਕੁਐਸਚਨ ਕੀਤੇ। ਅਗਲਾ ਕੀਤਾ ਕੌਣ ਤਾਵਸੋਂ ਤਾਵਨ ਕੀਨਾ, ਕਹਿਣ ਲੱਗੇ ਹੁਣ ਭਾਂਡੇ ਨੂੰ ਜਦੋਂ ਸਾਫ਼ ਕਰੀਦਾ ਹੈ ਨਾ, ਟੂ ਮੇਕ ਸ਼ੋਰ ਉਹ ਮੋਇਸਚਰ ਤੋਂ ਖਾਲੀ ਹੋਵੇ, ਮੋਇਸਚਰ ਤੋਂ ਬਗੈਰ ਹੋਵੇ। ਉਹ ਭਾਂਡੇ ਨੂੰ ਜਿਹੜਾ ਹੈ ਗਰਮ ਕਰਨਾ ਪੈਂਦਾ, ਯੂ ਨੀਡ ਟੂ ਹੀਟ ਅਪ ਸੋ ਟੂ ਇਨਸ਼ੋਰ ਦੈਟਸ ਨੋ ਮੋਇਸਚਰ। ਸੋ ਉਹ ਵੀ ਜਿਹੜਾ ਭਾਂਡੇ ਨੂੰ ਤਪਾਉਣਾ ਪੈਂਦਾ ਹੈ। ਕੌਣ ਸਮਾਇਨ ਤਾਂ ਮਹਿ ਪਾਇਆ, ਤਾਂ ਕਹਿਣ ਲੱਗੇ ਫਿਰ ਉਹ ਦੁੱਧ ਨੂੰ ਜਦੋਂ ਦੁੱਧ ਆਪਾਂ ਕਰ ਲਿਆ, ਜਦੋਂ ਰਝਾ ਲਿਆ, ਉਹਨੂੰ ਬੋਇਲਡ ਕਰ ਲਿਆ, ਉਹ ਤੋਂ ਬਾਅਦ ਜੇ ਦੁੱਧ ਨੂੰ ਜਮਾਉਣਾ ਹੋਵੇ, ਜੇ ਉਸਦਾ ਦਹੀਂ ਬਣਾਉਣਾ ਹੋਵੇ, ਤਾਂ ਉਹਦੇ ਵਿੱਚ ਜਾਗ ਯੀਸਟ ਜਿਹੜੀ ਹੈ ਉਹ ਕਿਹੜੀ ਪਾਉਣੀ ਚਾਹੀਦੀ ਹੈ। ਕੌਣ ਥਾਨ ਦਦ ਰਾਖ ਜਮਾਇਆ, ਫਿਰ ਇਹ ਦਹੀਂ ਨੂੰ ਜਿਹੜਾ ਦੁੱਧ ਨੂੰ ਜਿਹਦੇ ਵਿੱਚ ਜਾਗ ਪਾਇਆ ਹੋਇਆ ਕਿਹੜੇ ਥਾਂ ਤੇ ਰੱਖਣਾ ਚਾਹੀਦਾ ਹੈ ਜਿਹਦੇ ਕਰਕੇ ਇਹ ਦਹੀਂ ਬਣ ਜਾਵੇ, ਇਹ ਯੋਗਰਟ ਬਣ ਜਾਵੇ। ਇਸ ਬਿਦ ਮਥ ਕਹਿ ਕਾਢਿਓ ਮਾਖਣ, ਫਿਰ ਦੇਖੋ ਇਹਦੇ ਵਿੱਚੋਂ ਜਿਹੜੀ ਇਹ ਜਿਹੜਾ ਬਣਿਆ ਹੋਇਆ ਹੁਣ ਜਿਹੜਾ ਦਹੀਂ ਹੈ, ਇਹਦੀ ਛਾਛ ਨੂੰ ਪਿੱਛੇ ਕੱਢ ਕੇ ਤੇ ਇਹਦੀ ਲਿਕੁਇਡ ਨੂੰ ਪਿੱਛੇ ਕੱਢ ਕੇ ਤੇ ਉਹਨੂੰ ਰਿੜਕ ਕੇ ਉਹਦੇ ਚੋਂ ਮੱਖਣ ਕਿਵੇਂ ਕੱਢੀਦਾ ਹੁੰਦਾ, ਇਹਦੇ ਵਿੱਚੋਂ ਬਟਰ ਕਿਵੇਂ ਕੱਢੀਦਾ ਹੁੰਦਾ ਹੈ। ਪੁੰਨ ਕੈਸੇ ਕੀਨੋ ਤੁਮ ਚਾਖਣ, ਕਹਿਣ ਲੱਗੇ ਫਿਰ ਪੁੰਨ ਕੈਸੇ ਕੀਨੋ ਤੁਮ ਚਾਖਣ, ਕਹਿਣ ਲੱਗੇ ਇਸ ਕਰਕੇ ਜਿਹੜਾ ਹੈ ਇਹਨੂੰ ਫਿਰ ਚਖਣਾ ਕਿਵੇਂ ਕਰਨਾ ਹੈ, ਇਹਨੂੰ ਖਾਣਾ ਕਿਵੇਂ ਹੈ। ਸੋ ਦੇਖੋ ਇਹ ਸਾਰਾ ਜਿਹੜਾ ਪ੍ਰੋਸੈਸ ਭਗਤ ਪ੍ਰਹਿਲਾਦ ਜੀ ਨੇ ਦੱਸਿਆ ਇੱਕ ਭਗਤੀ ਦਾ ਹੈ, ਵੀ ਭਗਤੀ ਵਾਸਤੇ ਕਿਹੋ ਜਿਹਾ ਭਾਂਡਾ ਚਾਹੀਦਾ ਉਹ ਸਾਰਾ ਇਹਨੇ ਪੁੱਛਿਆ, ਬਟ ਪੁੱਛਿਆ ਫਿਜ਼ੀਕਲੀ, ਕਿਉਂਕਿ ਇਹਦਾ ਆਨਸਰ ਸਿਰਫ ਪਰਮਾਤਮਾ ਹੀ ਦੇ ਸਕਦਾ ਸੀ। ਕਹੇ ਸਭ ਮੋਹ ਕੋ ਵਿਚਾਰਾ, ਸੋ ਇਹ ਵਿਚਾਰ ਕਰਕੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਕਹਿੰਦਾ ਮੈਨੂੰ ਦੱਸੋ ਇਹ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਹੈ। ਜੇ ਬਿਦ ਕੀਨੀ ਨੀਕੀ ਕਾਰਾ, ਜਿਹਦੇ ਕਰਕੇ ਚੰਗੀ ਐਪਰੋਪਰੀਏਟ ਜਿਹੜੀ ਹਨ ਐਪਰੋਪਰੀਏਟਲੀ ਜਿਹੜਾ ਇਹ ਸਾਰੇ ਪ੍ਰੋਸੈਸ ਨੂੰ ਪੂਰਾ ਕੀਤਾ ਜਾਵੇ, ਮੈਨੂੰ ਦੱਸੋ ਕਿਵੇਂ ਹੋਵੇ। ਦੋਹਰਾ ਬੋਲੇ ਸ੍ਰੀ ਨਾਨਕ ਤਬੈ ਤਨ ਬਾਸਨ ਕੋ ਧੋਏ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਸੁਣ ਕੇ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਧਨ ਬਾਸਨ ਇਹ ਸਰੀਰ ਭਾਂਡਾ ਹੈ। ਉਹ ਜਿਹੜਾ ਭਾਂਡਾ ਤੂੰ ਗੱਲ ਕੀਤੀ ਹੈ ਇਹ ਸਰੀਰ ਹੈ, ਦ ਬੋਡੀ। ਕਹਿੰਦੇ ਇਹ ਬੋਡੀ ਨੂੰ ਧੋ ਕੇ ਸਾਫ਼ ਕਰਕੇ ਧੇਨ ਖਿਮਾ ਕੇ ਪਾਸ ਤੇ ਦੂਧ ਸੰਤੋਖ ਹੈ ਚੋਏ। ਦੇਖੋ ਇਹ ਭਾਂਡੇ ਨੂੰ ਕਿਵੇਂ ਸਾਫ਼ ਕਰਨਾ ਹੈ, ਸਰੀਰ ਨੂੰ ਜਿਹੜਾ ਹਨ ਪਾਣੀ ਨਾਲ ਕਰਨਾ, ਇਸ਼ਨਾਨ ਕਰਨਾ, ਮਨ ਨੂੰ ਨਾਮ ਦੇ ਨਾਲ ਸਾਫ਼ ਕਰਨਾ ਹੈ। ਕਹਿੰਦੇ ਜਦੋਂ ਇਹ ਭਾਂਡਾ ਤਿਆਰ ਹੋ ਜਾਵੇ ਤੇ ਫਿਰ ਧੇਨ ਗਾਂ ਕਿਹੜੀ ਹੈ ਕਿ ਜਿਹੜੀ ਖਿਮਾ ਫੋਰਗਿਵਨੈਸ ਉਹ ਗਾਂ ਹੈ ਜਿਹਦੇ ਪਾਸ ਜਾ ਕੇ ਦੁੱਧ ਰੂਪੀ ਜੋ ਸੰਤੋਖ ਹੈ ਨਾ, ਦੁੱਧ ਕੀ ਹੈ ਸੰਤੋਖ ਕੰਟੈਂਟਮੈਂਟ,
ਉਹ ਸੰਤੋਖ ਰੂਪੀ ਦੁੱਧ ਨੂੰ ਲੈ ਕੇ ਉਹ ਜਿਹੜੇ ਖਿਮਾ ਰੂਪੀ ਭਾਂਡੇ ਵਿੱਚ ਪਾ ਕੇ ਚੌਪਈ ਤਨ ਤਾਪਨ ਕੋ ਤਾਵਨ ਤਾਇਆ। ਦੇਖੋ ਖਿਮਾ ਰੂਪੀ ਜਿਹੜੀ ਗਾਂ ਹੈ ਉਹਦੇ ਵਿੱਚੋਂ ਸੰਤੋਖ ਰੂਪੀ ਦੁੱਧ ਹੈ ਤੇ ਸਰੀਰ ਰੂਪੀ ਭਾਂਡਾ ਹੈ। ਸੋ ਇਹ ਸਰੀਰ ਰੂਪੀ ਭਾਂਡੇ ਵਿੱਚ ਖਿਮਾ ਰੂਪੀ ਜਿਹੜੀ ਗਾਂ ਤੋਂ ਜਿਹੜਾ ਦੁੱਧ ਸੰਤੋਖ ਰੂਪੀ ਕੱਢ ਕੇ ਇਕੱਠਾ ਕਰਕੇ ਕਹਿੰਦੇ ਤਨ ਤਾਪਣ ਕੋ ਤਾਵਨ ਤਾਇਆ। ਹੁਣ ਉਹਨੂੰ ਹੀਟ ਕਰਨਾ ਹੈ, ਉਹਨੂੰ ਬੋਇਲ ਕਰਨਾ ਦੁੱਧ ਨੂੰ। ਕਹਿੰਦੇ ਇਹ ਤਾਪਣ ਕੀ ਹੈ? ਪਰਮੇਸ਼ਰ ਦੀ ਭਗਤੀ। ਪਰਮੇਸ਼ਰ ਦੀ ਭਗਤੀ ਉਹ ਫਾਇਰ ਹੈ ਜਿਹਦੇ ਕਰਕੇ ਇਹਨੂੰ ਬੋਇਲ ਕਰਨਾ ਇਹ ਦੁੱਧ ਨੂੰ, ਜੋ ਕਿ ਸੰਤੋਖ ਰੂਪੀ ਦੁੱਧ ਹੈ। ਗੁਰ ਉਪਦੇਸ਼ ਸਮਾਇਨ ਪਾਇਆ। ਦੇਖੋ ਗੁਰੂ ਦਾ ਉਪਦੇਸ਼ ਜਾਗ ਹੈ ਜਾਂ ਯੀਸਟ ਹੈ ਜਾਂ ਕੋਈ ਹੋਰ। ਕਹਿੰਦੇ ਉਹ ਜਿਹੜਾ ਜਾਗ ਹੈ ਉਹ ਕੀ ਹੈ? ਕਹਿੰਦੇ ਉਹ ਗੁਰੂ ਦੀ ਦਾ ਉਪਦੇਸ਼ ਹੈ, ਜੋ ਗੁਰੂ ਮਹਾਰਾਜ ਦਾ ਉਪਦੇਸ਼ ਦਿੱਤਾ ਉਹ ਜਾਗ ਇਹਦੇ ਵਿੱਚ ਪਾਉਣਾ ਹੈ। ਸਤ ਸੰਗਤ ਮਹਿ ਭਲੋ ਸਥਾਨਾ। ਤੇ ਇਹ ਦੁੱਧ ਕਿੱਥੇ ਰੱਖਣਾ? ਜਿੱਥੇ ਇਹ ਜੰਮ ਜਾਵੇ, ਬਿਕੋਜ਼ ਗਰਮ ਥਾਂ ਚਾਹੀਦਾ, ਬਹੁਤਾ ਠੰਡਾ ਹੋਵੇ ਫਿਰ ਦੁੱਧ ਨਹੀਂ ਜੰਮਦਾ। ਕਹਿੰਦੇ ਸਾਧ ਸੰਗਤ ਦੇ ਵਿੱਚ ਇਸ ਦੁੱਧ ਨੂੰ ਰੱਖਣਾ ਹੈ ਜਿੱਥੇ ਪਿਆਰ ਰੂਪੀ এনवायरमेंट ਹੋਵੇ। ਰਾਖ ਜਮਾਇਓ ਤਹਾਂ ਸੁਜਾਨਾ। ਕਹਿੰਦੇ ਇਹਨੂੰ ਰੱਖ ਕੇ ਉੱਥੇ ਜਮਾਇਆ ਜਾਂਦਾ ਹੈ ਸੰਗਤ ਵਿੱਚ। ਮਨ ਵਿਚਾਰ ਕੀ ਮਥਨੀ ਕਰਕੇ। ਤੇ ਫਿਰ ਮਨ ਵਿੱਚ ਗੁਰਬਾਣੀ ਦਾ ਵਿਚਾਰ ਕਰਨਾ ਇਹ ਗ੍ਰਾਈਂਡਰ ਹੈ। ਇਹਨੂੰ ਗ੍ਰਾਈਂਡ ਕਰਨ ਵਾਲੀ ਮਧਾਣੀ ਜਿਹੜੀ ਹੈ ਉਹ ਜਿਹੜੀ ਹੈ ਕਿ ਇਹਦਾ ਵਿਚਾਰ ਕਰਨਾ, ਬਾਣੀ ਦਾ ਵਿਚਾਰ ਕਰਨਾ, ਇਹਨੂੰ ਮਥਨਾ ਹੈ। ਆਪ ਤਜਨ ਮਥਿਓ ਹਿਤ ਧਰ ਕੇ। ਕਹਿੰਦੇ ਭਾਣਾ ਮੰਨਣਾ। ਭਾਣਾ ਮੰਨਣਾ ਜਿਹੜਾ ਹੈ ਉਹ ਕੀ ਹੈ? ਕਹਿੰਦੇ ਚਾਖ ਇਹਨੂੰ ਚਖਾਣਾ, ਉਹ ਭਾਣਾ ਮੰਨਣਾ ਹੈ। ਸੋ ਮਹਾਰਾਜ ਨੇ ਉਹ ਸਾਰੇ ਪ੍ਰੋਸੈਸ ਨੂੰ ਇੱਕ ਪ੍ਰੋਸੈਸ ਪਰਮਾਤਮਾ ਨਾਲ ਮਿਲਣ ਦਾ ਬਣਾਇਆ। ਫਿਰ ਤੇ ਆਪਾਂ ਤਜਨ ਮਥਿਓ ਹਿਤ ਧਰ ਕੇ ਕਹਿਣ ਲੱਗੇ ਫਿਰ ਜਿਹੜੀ ਮਧਾਣੀ ਹੈ ਉਹ ਮਧਾਣੀ ਤਾਂ ਕੀ ਹੋਈ ਸੀ? ਵਿਚਾਰ। ਵਿਚਾਰ ਇੱਕ ਮਧਾਣੀ, ਇੱਕ ਟੂਲ ਹੈ। ਤੇ ਉਸ ਤੋਂ ਬਾਅਦ ਜਿਹੜਾ ਅੱਗੇ ਪੜ੍ਹ ਦਿਓ। ਆਪਾ ਤਜਨ ਮਥਿਓ ਹਿਤ ਧਰ ਤੇ ਕੇ। ਉਹਨੂੰ ਜਿਹੜਾ ਚੂਜ਼ ਕਰਨਾ ਹੈ ਉਹ ਆਪਣੇ ਆਪ ਨੂੰ ਛੱਡਣਾ, ਆਪਣੇ ਆਪ ਨੂੰ ਛੱਡਣਾ। ਤੋ ਆਪਣਾ ਜਿਹੜਾ ਹੈ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਨ ਉਹ ਸਾਰੇ ਛੱਡਣੇ, ਉਹਨੂੰ ਚਰਨ ਕਰਨਾ ਹੈ। ਉਹਨੂੰ ਚਰਨਿੰਗ, ਉਹਦਾ ਚਰਨਿੰਗ ਜਿਹੜਾ ਚਰਨ ਰੋਟ ਕੀ ਹੋਗੀ? ਵਿਚਾਰ। ਉਹਨੂੰ ਚਰਨਿੰਗ ਕਰਨਾ ਕੀ ਹੈ? ਆਪਣੇ ਆਪ ਨੂੰ ਤਜਣਾ, ਆਪਣੇ ਆਪ ਨੂੰ ਛੱਡਣਾ। ਸੋ ਇਸ ਕਰਕੇ ਜਦੋਂ ਆਪਾਂ ਉਹਨੂੰ ਚਰਨ ਕਰਦੇ ਹਾਂ ਉਹ ਜਿਹੜਾ ਦਹੀਂ ਪਿੱਛੇ ਰਹਿ ਜਾਂਦਾ, ਮੱਖਣ ਉੱਤੇ ਆ ਜਾਂਦਾ ਹੈ। ਸੋ ਇਸੇ ਪ੍ਰਕਾਰ ਜਦੋਂ ਮੱਖਣ ਉੱਤੇ ਆਉਂਦਾ ਹੈ ਤਾਂ ਫਿਰ ਭਾਣਾ ਮੰਨਣ ਚਾਖ ਕਰ ਸਾਦਾ। ਤੇ ਸਵਾਦ ਨਾਲ ਖਾਣਾ ਕਿਵੇਂ ਆ? ਭਾਣਾ ਮੰਨਣਾ। ਸੋ ਇਹ ਸਾਰਾ ਹੀ ਪ੍ਰੋਸੈਸ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਦੇਖੋ ਕਿੰਨੀ ਸੁੰਦਰਤਾ ਦੇ ਨਾਲ ਦੱਸਿਆ। ਇਹ ਸਰੀਰ ਭਾਂਡਾ ਹੈ, ਜੇ ਸਰੀਰ ਸਾਫ਼ ਨਹੀਂ ਤਾਂ ਪਰਮਾਤਮਾ ਦਾ ਨਾਮ ਨਹੀਂ ਨਾ ਆ ਸਕਦਾ। ਉਹਦੇ ਵਿੱਚ ਜਿਹੜੀ ਹੈ ਗਾਂ ਰੂਪੀ, ਜਿਹੜੀ ਖਿਮਾ ਰੂਪੀ ਗਾਂ ਹੈ, ਸੰਤੋਖ ਰੂਪੀ ਉਸਦਾ ਦੁੱਧ ਹੈ। ਉਹ ਦੁੱਧ ਨੂੰ ਕੱਢ ਕਰਕੇ ਫਿਰ ਕੀ ਕਰਨਾ? ਇਹਨੂੰ ਤਪ, ਪਰਮੇਸ਼ਰ ਦੀ ਭਗਤੀ, ਉਹ ਫਾਇਰ ਹੈ। ਉਹ ਫਾਇਰ ਨਾਲ ਉਹਨੂੰ ਜਿਹੜਾ ਹੈ ਉਬਾਲ ਕੇ ਜਦੋਂ ਬੋਇਲਿੰਗ ਹੋ ਗਿਆ ਸਾਰਾ, ਫਿਰ ਉਹਦੇ ਵਿੱਚ ਜਿਹੜਾ ਹੈ ਜਾਗ ਪਾਉਣਾ ਗੁਰੂ ਦੇ ਉਪਦੇਸ਼ ਦਾ। ਫਿਰ ਉਹਨੂੰ ਸਤ ਸੰਗਤ ਵਿੱਚ ਜਾ ਕੇ ਜਮਾਉਣਾ ਹੈ। ਜਮਾ ਕੇ ਜਦੋਂ ਦਹੀਂ ਜੰਮ ਗਿਆ ਤਾਂ ਫਿਰ ਉਸਨੂੰ ਜਿਹੜਾ ਹੈ ਗਿਆਨ ਰੂਪੀ, ਜਿਹੜਾ ਹੈ ਵਿਚਾਰ ਰੂਪੀ, ਉਹ ਜਿਹੜੀ ਮਧਾਣੀ ਚਰਨਿੰਗ ਰੋਟ ਲੈ ਕੇ ਉਸ ਨੂੰ ਜਿਹੜਾ ਹੈ ਚਰਨ ਕਰਨਾ। ਉਹ ਚਰਨ ਜਿਹੜਾ ਹੈ ਆਪੇ ਆਪਣੇ ਆਪ ਨੂੰ ਤਜਣਾ, ਆਪਣੇ ਹੰਕਾਰ ਨੂੰ ਛੱਡਣਾ ਤੇ ਅਖੀਰ ਕਰ ਭਾਣਾ ਮੰਨਣਾ, ਉਹ ਚਖਣਾ ਹੈ। ਸੋ ਇਹ ਸਾਰਾ ਪ੍ਰੋਸੈਸ ਦੱਸਿਆ ਜੀ। ਤ੍ਰਿਪਤ ਭਏ ਸ੍ਰੀ ਗੁਰੂ ਪ੍ਰਸਾਦਾ। ਕਹਿਣ ਲੱਗੇ ਫਿਰ ਇਹ ਮੱਖਣ ਨੂੰ ਖਾ ਕੇ ਉਹੀ ਰੱਜਦਾ ਹੈ, ਭਾਣਾ ਰੂਪੀ ਮੱਖਣ ਨੂੰ ਖਾ ਕੇ ਜਿਹੜਾ ਗੁਰੂ ਦੇ ਕਿਰਪਾ ਸਦਕਾ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰਦਾ ਹੈ। ਉਹੀ ਜਿਹੜਾ ਗੁਰੂ ਦੀ ਕਿਰਪਾ ਜਿਹਦੇ ਤੇ ਹੋਵੇ ਉਹੀ ਰੱਜਦਾ ਹੈ। ਸੋ ਮਹਾਰਾਜ ਨੇ ਇਹ ਗੱਲ ਦੱਸੀ ਪ੍ਰਹਿਲਾਦ ਨੂੰ, ਤੈਨੂੰ ਗੁਰੂ ਦੀ ਲੋੜ ਹੈ, ਕਿਉਂਕਿ ਪ੍ਰਹਿਲਾਦ ਦਾ ਗੁਰੂ ਜਿਹੜਾ ਸੀ ਇਹ ਸ਼ੁਕਰਾਚਾਰਿਆ ਸੀਗਾ, ਜੋ ਦੈਂਤਾਂ ਦਾ ਗੁਰੂ ਸੀਗਾ। ਸੋ ਇਹ ਦਾ ਗੁਰੂ ਸੀਗਾ। ਸੋ ਮਹਾਰਾਜ ਨੇ ਕਿਹਾ ਹੁਣ ਗੁਰੂ ਦੀ ਕਿਰਪਾ ਜਿਹਦੇ ਤੇ ਹੋਵੇ। ਸੋ ਉਹ ਮਹਾਰਾਜ ਨੇ ਦੱਸਿਆ ਵੀ ਅਸੀਂ ਆਏ ਹਾਂ ਤੈਨੂੰ ਮੁਕਤ ਕਰਨ ਵਾਸਤੇ। ਫਿਰ ਸੁਨ ਪ੍ਰਹਿਲਾਦ ਭਗਤ ਅਸਬਾਨੀ। ਜਦੋਂ ਭਗਤ ਪ੍ਰਹਿਲਾਦ ਨੇ ਐਸੀ ਬਾਣੀ ਸੁਣੀ ਗੁਰੂ ਨਾਨਕ ਸਾਹਿਬ ਜੀ ਦੀ, ਬੰਦਨ ਕੀਨ ਜੋਰ ਜੁਗ ਪਾਨੀ। ਹੱਥ ਜੋੜ ਕੇ ਮਹਾਰਾਜ ਦੇ ਕਦਮਾਂ ਤੇ, ਮਹਾਰਾਜ ਦੇ ਚਰਨੀ ਪੈ ਗਿਆ, ਮੱਥਾ ਟੇਕਿਆ। ਤਿਹ ਕੋ ਪ੍ਰੇਮ ਦੇਖ ਸੁਖ ਧਾਮਾ। ਉਹਦਾ ਪ੍ਰੇਮ ਪ੍ਰਹਿਲਾਦ ਦਾ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਰੀ ਤਿਹ ਚਰਨ ਪ੍ਰਣਾਮਾ। ਮਹਾਰਾਜ ਨੇ ਆਪ ਵੀ ਪ੍ਰਹਿਲਾਦ ਦੇ ਚਰਨਾਂ ਤੇ ਜਿਹੜਾ ਹੱਥ ਲਾਇਆ, ਉਹਨੂੰ ਸਤਿਕਾਰ ਦਿੱਤਾ। ਦੋਹੇ ਦਿਸ ਹੋਵਾ ਹਰਖ ਬਿਸਾਲਾ। ਦੋਵੇਂ ਪਾਸੇ ਬੜਾ ਹਰਕ, ਬੜੇ ਖੁਸ਼ੀ ਦਾ ਮਾਹੌਲ ਬਣਿਆ। ਕਹਿਤ ਬਚਨ ਪ੍ਰਹਿਲਾਦ ਰਸਾਲਾ। ਫਿਰ ਭਗਤ ਪ੍ਰਹਿਲਾਦ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਤੁਮ ਅਵਤਾਰ ਭਏ ਜਗ ਮਾਹੀ। ਮਹਾਰਾਜ ਤੁਸੀਂ ਆਪ ਪਰਮੇਸ਼ਰ ਦੇ ਅਵਤਾਰ ਕਲਯੁਗ ਦੇ ਸਮੇਂ ਵਿੱਚ ਤੁਸੀਂ ਆਏ ਹੋ। ਜਿਉ ਨਰ ਸਿੰਘ ਭਏ ਮਮ ਚਾਹੀ। ਜਿਵੇਂ ਸਾਡੇ ਸਮੇਂ ਦੇ ਵਿੱਚ ਨਰਸਿੰਘ ਰੂਪ ਹੋ ਕੇ ਪਰਮਾਤਮਾ ਨੇ ਸਾਡੀ ਰੱਖਿਆ ਕੀਤੀ। ਜਬ ਜਗ ਸੰਤ ਦੁਖੈ ਕਹਿ ਰੀਤੀ। ਯਾਨੀ ਕਿ ਜਦੋਂ ਵੀ ਸੰਤ ਲੋਕ
ਲੋਕ ਭਗਤੀ ਕਰਨ ਵਾਲੇ ਜੋ ਦੁਖੀ ਹੁੰਦੇ ਹਨ ਸੰਸਾਰ ਵਿੱਚ, ਬਹਰੋ ਧਰਮ ਹੋਤ ਵਿਪਰੀਤੀ। ਜਦੋਂ ਧਰਮ ਦੀ ਹਾਨੀ ਹੁੰਦੀ ਹੈ, ਜਦੋਂ ਧਰਮ ਤੋਂ ਉਲਟ ਗੱਲਾਂ ਚੱਲਦੀਆਂ ਨੇ, ਜਦੋਂ ਲੋਕਾਂ ਤੇ ਜ਼ੁਲਮ ਹੁੰਦਾ ਹੈ, ਤਾਂ ਉਸ ਵੇਲੇ ਤੁਸੀਂ ਆਪ ਆਉਂਦੇ ਹੋ। ਤਬ ਤਨ ਧਰ ਸੰਕਟ ਜਨ ਖਾਪੂ। ਕਹਿਣ ਲੱਗੇ ਆਪ ਸਰੀਰ ਨੂੰ ਧਾਰਨ ਕਰਕੇ ਤੁਸੀਂ ਸੰਸਾਰ ਤੇ ਆ ਕੇ ਦੁਨੀਆ ਦਾ ਦੁੱਖ ਦੂਰ ਕਰਦੇ ਹੋ ਜਗ ਤੇ ਮਹਿ- ਧਰਮ ਦਾ ਸਥਾਪਨਾ ਕਰਦੇ ਹੋ, ਧਰਮ ਨੂੰ ਕਾਇਮ ਕਰਦੇ ਹੋ। ਜਗ ਮਹਿ ਦੇਹ ਧਰਮ ਕੋ ਥਾਪੂ। ਇਸ ਕਰਕੇ ਤੁਸੀਂ ਧਰਮ ਨੂੰ ਥਾਪਨਾ ਕਰਦੇ ਹੋ। ਕਰ ਉਸਤਤ ਪੁਨ ਕੇ ਪਦ ਬੰਧਨ। ਸੋ ਇਹ ਉਸਤਤ ਕਰਕੇ ਭਗਤ ਪ੍ਰਹਿਲਾਦ ਜੀ ਨੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੂੰ। ਦਰਸ਼ਨ ਕਰ ਹੀ ਦੋਖ ਨਿਕੰਦਨ। ਮਹਾਰਾਜ ਦੇ ਦਰਸ਼ਨ ਕਰਕੇ ਸਾਰੇ ਦੁੱਖ ਪਾਪ ਦੂਰ ਹੋ ਜਾਂਦੇ ਹਨ। ਸ੍ਰੀ ਅੰਗਦ ਜੀ ਸੁਨੋ ਹਿਤ ਸਾਥਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਪਿਆਰ ਨਾਲ ਇਹ ਸਾਖੀ ਸੁਣੋ। ਫਿਰ ਮੈਂ ਬੂਝਤ ਭਾਵ ਬਹਰੋ ਗਾਥਾ। ਮੈਂ ਉਸ ਵੇਲੇ ਭਗਤ ਪ੍ਰਹਿਲਾਦ ਨੂੰ ਭਾਈ ਬਾਲਾ ਜੀ ਕਹਿੰਦਾ ਮੈਂ ਇੱਕ ਸਵਾਲ ਕੀਤਾ। ਆਪਣੀ ਕਥਾ ਸੁਣਾਵੋ ਸਾਰੀ। ਮੈਂ ਕਿਹਾ ਭਗਤ ਪ੍ਰਹਿਲਾਦ ਜੀ ਨੂੰ ਤੁਸੀਂ ਆਪਣੀ ਕਥਾ ਸੁਣਾਓ, ਮੈਨੂੰ ਦੱਸੋ, ਆਪਣੀ ਕਥਾ ਦੱਸੋ, ਕੀ ਹੋਇਆ ਤੁਹਾਡੇ ਨਾਲ। ਜਿਉ ਪ੍ਰਭ ਰੱਖਿਆ ਕੀਨ ਤੁਮਾਰੀ। ਜਿਵੇਂ ਪਰਮਾਤਮਾ ਨੇ ਤੁਹਾਡੀ ਆ ਕੇ ਰੱਖਿਆ ਕੀਤੀ ਨਰਸਿੰਘ ਰੂਪ ਹੋ ਕੇ। ਸਰਬ ਜਗਤ ਮਹਿ ਬਿਦਤ ਕਹਾਣੀ। ਇਹ ਸਾਰੇ ਜਗਤ ਵਿੱਚ ਤੁਹਾਡੀ ਕਹਾਣੀ ਵਿਦਤ ਹੈ, ਪ੍ਰਗਟ ਹੈ। ਸਾਰੇ ਲੋਕ ਤੁਹਾਡੀ ਸਾਖੀ ਨੂੰ ਜਾਣਦੇ ਹਨ, ਇਹ ਕਥਾ ਨੂੰ ਜਾਣਦੇ ਹਨ। ਸੋ ਨਿਜ ਮੁਖ ਤੇ ਕਰੋ ਬਖਾਨੀ। ਕਹਿਣ ਲੱਗੇ ਆਪਣੇ ਮੁਖ ਤੋਂ ਸਾਨੂੰ ਕਰਕੇ ਦੱਸੋ ਵੀ ਕੀ ਹੋਇਆ। ਕਹਿੰਦੇ ਜਬ ਮਮ ਬੈਨ ਸੁਨੇ ਅਸਬਾਨ ਕਾਨਾ, ਜਿਹੜਾ ਹੈ ਜਬ ਮਮ ਬੈਨ ਸੁਨੇ ਅਸਕਾਨਾ। ਸੋ ਜਦੋਂ ਭਾਈ ਬਾਲੇ ਨੇ ਇਹ ਬੇਨਤੀ ਕੀਤੀ ਕਿ ਤੁਸੀਂ ਆਪਣੇ ਮੁਖ ਤੋਂ ਦੱਸੋ, ਤਾਂ ਇਹ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਜਬ ਮਮ ਬੈਨ, ਮੇਰੇ ਬੈਨ ਮੇਰੀ ਇਹ ਬੇਨਤੀ ਸੁਣੀ ਭਗਤ ਪ੍ਰਹਿਲਾਦ ਨੇ। ਬੋਲਿਓ ਤਬ ਪ੍ਰਹਿਲਾਦ ਸੁਜਾਨਾ। ਉਹ ਸੁਜਾਨਾ ਸਿਆਣਾ ਸਭ ਕੁਝ ਜਾਣਨ ਵਾਲਾ ਭਗਤ ਪ੍ਰਹਿਲਾਦ ਜੀ ਬੋਲਿਆ। ਪੂਰਬ ਇੱਕ ਸਮੇਂ ਜਗ ਨਾਹੂ। ਕਹਿਣ ਲੱਗੇ ਦੇਖੋ ਇੱਕ ਸਮੇਂ ਐਸਾ ਹੋਇਆ ਕਿ ਜਗਤ ਦਾ ਸੁਆਮੀ ਜਿਹੜਾ ਸੀ, ਜਿਹੜਾ ਪਰਮਾਤਮਾ ਹੈ, ਸਾਰੇ ਜਗਤ ਦਾ ਮਾਲਕ, ਧਾਰਤ ਭੇ ਅਵਤਾਰ ਬਰਾਹੂ। ਉਹਨੇ ਵਰਾ ਅਵਤਾਰ ਧਾਰਨਾ ਕੀਤਾ ਇੱਕ ਵਾਈਲਡ ਬੋ ਦਾ। ਹਾਂਜੀ, ਜਿਵੇਂ ਆਪਾਂ ਸੂਰ ਦਾ ਕਹਿ ਲਈਏ, ਸੂਰ ਦਾ ਅਵਤਾਰ ਧਾਰਨ ਕੀਤਾ ਉਸ ਵਿਸ਼ਨੂੰ ਨੇ। ਸੋ ਉਹਨੇ ਵਿਸ਼ਨੂੰ ਨੇ ਆਪਣਾ ਰੂਪ ਵਰਾ ਅਵਤਾਰ ਧਾਰ ਕੇ ਸੰਸਾਰ ਤੇ ਆਇਆ। ਮਮ ਪਿਤ ਭਰਾਤਾ ਛਿਤ ਕੋ ਲੀਨੇ। ਕਹਿਣ ਲੱਗੇ ਮੇਰਾ ਚਾਚਾ ਜੀ, ਭਗਤ ਪ੍ਰਹਿਲਾਦ ਦਾ ਚਾਚਾ ਜੀ ਸੀਗਾ ਜੋ ਹਿਰਨ ਗਰਭ ਸੀਗਾ। ਸੋ ਹਿਰਨ ਗਰਭ ਜਿਹੜਾ ਸੀਗਾ ਉਹ ਇਹਦਾ ਚਾਚਾ ਸੀਗਾ। ਹਰਨਾਕਸ਼ ਇਹਦਾ ਪਿਤਾ ਸੀਗਾ। ਸੋ ਪ੍ਰਹਿਲਾਦ ਜੀ ਕਹਿੰਦੇ ਕਿ ਮੇਰਾ ਚਾਚਾ ਜਿਹੜਾ ਸੀਗਾ ਨਾ, ਕਹਿੰਦੇ ਉਹਨੇ ਕੀ ਕੀਤਾ, ਸਾਰੀ ਧਰਤੀ ਜਿਹੜੀ ਹੈ ਨਾ, ਸਾਰੀ ਧਰਤੀ ਨੂੰ, ਸਾਰੀ ਜਿਹੜਾ ਹਨ ਵਰਲਡ ਨੂੰ ਲੈ ਕੇ ਉਹ ਪਾਣੀ ਵਿੱਚ ਚਲਿਆ ਗਿਆ ਸੀਗਾ। ਉਹਨੇ ਸਾਰੀ ਧਰਤੀ ਨੂੰ ਪਾਣੀ ਵਿੱਚ ਡੁਬੋ ਦਿੱਤਾ ਸੀਗਾ। ਗਇਓ ਰਸਾਤਲ ਗਰਭਤ ਪੀਨੇ। ਕਿਉਂਕਿ ਪ੍ਰਹਿਲਾਦ ਦੈਂਤਾਂ ਵਿੱਚੋਂ ਹਨ, ਇਹ ਦੈਂਤ ਨੇ। ਸੋ ਇਹ ਦੈਂਤਾਂ ਦੇ ਵਿੱਚੋਂ ਹੈ ਪ੍ਰਹਿਲਾਦ। ਸੋ ਕਹਿੰਦਾ ਇਹ ਗਇਓ ਰਸਾਤਲ, ਉਹ ਮੇਰੇ ਕਹਿੰਦਾ ਚਾਚੇ ਨੇ ਕੀ ਕੀਤਾ, ਧਰਤੀ ਲੈ ਕੇ ਨਾ ਸਾਰੀ ਅੰਡਰਗਰਾਉਂਡ ਚਲਿਆ ਗਿਆ। ਸੋ ਉਹ ਪਤਾਲ ਵਿੱਚ ਰਹਿ ਗਿਆ ਸਾਰੀ ਧਰਤੀ ਨੂੰ। ਗਰਭਤ ਪੀਨੇ, ਉਹ ਜਿਹੜਾ ਹੈ ਉਹਨੇ ਜਿਹੜਾ ਹੈ 7 ਲੋਕਾਂ ਦੇ ਪਤਾਲਾਂ ਦੇ ਵਿੱਚੋਂ ਲੰਘ ਕੇ ਅੰਦਰ ਚਲਿਆ ਗਿਆ। ਤੇ ਕਹਿੰਦਾ ਐਸਾ ਉਹ ਤਕੜਾ ਸੀ ਮੇਰਾ ਚਾਚਾ ਜਿਹੜਾ ਸੀ, ਕਹਿੰਦਾ ਬੜਾ ਤਕੜਾ ਸੀ। ਫਿਰ ਤਿਹ ਕੋ ਮਾਰ ਲੀਨ ਤਬ ਛੋਨੀ। ਫਿਰ ਉਸ ਨੂੰ ਮਾਰਨ ਵਾਸਤੇ ਵਿਸ਼ਨੂੰ ਨੇ ਵਾਈਲਡ ਬੋ ਦਾ ਅਵਤਾਰ ਧਾਰਨ ਕੀਤਾ। ਉਹ ਜਿਹੜਾ ਸੂਰ ਦਾ ਅਵਤਾਰ ਕਿਉਂ ਧਾਰਨ ਕੀਤਾ, ਇਹਨੂੰ ਮਾਰਨ ਵਾਸਤੇ, ਜਿਹੜਾ ਹੈ ਹਿਰਨ ਗਰਭ ਨੂੰ ਮਾਰਨ ਵਾਸਤੇ। ਤਾਂ ਕਹਿੰਦੇ ਕੀ ਹੋਇਆ, ਤੇ ਮਾਰ ਲੀਨ ਤਬ ਛੋਨੀ, ਵਿਸ਼ਨੂੰ ਨੇ ਵਾਈਲਡ ਬੋ ਬਣ ਕੇ ਉਸ ਨੂੰ ਮਾਰਿਆ ਤੇ ਉਹਨੂੰ ਮਾਰ ਕੇ ਫਿਰ ਧਰਤੀ ਨੂੰ ਵਾਪਸ ਲੈ ਕੇ ਬਾਹਰ ਆਇਆ ਪਤਾਲਾਂ ਵਿੱਚੋਂ। ਸੋ ਧਰਤੀ ਨੂੰ ਬਚਾਇਆ। ਸਥਾਪਨ ਕੀਨੀ ਜਗ ਜੋਨੀ। ਕਹਿਣ ਲੱਗੇ ਇਹ ਸਾਰੇ ਜਗਤ ਦਾ ਕਾਰਨ ਪਰਮੇਸ਼ਰ ਨੇ ਆ ਕੇ ਧਰਤੀ ਨੂੰ ਫਿਰ ਆ ਕੇ ਸਥਾਪਨ ਕੀਤਾ। ਜਬ ਤੇ ਮਰਨ ਸੁਣਿਓ ਪਿਤ ਮੇਰੇ। ਜਦੋਂ ਮੇਰੇ ਪਿਤਾ ਹਰਨਾਕਸ਼ ਨੇ ਸੁਣਿਆ ਨਾ ਕਿ ਉਹਦਾ ਭਰਾ ਮਾਰਿਆ ਗਿਆ, ਉਦੋਂ ਕਿਉਂਕਿ ਚਾਚਾ ਜੀ ਸੀਗਾ ਨਾ ਪ੍ਰਹਿਲਾਦ ਦਾ, ਉਹਦਾ ਛੋਟਾ ਭਰਾ ਸੀਗਾ। ਸੋ ਜਦੋਂ ਹਰਨਾਕਸ਼ ਨੇ ਸੁਣਿਆ ਕਿ ਮੇਰੇ ਭਰਾ ਨੂੰ ਮਾਰ ਦਿੱਤਾ ਹੈ, ਭਰਾਤ ਸ਼ੋਕ ਮਹਿ ਦੁਖਤ ਕਨੇਰੇ। ਉਹ ਬਹੁਤ ਦੁਖੀ ਹੋਇਆ ਕਿ ਮੇਰਾ ਭਰਾ ਮਾਰਿਆ ਗਿਆ। ਹਿਰਦੈ ਕੀਨ ਬਹੁਰ ਵੱਡ ਕ੍ਰੋਧਾ। ਉਹਨੇ ਬਹੁਤ ਕ੍ਰੋਧ ਕੀਤਾ, ਉਹਨੂੰ ਬੜਾ ਗੁੱਸਾ ਆਇਆ ਜੀ। ਲਿਓ ਬੈਰ ਕਰ ਬਿਸਨ ਵਿਰੋਧਾ। ਤੇ ਉਹਨੇ ਵਿਸ਼ਨੂੰ ਨਾਲ ਵਿਰੋਧ ਕਰਨਾ ਸ਼ੁਰੂ ਕੀਤਾ, ਕਿਉਂਕਿ ਵਿਸ਼ਨੂੰ ਨੇ ਅਵਤਾਰ ਧਾਰਨ ਕਰਕੇ ਆਇਆ ਸੀ ਨਾ। ਉਹਨੇ ਫਿਰ ਵਿਸ਼ਨੂੰ ਨਾਲ ਵਿਰੋਧ ਕੀਤਾ। ਉਹਦਾ ਸਭ ਤੋਂ ਵੱਡਾ ਨੰਬਰ 1 ਐਨਮੀ ਕੀ ਬਣ ਗਿਆ, ਵਿਸ਼ਨੂੰ ਬਣ ਗਿਆ। ਉਹ ਫਿਰ ਵਿਸ਼ਨੂੰ ਤੋਂ ਬਦਲਾ ਲੈਣਾ ਚਾਹੁੰਦਾ ਸੀ, ਰਿਵੈਂਜ ਲੈਣਾ ਚਾਹੁੰਦਾ ਸੀ ਆਪਣੇ ਭਰਾ ਦਾ। ਨਿਜ ਦਸਨਨ ਸੋ ਅਦਰਨ ਕਾਟੇ। ਕੀ ਕੀਤਾ, ਕਹਿੰਦੇ ਹਰਨਾਕਸ਼ ਨੇ ਆਪਣੇ ਬੁੱਲਾਂ ਨੂੰ ਜਿਹੜਾ ਦੰਦਾਂ ਵਿੱਚ ਵੱਢਦਾ ਸੀਗਾ। ਇੰਨਾ ਉਹਨੂੰ ਗੁੱਸਾ ਚੜਦਾ ਸੀਗਾ, ਉਹ ਆਪਣੇ ਜਿਹੜੇ ਬੁੱਲੇ ਵੱਢ ਕੇ ਉਹਦਾ ਲਹੂ ਕੱਢੀ ਜਾਂਦਾ ਸੀਗਾ। ਇੰਨਾ ਉਹਨੂੰ ਕਚੀਚੀਆਂ ਆਉਂਦੀਆਂ ਸੀਗੀਆਂ
ਵਿਸ਼ਨੂੰ ਦੇ ਉੱਤੇ। ਕਹਿਤ ਭਇਓ ਪ੍ਰਿਤਨ ਸਨ ਡਾਂਡੇ। ਹਾਂ ਕਹਿਣਗੇ ਜਿਹੜਾ ਹੈ ਡਾਂਟ ਕੇ, ਉਹ ਡਾਂਟ ਕੇ ਕਹਿੰਦਾ ਹੁੰਦਾ ਸੀਗਾ, ਕਹਿੰਦਾ ਦੇਖੋ ਮੇਰੇ ਭਰਾ ਨੂੰ ਵਿਸ਼ਨੂੰ ਨੇ ਮਾਰ ਦਿੱਤਾ। ਮੰਨਿਓ ਬਿਸਨ ਨੇ ਭਰਾਤਾ ਮੋਰਾ। ਮੇਰਾ ਭਰਾ ਕਿਉਂ ਮਾਰਿਆ ਵਿਸ਼ਨੂੰ ਨੇ? ਜੇ ਕੋ ਹੁਤੋ ਤੇਜ ਵੱਡ ਘੋਰਾ। ਦੇਖੋ ਮੇਰਾ ਜਿਹੜਾ ਭਰਾ ਸੀ ਬੜਾ ਤੇਜ ਵਾਲਾ ਸੀ, ਬੜੀ ਸ਼ਕਤੀਸ਼ਾਲੀ ਬੰਦਾ ਸੀ, ਬੜਾ ਭਿਆਨਕ ਸੀਗਾ, ਉਹਨੂੰ ਕੋਈ ਨਹੀਂ ਮਾਰ ਸਕਦਾ ਸੀ। ਇਸ ਕਰਕੇ ਵਿਸ਼ਨੂੰ ਨੇ ਜਿਹੜਾ ਹੈ ਵਰਾ ਜਿਹੜਾ ਹੈ ਇਹ ਵਾਈਲ ਬੋ ਦਾ ਅਵਤਾਰ, ਵਰਾ ਅਵਤਾਰ ਤਾਂ ਧਾਰਨ ਕੀਤਾ ਸੀ ਉਹਨੂੰ ਮਾਰਨ ਵਾਸਤੇ, ਕਿਉਂਕਿ ਹੋਰ ਕੋਈ ਤਰੀਕਾ ਨਹੀਂ ਸੀ ਉਹਨੂੰ ਮਾਰਨ ਦਾ। ਯਦਿਅਪ ਸਮ ਹੈ ਅਹਿਰਪ ਕੇਤੂ। ਯਦਪ ਸਮ ਕਹਿਣ ਲੱਗੇ ਇਸ ਕਰਕੇ ਜਿਹੜਾ ਹੈ ਕਹਿੰਦੇ ਐਸਾ ਜਿਹੜਾ ਹੋਇਆ ਸੀ ਨਾ, ਕਹਿੰਦੇ ਹੁਣ ਦੇਖੋ ਇੱਕ ਕਹਾਣੀ ਇੱਥੇ ਆਉਂਦੀ ਹੈ। ਹੁਣ ਇਹ ਯਾਦ ਰੱਖਦਾ ਹੈ ਵੀ ਵਿਸ਼ਨੂੰ ਨੇ ਅੱਗੇ ਵੀ ਸਾਡੇ ਨਾਲ ਕੀ ਕੀਤਾ। ਆਪ ਜੀ ਨੂੰ ਯਾਦ ਹੋਗਾ ਕਿ ਜਿਹੜਾ ਹਨ 14 ਰਤਨ ਜਿਹੜੇ ਨਿਕਲੇ ਸਨ ਜਦੋਂ ਸਮੁੰਦਰ ਨੂੰ ਰਿੜਕਿਆ ਹੈ, ਜਦੋਂ ਉਹਨੂੰ ਜਿਹੜਾ ਹੈ ਚਰਨ ਕੀਤਾ ਸੀ ਸਮੁੰਦਰ ਨੂੰ, ਉਹਦੇ ਵਿੱਚ 14 ਰਤਨ ਨਿਕਲੇ ਜਿਨ੍ਹਾਂ ਵਿੱਚੋਂ ਅੰਮ੍ਰਿਤ ਸੀਗਾ ਇੱਕ। ਸੋ ਕੀ ਹੋਇਆ, ਅੰਮ੍ਰਿਤ ਨੂੰ ਲੈਣ ਵਾਸਤੇ ਦੇਵਤੇ ਤੇ ਦੈਂਤ ਦੋਵੇਂ ਲੜ ਪਏ, ਦੋਵਾਂ ਨੇ ਆਪਣੇ ਵਿੱਚ ਲੜਾਈ ਕੀਤੀ, ਕਿਉਂਕਿ ਇਹ ਚਰਨ ਕਰਨ ਦੇ ਜਿਹੜਾ ਕੰਮ ਸੀਗਾ ਦੇਵਤਿਆਂ ਨੇ ਤੇ ਦੈਂਤਾਂ ਨੇ ਟੂਗੈਦਰ ਕੀਤਾ। ਸੋ ਜਿਹੜਾ ਮੂੰਹ ਸੀ ਸੱਪ ਦਾ ਉਹ ਦੈਂਤਾਂ ਨੇ ਫੜਿਆ ਹੋਇਆ ਸੀਗਾ, ਜਿਹੜੀ ਪੂੰਛ ਸੀ ਉਹ ਦੇਵਤਿਆਂ ਨੇ ਫੜੀ ਹੋਈ ਸੀ। ਸੋ ਉਹਨਾਂ ਨੇ ਚਰਨ ਕਰਕੇ ਜਦੋਂ ਅੰਮ੍ਰਿਤ ਨਿਕਲਿਆ ਦੈਂਤ ਪੈ ਗਏ, ਕਹਿੰਦੇ ਸਾਨੂੰ ਚਾਹੀਦਾ, ਬਿਕੋਜ਼ ਅੰਮ੍ਰਿਤ ਮੀਨਸ ਇਟਰਨਲ ਲਾਈਫ, ਜਿਹੜਾ ਲਾਈਫ ਕਿਤੇ ਮੁੱਕੇ ਨਾ। ਸੋ ਉਹ ਦੋਵਾਂ ਵਿੱਚ ਲੜਾਈ ਪੈ ਗਈ। ਸੋ ਲੜਾਈ ਦੇ ਵਿੱਚ ਕੀ ਹੋਇਆ, ਵਿਸ਼ਨੂੰ ਨੇ ਮੋਹਣੀ ਦਾ ਅਵਤਾਰ ਧਾਰਨ ਕਰਕੇ ਇੱਕ ਸੁੰਦਰ ਇਸਤਰੀ ਦਾ ਰੂਪ ਧਾਰਨ ਕਰਕੇ ਉਹਨਾਂ ਨੇ ਕੀ ਕੀਤਾ, ਉਹ ਅੰਮ੍ਰਿਤ ਲੈ ਜਿਹੜਾ ਸ਼ਰਾਬ ਸੀ ਉਹ ਦੈਂਤਾਂ ਨੂੰ ਪਿਲਾ ਦਿੱਤੀ ਤੇ ਅੰਮ੍ਰਿਤ ਲੈ ਕੇ ਦੇਵਤਿਆਂ ਨੂੰ ਪਿਲਾ ਦਿੱਤਾ। ਤੇ ਇੱਕ ਉਹਨਾਂ ਦੇ ਵਿੱਚੋਂ ਸੀਗਾ ਜਿਹੜਾ ਕਿ ਦੈਂਤਾਂ ਵਿੱਚੋਂ ਰਾਹੂ ਸੀ, ਉਹਦਾ ਨਾਂ ਰਾਹੂ ਜਿਹੜਾ ਸੀਗਾ ਉਹ ਜਾ ਕੇ ਦੇਵਤਿਆਂ 'ਚ ਖੜ ਗਿਆ ਚੁੱਪ ਕਰਕੇ। ਜਦੋਂ ਅੰਮ੍ਰਿਤ ਪਿਲਾਇਆ ਨਾ ਦੇਵਤਿਆਂ ਨੂੰ, ਉਹ ਵੀ ਨਾਲੇ ਪੀ ਗਿਆ। ਬਾਅਦ ਵਿੱਚ ਕੀ ਹੋਇਆ, ਸੂਰਜ ਦੇਵਤਾ ਤੇ ਚੰਦਰਮਾ ਦੇਵਤਾ ਨੇ ਦੋਨਾਂ ਨੇ ਦੇਖ ਕੇ ਕੰਪਲੇਨ ਕੀਤੀ ਵਿਸ਼ਨੂੰ ਨੂੰ, ਕਹਿੰਦੇ ਇਹ ਤਾਂ ਦੈਂਤ ਪੀ ਗਿਆ ਅੰਮ੍ਰਿਤ। ਹੁਣ ਉਹ ਅੰਮ੍ਰਿਤ ਤਾਂ ਪੀ ਚੁੱਕਿਆ ਸੀ, ਮਰ ਤਾਂ ਨਹੀਂ ਸਕਦਾ ਸੀ। ਤਾਂ ਉਸ ਵੇਲੇ ਮੋਹਣੀ ਅਵਤਾਰ ਦੇ ਵਿੱਚ ਵਿਸ਼ਨੂੰ ਨੇ ਕੀ ਕੀਤਾ, ਉਹਦਾ ਸਰ ਵੱਢ ਦਿੱਤਾ, ਸਰ ਵੱਢ ਕੇ ਉਹਦੀਆਂ ਬਾਹਾਂ ਵੱਢ ਦਿੱਤੀਆਂ, ਪਰ ਉਹ ਅਮਰ ਹੋ ਗਿਆ ਸੀ, ਉਹਨੇ ਮਰਨਾ ਤਾਂ ਨਹੀਂ ਸੀਗਾ। ਸੋ ਇਸ ਕਰਕੇ ਉਹ ਰਾਹੂ ਤੇ ਕੇਤੂ ਬਣਿਆ, ਉਹ ਦੋ ਬਣ ਗਏ, ਇੱਕ ਸਿਰ ਵਾਲਾ ਪਾਸਾ ਇੱਕ ਬੋਡੀ ਵਾਲਾ ਪਾਸਾ। ਤੇ ਸਿਰ ਵਾਲਾ ਪਾਸਾ ਤੇ ਬੋਡੀ ਵਾਲਾ ਪਾਸਾ ਰਾਹੂ ਤੇ ਕੇਤੂ। ਇਸ ਕਰਕੇ ਇਹ ਕੀ ਕਰਦੇ ਨੇ, ਸੂਰਜ ਤੇ ਚੰਦਰਮਾ ਨੂੰ ਜਾ ਕੇ ਗ੍ਰਹਿਣ ਕਰਦੇ ਨੇ, ਗ੍ਰਹਿਣ ਲਾ ਦਿੰਦੇ ਨੇ, ਇਹ ਇਕਲਿਪਸ ਲਿਆਉਂਦੇ ਨੇ, ਇਕਲਿਪਸ ਲੱਗ ਜਾਂਦੀਆਂ ਨੇ। ਸੋ ਇਹ ਕਹਾਣੀਆਂ ਇਕਲਿਪਸ ਕਿਉਂ ਲੱਗਦੀਆਂ ਹਨ ਦੁਨੀਆ ਤੇ, ਇਹ ਪਿਛਲਿਆਂ ਜਿਹੜਾ ਇਉਂ ਲਿਖਿਆ ਹੋਇਆ ਹੈ। ਸੋ ਇਸ ਕਰਕੇ ਜਿਹੜਾ ਹੈ ਸਨਹੇਰਾ ਦੇ ਉਧਰ ਤੋਂ ਰਾਹੂ ਦਾ ਜਨਮ ਹੋਇਆ ਸੀਗਾ ਤੇ ਇਹਦਾ ਜਿਹੜਾ ਪਿਤਾ ਸੀਗਾ ਉਹ ਵਿਚਿੱਤਰ ਚਿੱਤ ਸੀਗਾ, ਜਾਂ ਵਿਪਰਚਿਤ ਵੀ ਕਹਿੰਦੇ ਨੇ, ਵਿਪਰਚਿਤ ਇਹਦਾ ਪਿਤਾ ਸੀਗਾ। ਸੋ ਇਹ ਰਾਹੂ ਤੇ ਕੇਤੂ। ਸੋ ਹੁਣ ਇੱਥੇ ਇਹ ਜਿਹੜਾ ਹਰਨਾਕਸ਼ ਹੈ ਕਹਿੰਦਾ ਦੇਖੋ ਵਿਸ਼ਨੂੰ ਕਿੰਨਾ ਭੈੜਾ, ਕਿੰਨੇ ਲੋਕਾਂ ਨੂੰ ਟ੍ਰਿਕ ਕਰਦਾ ਹੈ, ਹਾਂਜੀ ਕਿਵੇਂ ਧੋਖਾ ਕੀਤਾ ਸੀ ਇਹਨੇ, ਦੈਂਤਾਂ ਨੂੰ ਸ਼ਰਾਬ ਪਿਲਾਤੀ ਤੇ ਦੇਵਤਿਆਂ ਨੂੰ ਇਹਨੇ ਪਿਲਾਤਾ ਅੰਮ੍ਰਿਤ। ਸੋ ਉਹ ਸਾਰੀ ਗੱਲਾਂ ਯਾਦ ਕਰਦਾ ਹੈ ਕਿ ਉਹ ਨਾਓ ਹੀ ਸ਼ੇਅਰਿੰਗ ਦ ਕਾਮਨ ਐਨਮੀ ਕਨਸੈਪਟ, ਵੀ ਉਹਨਾਂ ਦੇਖੋ ਐਨਮੀ ਆ ਸਾਡਾ ਵੱਡਾ ਵਿਸ਼ਨੂੰ। ਕਰਤ ਬਿਖਮਤਾ ਭਗਤਨ ਹੇਤੂ। ਕਹਿੰਦੇ ਕਰਤ ਵਿਮੁਖਤਾ, ਕਹਿੰਦੇ ਕਿ ਹਮੇਸ਼ਾ ਹੀ ਜਿਹੜਾ ਹੈ ਸਮ ਦ੍ਰਿਸ਼ਟੀ ਇਹਦੇ ਕੋਲ ਨਹੀਂ ਹੈਗੀ, ਇਹ ਕਿਤੇ ਵੀ ਇੱਕ ਜੈਸਾ ਸਾਰਿਆਂ ਨੂੰ ਨਹੀਂ ਦੇਖਦਾ। ਹੀ ਆਲਵੇਸ ਟੇਕਸ ਅ ਸਾਈਡ, ਕਹਿੰਦਾ ਦੇਵਤਿਆਂ ਦੀ ਸਾਈਡ ਲੈਂਦਾ, ਦੈਂਤਾਂ ਨੂੰ ਮਾਰਦਾ। ਫਿਰ ਦੈਂਤਾਂ ਤਾਂ ਰੱਬ ਕਿਵੇਂ ਹੋਇਆ ਵਿਸ਼ਨੂੰ, ਨਹੀਂ ਹੋ ਸਕਦਾ। ਇਸ ਕਰਕੇ ਗਤ ਲੱਜਾ ਬਹੁ ਕਪਟ ਪਰਬੀਨਾ, ਕਹਿਣ ਲੱਗੇ ਬਹੁਤ ਨਿਲੱਜ, ਇਹ ਬੇਸ਼ਰਮ ਹੈ ਵਿਸ਼ਨੂੰ। ਵਿਸ਼ਨੂੰ ਨੂੰ ਇਉਂ ਕਹਿੰਦਾ ਹੈ ਤੇ ਕਹਿੰਦਾ ਬਹੁਤ ਕਪਟ, ਕਹਿੰਦਾ ਇਹ ਖੋਟ ਕਰਦਾ ਹੈ, ਬਹੁਤ ਧੋਖਾ ਕਰਨ ਵਾਲਾ ਹੈ। ਆਪਣੇ ਸਿਮਰਨ ਕੇ ਹਿਤ ਭੀਨਾ। ਹਾਂ ਕਹਿਣ ਲੱਗੇ ਆਪਣਾ ਸਿਮਰਨ ਕਰਾਉਣ ਵਾਸਤੇ ਦੁਨੀਆ ਤੋਂ ਫਿਰ ਆਪਣਾ ਪਾਵਰ ਦਿਖਾਉਂਦਾ ਹੈ ਵਿਸ਼ਨੂੰ, ਆ ਕੇ ਦਿਖਾਉਂਦਾ ਆਈ ਐਮ ਦ ਮੋਸਟ ਪਾਵਰਫੁਲ, ਮੇਰਾ ਨਾਮ ਜਪੋ। ਛਲ ਕਰ ਸੂਕਰ ਧਾਰ ਸਰੂਪਾ। ਇਸ ਕਰਕੇ ਕਹਿੰਦੇ ਛਲ ਕਰ, ਧੋਖੇ ਦੇ ਨਾਲ ਸੂਰ ਦਾ ਰੂਪ ਧਾਰ ਕੇ, ਵਰਾ ਅਵਤਾਰ ਧਾਰ ਕੇ, ਮਾਨਿਓ ਸਹੋਦਰ ਮਮ ਸੁਖ ਰੂਪਾ, ਮੇਰੇ ਸੁੱਖਾਂ ਦਾ ਰੂਪ ਮੇਰਾ ਭਰਾ ਇਹਨੇ ਮਾਰ ਦਿੱਤਾ। ਹਾਂਜੀ ਵਰਾ ਅਵਤਾਰ ਧਾਰਨ ਕਰਕੇ ਉਹਦੇ ਨਾਲ ਧੋਖਾ ਕੀਤਾ ਇਸਨੇ। ਦਿਜ ਸੁਰ ਕਾਰਨ ਤਿਨ ਹੈ ਮਾਰਾ। ਕਹਿੰਦੇ ਦਿਜ, ਕਹਿੰਦੇ ਦਿਜ ਸੁਰ, ਕਹਿੰਦੇ ਇਹਨੇ ਕਿਉਂ ਧਰਤੀ ਨੂੰ ਬਚਾਇਆ, ਕਿਉਂਕਿ ਇਹ ਦੇਵਤਿਆਂ ਨੂੰ ਬਚਾਉਣਾ ਚਾਹੁੰਦਾ ਸੀ ਤੇ ਦੂਜਾ ਬ੍ਰਹਮਣਾਂ ਨੂੰ ਬਚਾਉਣਾ ਚਾਹੁੰਦਾ ਹੈ ਵਿਸ਼ਨੂੰ, ਤੇ ਦੈਂਤਾਂ ਨੂੰ ਮਾਰਨਾ ਚਾਹੁੰਦਾ ਹੈ। ਇਸ ਕਰਕੇ ਅਬੈ ਕੀਏ ਤੇ ਜਗਤ ਮਝਾਰਾ। ਕਹਿਣਗੇ ਇਹ ਬ੍ਰਾਹਮਣਾਂ ਤੇ ਦੇਵਤਿਆਂ ਦਾ ਹੀ ਰੱਬ ਆ, ਸਾਡਾ ਤਾਂ ਨਹੀਂ ਨਾ ਹੈਗਾ। ਦੈਂਤ ਜਿਹੜਾ ਹਰਨਾਕਸ਼ ਕਹਿੰਦਾ ਇਹ ਤਾਂ ਉਹਨਾਂ ਦਾ ਹੀ ਆ, ਉਹੀ ਪੂਜਾ ਕਰਾਉਂਦੇ, ਉਹੀ ਕਰਦਾ ਹੈ। ਇਸ ਕਰਕੇ ਸਾਡਾ ਕੋਈ ਨਹੀਂ ਲੱਗਦਾ ਜੀ ਇਹ ਵਿਸ਼ਨੂੰ। ਅਬ ਤੁਮ ਜਾਹੋ ਖੋਜ ਜਗ ਸਾਰੋ। ਕਹਿਣ ਲੱਗੇ ਅਬ ਤੁਮ ਜਾਹੋ ਖੋਜ ਜਗ ਸਾਰੋ। ਹਾਂਜੀ ਫਿਰ ਦਿਜ ਮਨ ਧੇਨ ਸਕਲ ਸੰਘਾਰੋ। ਹਾਂ ਇਹਨੇ ਕੀ ਕੀਤਾ, ਇਹਨੇ ਆਪਣੇ ਬੰਦੇ ਆਪਣੇ ਦੈਂਤ ਭੇਜ ਦਿੱਤੇ, ਜਿਹੜਾ ਹਨ ਹਰਨਾਕਸ਼ ਨੇ
ਆਪਣੇ ਜਿਹੜੇ ਦੈਂਤਾਂ ਨੂੰ ਇਹ ਕਹਿੰਦਾ, ਆਪਣੇ ਸੋਲਜਰਸ ਨੂੰ ਕਹਿੰਦਾ ਅਬ ਤੁਮ ਜਾਓ, ਕਹਿੰਦਾ ਸਾਰੇ ਜਗਤ ਵਿੱਚ ਜਾਓ, ਕਹਿੰਦਾ ਦਿਜ ਜਿੱਥੇ ਤੁਹਾਨੂੰ ਪੰਡਤ ਮਿਲੇ, ਜਿੱਥੇ ਕੋਈ ਮੁਨੀ ਮਿਲੇ, ਜਿੱਥੇ ਰਿਸ਼ੀ ਮਿਲੇ, ਜਾਂ ਗਊਆਂ ਮਿਲਣ, ਗਾਂ ਮਿਲਣ, ਕਿਉਂਕਿ ਗਾਂ ਨੂੰ ਪਵਿੱਤਰ ਮੰਨਦੇ ਆ ਨਾ, ਸੋ ਕਹਿੰਦੇ ਜਿੱਥੇ ਗਾਂ ਮਿਲੇ ਸਾਰਿਆਂ ਨੂੰ ਮਾਰੋ, ਗਾਂ ਨਹੀਂ ਛੱਡਣੀ, ਕੋਈ ਮੁਨੀ ਨਹੀਂ ਛੱਡਣਾ, ਕੋਈ ਜਿਹੜਾ ਪੰਡਤ ਨਹੀਂ ਛੱਡਣਾ, ਬ੍ਰਾਹਮਣ ਨਹੀਂ ਛੱਡਣਾ ਦੁਨੀਆ ਤੇ। ਜਹ ਜਹ ਦੇਖੋ ਬਿਸਨ ਉਪਾਸਨਾ, ਜਿੱਥੇ ਵੀ ਵਿਸ਼ਨੂੰ ਦੀ ਕੋਈ ਉਪਾਸਨਾ ਹੁੰਦੀ ਹੋਵੇ, ਕੋਈ ਪੂਜਾ ਕਰਦਾ ਹੋਵੇ, ਕੋਈ ਡਿਵੋਟੀ ਹੋਵੇ ਵਿਸ਼ਨੂੰ ਦਾ, ਤਹ ਤਹ ਕੀ ਜੈ ਬੇਗ ਬਿਨਾਸਨ, ਕਹਿਣਗੇ ਬੇਗ ਬਿਨਾਸਨ, ਉਹ ਥਾਨੂੰ ਖਤਮ ਕਰ ਦੋ, ਮਾਰ ਦੋ ਸਾਰਿਆਂ ਨੂੰ, ਛੱਡਣਾ ਕੋਈ ਨਹੀਂ ਇੱਥੇ। ਅਸ ਸੁਨ ਆਇਸ ਤਬ ਹੈ ਭੁਲਾਵਾ, ਕਹਿਣਗੇ ਇਹ ਜਿਹੜੀ ਆਪਣੇ ਰਾਜੇ ਦੀ ਆਗਿਆ ਸੁਣ ਕੇ ਹਰਨਾਕਸ਼ ਦੀ, ਇਹ ਮੁਲਤਾਨ ਦਾ ਰਾਜਾ ਸੀਗਾ ਹਰਨਾਕਸ਼ ਜਿਹੜਾ ਹੈ, ਕਹਿੰਦੇ ਇਹਨੇ ਆਪਣੇ ਜਦੋਂ ਇਹਦੇ ਬੰਦਿਆਂ ਨੇ ਸੁਣੀ ਇਹਦੀ ਗੱਲ, ਇਹਦਾ ਹੁਕਮ ਸੁਣਿਆ, ਭਾਏ ਦੈਂਤ ਵੱਡੇ ਬਿਕਰਾਲਾ, ਇਹ ਵੱਡੇ ਵੱਡੇ ਦੈਂਤ ਜਿਹੜੇ ਬੜੇ ਜਿਹੜੇ ਹਨ ਬਹੁਤ ਜਿਹੜੇ ਹਨ ਭੈੜੇ ਲੁਕਿੰਗ ਵਾਲੇ, ਬਹੁਤ ਭੈੜੀਆਂ ਸ਼ਕਲਾਂ ਵਾਲੇ, ਡਰਾਉਣੀਆਂ ਸ਼ਕਲਾਂ ਵਾਲੇ, ਕਹਿੰਦੇ ਇਹ ਜਿਹੜੇ ਤੁਰ ਪਏ ਜੀ ਸਾਰੇ। ਕੇ ਨਾਮ ਕਹੋ ਸੁਨ ਸੋ, ਦੇਖੋ ਉਹਨਾਂ ਦੇ ਨਾਮ ਵੀ ਲਿਖੇ ਹੋਏ ਹਨ, ਕਿਹੜੇ ਕਿਹੜੇ ਦੈਂਤ ਸੀ ਵੱਡੇ ਵੱਡੇ ਜਿਹੜੇ ਪਾਵਰਫੁਲ ਦੈਂਤ ਸੀਗੇ। ਦਵੈਸਰ ਸੰਬਰ ਨਮਚੀ ਜੋ, ਦੇਖੋ ਇੱਕ ਦਾ ਨਾਂ ਸੀ ਦਵੈਸਰ, ਦੂਜਾ ਸੀ ਸੰਬਰ, ਤੇ ਤੀਜਾ ਸੀ ਨਮੂਚੀ, ਫਿਰ ਹੋਰ ਤੀਨ ਨੈਣ ਪੁਨ ਇਲਵਲ ਪਾਕਾ, ਦੇਖੋ ਤੀਨ ਨੈਣ, ਇਹ ਚੌਥਾ ਜਿਹੜਾ ਸੀਗਾ, ਪੁਨ ਇਲਵਲ, ਇਲਵਲ ਜਿਹੜਾ ਹੈ ਪੰਜਵਾਂ, ਤੇ ਪਾਕਾ ਪੰਜਵਾਂ, ਸਕੁਨ ਪਲੋਮਨ ਅਤਬਲ ਜਾਂਕਾ, ਫਿਰ ਅੱਗੇ ਜਿਹੜੇ ਸਕੁਨ ਵੀ ਆ ਗਿਆ, ਪਲੋਮਨ ਤੇ ਬਲ ਜਾਂਕਾ, ਸੋ ਇਹ ਸਾਰੀ ਦੈਂਤ ਉਹਨੇ ਇਕੱਠੇ ਕਰਕੇ ਭੇਜਤੇ ਜੀ ਸੌਲਜ। ਵਿਪਰ ਚਿਤ ਤੇ ਆਦ ਅਪਾਰਾ, ਤੇ ਵਿਪਰ ਚਿਤ ਇੱਕ ਹੋਰ ਰਹਿ ਗਿਆ ਸੀ ਜੀ, ਬਚਾਅ ਵੀ ਆ ਗਿਆ, ਵਿਪਰ ਚਿਤ ਵੀ ਆ ਗਿਆ ਜੀ ਦੈਂਤ। ਹਾਂਜੀ ਇੰਨੇ ਦੈਂਤਾਂ ਦੇ ਨਾਂ ਸਾਰੇ ਦੱਸ ਦਿੱਤੇ ਜੀ, ਹੋਰ ਵੀ ਬਹੁਤ ਸਾਰੇ ਹਨ। ਹਾਂਜੀ ਸੁਨ ਰਜਾਏ ਕੇ ਜਗਤ ਮਝਾਰਾ, ਹਾਂ ਸੁਣ ਰਜਾਏ, ਰਜਾ ਲੈ ਕੇ, ਆਗਿਆ ਲੈ ਕੇ ਆਪਣੇ ਰਾਜੇ ਦੀ ਚਲ ਗਏ ਜੀ ਜਗਤ ਵਿੱਚ, ਖਿੰਡ ਗਏ ਜੀ, ਚਾਰੇ ਪਾਸੇ ਅੱਠੇ ਪਾਸੇ ਸਾਰੇ ਚਲੇ ਗਏ। ਮੁਨਵਰ ਵਿਪਰ ਬ੍ਰਿੰਦ ਜਹ ਰਹੀ, ਜਿੱਥੇ ਵੀ ਕੋਈ ਮੁਨੀਵਰ ਰਹਿੰਦਾ ਸੀ, ਕੋਈ ਸ੍ਰਿਸ਼ਟ ਰਿਸ਼ੀ ਰਹਿੰਦਾ ਸੀ, ਮੁਨੀ ਰਹਿੰਦਾ ਸੀ, ਕੋਈ ਬ੍ਰਾਹਮਣ ਰਹਿੰਦਾ ਸੀ, ਉੱਥੇ ਉਹ ਥਾਵਾਂ ਤੇ ਜਾ ਕੇ ਕਰਹਿ ਉਪਦਰਵ ਮਿਲ ਕਰਤੇ ਹੀ, ਇਹਨੇ ਅਨਰਥ ਕਰ ਦਿੱਤਾ ਜੀ, ਉਹਨਾਂ ਨੂੰ ਮਾਰ ਦਿੱਤਾ, ਥਾਂ ਤੋੜ ਦਿੱਤੇ, ਸਭ ਕੁਝ ਕਰਤਾ ਜੀ। ਰਾਮ ਨਗਰ ਕੋ ਅਗਨ ਲਗਾਵੇ, ਫਿਰ ਉਹਨਾਂ ਦੇ ਪਿੰਡਾਂ ਨੂੰ ਅੱਗ ਲਾਤੀ, ਨਗਰਾਂ ਨੂੰ ਅੱਗ ਲਾਤੀ ਜੀ, ਸਾੜ ਦਿੱਤੇ। ਮਾਰਹਿ ਵਿਪਰ ਧੇਨ ਜਹ ਪਾਵੈ, ਦੇਖੋ ਜਿੱਥੇ ਵੀ ਕੋਈ ਬ੍ਰਾਹਮਣ ਮਿਲਦਾ ਜਾਂ ਕੋਈ ਗਾਂ ਮਿਲਦੀ ਸੀ ਨਾ, ਇਹ ਮਾਰ ਦਿੰਦੇ ਸਨ। ਇਹ ਮੇਰੇ ਖਿਆਲ ਦੁੱਧ ਨਹੀਂ ਪੀਂਦੇ ਸਨ ਦੈਂਤ। ਦੀਨੋ ਅਸ ਪ੍ਰਕਾਰ ਬਹੁਤ ਰਾਸਾ, ਦਿਨੋਂ ਇਸ ਪ੍ਰਕਾਰ, ਕਹਿੰਦਾ ਇਸ ਪ੍ਰਕਾਰ ਕਰਕੇ ਕਹਿੰਦੇ ਬਹੁਤ ਲੋਕਾਂ 'ਚ ਡਰ ਹੋ ਗਿਆ ਇਦਾਂ ਦਾ, ਕਿਉਂਕਿ ਜਿੱਥੇ ਜਾਂਦੇ ਸੀ ਖਾਤਮਾ ਕਰ ਦਿੰਦੇ ਸੀ। ਭਾਜੇ ਮੁਨ ਦੇ ਤਜੇ ਨਿਵਾਸਾ, ਦੇਖੋ ਜਿਹੜੇ ਮੁਨੀ ਜਨ ਸੀ ਜਾਂ ਜਿਹੜੇ ਪੰਡਤ ਬ੍ਰਾਹਮਣ ਸਨ, ਉਹ ਸਾਰੀ ਭੱਜ ਗਏ ਜੀ ਛੱਡ ਕੇ, ਉਹ ਦੂਰ ਦੂਰ ਚਲੇ ਗਏ, ਲੁਕ ਗਏ ਜਾ ਕੇ। ਮੰਦਰ ਢਾਹੇ ਮਿਲਾਵਹਿ ਧੂਰੀ, ਦੇਖੋ ਮੰਦਰ ਢਾ ਦਿੱਤੇ ਵਿਸ਼ਨੂੰ ਦੇ, ਸਾਰੇ ਜਿਹੜੇ ਹਨ ਉਹਨਾਂ ਨੇ ਮਿੱਟੀ ਵਿੱਚ ਮਿਲਾ ਦਿੱਤੇ। ਜਗੇ ਹੋਮ ਤਪ ਕੇ ਸਭ ਦੂਰੀ, ਦੇਖੋ ਜਗ ਕਰਨਾ, ਹੋਮ ਕਰਨਾ ਸਾਰਾ ਬੰਦ ਹੋ ਗਿਆ, ਤਪ ਕਰਨਾ ਬੰਦ ਕਰਾਤਾ ਜੀ ਇਹਨਾਂ ਨੇ, ਛੱਡਿਆ ਕੋਈ ਨਹੀਂ ਹੈਗਾ। ਵਿਆਕੁਲ ਭਈ ਪ੍ਰਜਾ ਤਬ ਭਾਰੀ, ਸਾਰੀ ਪ੍ਰਜਾ ਹਾਹਾਕਾਰ ਮਚ ਗਿਆ, ਸਾਰੇ ਡਰ ਗਏ ਜੀ ਕੀ ਹੋ ਗਿਆ ਹੁਣ। ਗਿਰੇ ਸੁਰਗ ਤੇ ਜੇ ਸੁਰ ਝਾਰੀ, ਕੀ ਹੋਇਆ, ਸਵਰਗ ਤੇ ਬੈਠੇ ਹੋਏ ਜਿਹੜੇ ਦੇਵਤੇ ਸਨ ਉਹ ਵੀ ਧਰਤੀ ਤੇ ਡਿੱਗਣ ਲੱਗ ਗਏ, ਸਵਰਗ ਵੀ ਉਹਨਾਂ ਦਾ ਹਿਲ ਗਿਆ ਜੀ, ਉੱਥੇ ਉਹਨਾਂ ਦੀ ਪੂਜਾ ਬੰਦ ਹੋ ਗਈ, ਉਹਨਾਂ ਨੂੰ ਕੋਈ ਪੂਜਦਾ ਨਹੀਂ, ਦੇਵਤਿਆਂ ਦੀ ਪੋਜੀਸ਼ਨ ਵੀ ਟੈਟਨ ਹੋ ਗਈ ਜੀ ਪੂਰੀ। ਅਪਰ ਬੇਖ ਤਰ ਛਿਤ ਮਹਿ ਰਹੀ, ਕਹਿਣ ਲੱਗੇ ਉਹ ਦੇਵਤੇ ਧਰਤੀ ਤੇ ਡਿੱਗ ਪਏ ਜੀ ਆ ਕੇ, ਤੇ ਧਰਤੀ ਤੇ ਹੋਰੇ ਰੂਪ ਬਣਾ ਕੇ ਆਪਣਾ ਜਿਹੜਾ ਹੈ ਤੁਰਨ ਫਿਰਦੇ ਰਹਿੰਦੇ ਸਨ, ਉਹ ਸਵਰਗ ਤੇ ਨਹੀਂ ਜਾ ਸਕਦੇ ਸਨ, ਕਿਉਂਕਿ ਸਵਰਗ ਤੇ ਵੀ ਉਹਨੇ ਅਟੈਕ ਕਰ ਦਿੱਤਾ ਜੀ ਹਰਨਾਕਸ਼ ਨੇ, ਇੰਨਾ ਪਾਵਰਫੁਲ ਸੀਗਾ। ਜਗ ਹੋਮ ਕੋ ਨਾਮ ਨਾ ਕਹੇ, ਕਿਉਂਕਿ ਜਗ ਵਿੱਚ ਹੋਮ ਨਹੀਂ ਹੋ ਰਿਹਾ, ਇਸ ਕਰਕੇ ਸਵਰਗਾਂ ਦੀ ਜੋ ਉਹਨਾਂ ਦੀ ਜਿਹੜੀ ਹੈ ਐਗਜ਼ਿਸਟੈਂਸ ਹੈ ਉਹ ਵੀ ਜਿਹੜੀ ਹੈ ਨਹੀਂ ਰਹੀ। ਦੋਹਰਾ ਹਿਰਨ ਕਸਪ ਮਮ ਪਿਤਾ ਤਬ ਗਇਓ ਕਰਨ ਤਪ ਹੇਤ, ਦੇਖੋ ਇਹਦਾ ਦੂਜਾ ਨਾਂ ਹੈ ਨਾ, ਇੱਕ ਤਾਂ ਆਪਾਂ ਕਹਿੰਦੇ ਹਾਂ ਹਰਨਾਕਸ਼, ਆਪਾਂ ਸਾਰੇ ਜਾਣਦੇ ਹਾਂ, ਜਿਹੜਾ ਸੰਸਕ੍ਰਿਤ ਵਿੱਚ ਇਹਨਾਂ ਦਾ ਨਾਂ ਆਉਂਦਾ ਹੈ ਇਹ ਹਿਰਨ ਕਸ਼ਪ ਆਉਂਦਾ ਹੈ, ਹਿਰਨ ਕਸ਼ਪ, ਹਿਰਨ ਗਰਭ ਤੇ ਹਿਰਨ ਕਸ਼ਪ, ਸੋ ਇਹ ਜਿਹੜਾ ਹਿਰਨ ਕਸ਼ਪ ਹੈ ਇਹ ਹਰਨਾਕਸ਼ ਹੈ। ਕਹਿੰਦੇ ਹੁਣ ਪ੍ਰਹਿਲਾਦ ਦੱਸਦਾ ਕਿ ਮੇਰਾ ਪਿਤਾ ਨੇ ਫਿਰ ਕੀ ਕੀਤਾ, ਉਹਨੇ ਜਾ ਕੇ ਤਪ ਕੀਤਾ, ਉਹਨੇ ਜਾ ਕੇ ਜਿਹੜਾ ਹਨ ਪਿਨਾਂਸ ਜਿਹੜੀ ਹੁੰਦੀ ਹੈ, ਜਾਂ ਉਹਨਾਂ ਨੇ ਜਿਹੜਾ ਵੱਡਾ ਘੋਰ ਤਪ, ਆਪਣੇ ਸਰੀਰ ਨੂੰ ਦੁੱਖ ਦੇਣਾ, ਇਹ ਜਿਹਾ ਤਪ ਉਹਨੇ ਜਾ ਕੇ ਸਾਧਨਾ ਕੀਤਾ। ਫਿਰ ਜੀਤੋਂ ਦਿਗ ਦਿਗ ਪਾਲ ਯੁਤ ਯਹ ਸੰਕਲਪ ਸਮੇਤ, ਦੇਖੋ ਉਹਨੇ ਇੰਨੀ ਭਗਤੀ ਕੀਤੀ, ਅਮਨੀ ਜਿਹੜੀ ਹੈ ਉਹਦਾ ਜਿਹੜੀ ਭਗਤੀ ਦਾ ਇੰਨਾ ਉਹਦਾ ਵਿਸ਼ਵਾਸ ਸੀ ਤਕੜਾ,
ਕਿ 10 ਦਿਸ਼ਾ ਦੇ ਦਿਗਪਾਲ ਹੁੰਦੇ ਨੇ। ਆਲ ਦ 10 ਡਾਇਰੈਕਸ਼ਨ ਦੇ ਨਾ ਇਹ ਜਿਹੜੇ ਹਨ ਦੇਵਤੇ ਹਨ, ਅੱਡ-ਅੱਡ ਦੇਵਤਾ, ਜਿਹੜਾ ਹਰ ਇੱਕ ਡਾਇਰੈਕਸ਼ਨ ਨੂੰ ਪ੍ਰੋਟੈਕਟ ਕਰਦਾ ਹੈ। ਜਿਵੇਂ ਕੁਬੇਰ ਨਾਰਥ ਨੂੰ ਕਰਦਾ ਹੈ, ਯਮ ਸਾਊਥ ਨੂੰ ਕਰਦਾ ਹੈ, ਇੰਦਰ ਈਸਟ ਨੂੰ ਕਰਦਾ ਹੈ, ਵਰਨ ਦੇਵਤਾ ਜਿਹੜਾ ਉਹ ਵੈਸਟ ਨੂੰ ਕਰਦਾ ਹੈ, ਫਿਰ ਈਸਾਨਾ ਹੈ ਨਾਰਥ ਈਸਟ ਦਾ ਦੇਵਤਾ ਹੈ, ਅਗਨੀ ਹੈ ਸਾਊਥ ਈਸਟ ਨੂੰ ਕਰਦਾ ਹੈ, ਤੋ ਵਾਯੂ ਜਿਹੜਾ ਨਾਰਥ ਈਸਟ ਹੈ, ਨਿਰਤੀ ਜਿਹੜਾ ਹੈ ਉਹ ਸਾਊਥ ਵੈਸਟ ਹੈ। ਸੋ ਇਹ ਉੱਤੇ ਤੇ ਥੱਲੇ ਵੀ ਜਿਹੜੇ ਹਨ ਦੋ ਜਿਹੜੇ ਹੋਰ ਹਨ, ਹਾਂਜੀ, ਜਿਵੇਂ ਇੰਦਰ ਹੋਇਆ ਤਾਂ ਜਿਹੜੇ ਹੋਰ ਜਿਹੜੇ ਹਨ ਜਿਹੜਾ ਹਨ ਅਨੰਤ, ਸੋ ਇਹ ਸਾਰੇ ਹੋਏ ਹਨ। ਹਾਂਜੀ, ਚੌਪਈ ਡਿੱਡ ਵਿਚਾਰੀਆਂ ਕਰ ਔਰ ਆਪੂ। ਸੋ ਆਪਸ ਵਿੱਚ ਇਹ ਡਿੱਡ ਵਿਚਾਰ ਉਹਨੇ ਕੀਤੇ ਕਿ ਮੈਂ ਜਿਹੜਾ ਹੈ ਭਗਤੀ ਕਰਨੀ ਆ। ਹੁਣ ਇਹਨੇ ਸਾਰੇ 10 ਦਿਗਵਿਜੇ ਜਿੱਤ ਲਏ ਜੀ। ਲੱਗਿਓ ਕਰਨ ਤਪਸ ਹੈ ਤੇ ਸੰਤਾਪੂ। ਹੁਣ ਦੇਖੋ ਇਹ ਲੱਗਿਓ ਤਪ ਕਰਨ ਲੱਗਿਆ ਜੀ। ਸਾਰੇ ਆਪਣੇ ਸੰਤਾਪ ਦੁੱਖ ਪਿੱਛੇ ਛੱਡ ਕੇ ਭਗਤੀ ਵਿੱਚ ਲੱਗ ਗਿਆ ਇਹ ਹਰਨਾਕਸ਼। ਮੰਦਰ ਗਿਰ ਦਰੋਣੀ ਪਰ ਠਾਂਡਾ। ਦੇਖੋ ਇਹਨੇ ਕੀ ਕੀਤਾ, ਇਹਨੇ ਤਪ ਆਪਣਾ ਕਿੱਥੇ ਕੀਤਾ, ਕਹਿੰਦੇ ਮੰਦਰਾਚਲ ਪਰਬਤ ਤੇ। ਮੰਦਰਾਚਲ ਪਰਬਤ ਤੇ ਖੜ ਕੇ ਉਹਦੀ ਪਿੱਕ ਤੇ ਖੜਾ, ਮੰਦਰਾਚਲ ਜਿਹੜਾ ਪਰਬਤ ਹੈ ਉਹਦੀ ਪਿੱਕ ਤੇ ਖੜਾ ਹੋ ਕੇ ਇਹਨੇ ਕੀ ਕੀਤਾ ਜੀ, ਮਹਾ ਉਗਰ ਤਪਸੋਂ ਹਿਤ ਬਾਡਾ। ਬਹੁਤ ਇਹਨੇ ਉਗਰ ਤਪ ਕੀਤਾ, ਬੜਾ ਮੋਸਟ ਡਿਫਿਕਲਟ ਤਪ ਇਹਨੇ ਉਸ ਉੱਥੇ ਖੜ ਕੇ ਕੀਤਾ। ਤੇ ਖੜ ਕੇ ਕਹਿੰਦਾ ਇੰਨਾ ਉਹਦੇ ਵਿੱਚ ਪਿਆਰ ਵਧਿਆ ਜਿਹੜਾ ਹੈ, ਜਿਉਂ-ਜਿਉਂ ਤਪ ਕਰਦਾ ਗਿਆ ਤਿਉਂ-ਤਿਉਂ ਇਹ ਦ੍ਰਿੜਤਾ ਨੂੰ ਪਾਉਂਦਾ ਗਿਆ। ਪੂਰਦ ਬਾਹੋ ਜਟਾ ਸੰਭਾਨਾ। ਦੇਖੋ ਜਿਹੜਾ ਹਨ ਇਹਨੇ ਜਦੋਂ ਤਪ ਕੀਤਾ ਆਪਣੀਆਂ ਦੋਨੇ ਬਾਹਾਂ ਉੱਤੇ ਕੀਤੀਆਂ, ਖੜੀਆਂ ਕਰਕੇ ਬਾਹਾਂ ਜਟਾ ਸੰਭਾਨਾ। ਕਹਿੰਦੇ ਸੂਰਜ ਵਰਗੀਆਂ ਇਹਦੀਆਂ ਜਟਾਵਾਂ ਹੋ ਗਈਆਂ, ਕਿਉਂਕਿ ਕੇਸ ਤਾਂ ਵਾਉਣੇ ਨਹੀਂ ਹੁਣ, ਜਿਵੇਂ ਛੱਡੇ ਸੀ ਉਹਦੀਆਂ ਜੜਾਵਾਂ ਬਣ ਗਈਆਂ ਤੇ ਜੜਾਵਾਂ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਸਨ ਤੇ ਉਹਨਾਂ ਵਿੱਚੋਂ ਚਾਨਣ ਆਉਂਦਾ ਸੀ। ਛਿਤ ਪਰ ਪਗ ਅੰਗੁਸ਼ਟ ਟਿਕਾਣਾ। ਦੇਖੋ ਖੜਾ ਕਿਵੇਂ ਹੋਇਆ ਜੀ, ਆਪਣੇ ਕਹਿੰਦੇ ਕਿ ਛਿਤ ਪਰ ਪਗ ਅੰਗੁਸ਼ਟ ਟਿਕਾਣਾ, ਪੈਰ ਦਾ ਅੰਗੂਠਾ ਔਨ ਦ ਟੋ ਖੜਾ ਸੀ। ਇਹ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਟੋ ਦੇ ਭਾਰ ਤੇ ਆਪਣਾ ਸਰੀਰ ਇਹਨੇ ਸਹਾਰਨਾ ਕੀਤਾ, ਉੱਤੇ ਬਾਹਾਂ ਕੀਤੀਆਂ, ਥੱਲੇ ਅੰਗੂਠੇ ਤੇ ਖੜਾ ਸੀਗਾ। ਆਪਣੇ ਜਿਹੜਾ ਫਿੱਟ ਦੇ ਟੋ ਨਾਲ ਉੱਤੇ ਖੜਾ ਜੀ, ਸਾਰਾ ਆਪਣਾ ਸਰੀਰ ਦਾ ਭਾਰ ਗੁੱਠੇ ਤੇ ਪਾਇਆ ਹੋਇਆ ਸੀ। ਤੇ ਅਲੰਬ ਠਾਡੋ ਕਿਤ ਕਾਲਾ। ਤੇ ਇਹ ਅਲੰਬ ਕਹਿਣ ਲੱਗੇ ਉਹੀ ਦੇਖੋ ਟੋ ਦੇ ਭਾਰ ਤੇ ਇਹ ਖੜਾ ਰਿਹਾ ਜੀ ਬਹੁਤ ਲੰਮੇ ਸਮੇਂ ਤੱਕ। ਕੀਲ ਕਠਨ ਤਪ ਜਬ ਹੈ ਵਿਸਾਲਾ। ਕਹਿਣਗੇ ਬਹੁਤ ਕਠਨ ਤਪ ਇਹਨੇ ਕੀਤਾ, ਬਹੁਤ ਮੁਸ਼ਕਲ ਵਾਲਾ ਜਿਹੜਾ ਨਹੀਂ ਹੋ ਸਕਦਾ, ਦ ਮੋਸਟ ਜਿਹੜਾ ਹਨ ਡਿਫਿਕਲਟ ਤਪ ਇਹਨੇ ਕੀਤਾ। ਜਟ ਤੇ ਅਗਨ ਧੂਮ ਪ੍ਰਕਾਸ਼ਾ। ਦੇਖੋ ਸਮੇਂ ਸਿਰ ਆਉਂਦਿਆਂ ਜਟਾਵਾਂ ਵਿੱਚੋਂ ਪ੍ਰਕਾਸ਼ ਹੋਣ ਲੱਗ ਗਿਆ, ਇਹਦੇ ਇੰਨੀ ਸ਼ਕਤੀ ਇਹਦੇ ਵਿੱਚ ਆਈ। ਪਸਰ ਪਰਿਓ ਸੋ ਚੌਹਦਿਸ ਪਾਸਾ। ਕਹਿਣਗੇ ਜਟਾਵਾਂ ਵਿੱਚੋਂ ਚਾਨਣ ਆਉਂਦਾ ਸੀ ਜਿਹੜਾ ਚਾਰੇ ਪਾਸੇ ਫੈਲ ਰਿਹਾ ਸੀ। ਅਦ ਉਰਦ ਸਭ ਜਗਤ ਮਝਾਰੀ। ਹੇਠਾਂ ਤੇ ਉੱਤੇ ਜਗਤ ਵਿੱਚ, ਸਵਰਗਾਂ ਵਿੱਚ, ਧਰਤੀ ਤੇ ਪਤਾਲ ਦੇ ਵਿੱਚ, ਤੇ ਵਿਆਕੁਲ ਸੁਰ ਨਰ ਝਾਰੀ। ਦੇਵਤੇ ਕੀ ਮਨੁੱਖ ਕੀ ਸਾਰੇ ਜਿਹੜੇ ਡਰ ਗਏ ਜੀ। ਇੰਨਾ ਇਹਨੇ ਤਪ ਕੀਤਾ ਸਾਰੀ ਧਰਤੀ ਹਿੱਲਣ ਲੱਗੀ ਜੀ। ਸ਼ੁਭਤ ਸਿੰਧ ਤਾਰਾਗਣ ਗਰਹੀ। ਦੇਖੋ ਕਹਿੰਦੇ ਸ਼ੁਭਤ ਸਿੰਧ ਤੂਫਾਨ ਆਉਣ ਲੱਗ ਪਏ ਜੀ। ਜਦੋਂ ਸਮੁੰਦਰਾਂ ਵਿੱਚ ਤੂਫਾਨ ਆਉਣੇ ਸ਼ੁਰੂ ਹੋ ਗਏ, ਤਾਰਾਗਣ ਗਿਰਹੀ, ਤਾਰੇ ਜਿਹੜੇ ਹਨ ਡਿੱਗਣ ਲੱਗੇ ਧਰਤੀ ਦੇ ਉੱਤੇ। ਐਡਾ ਇਹਨੇ ਉਗਰ ਤਪ ਕੀਤਾ। ਤਹਿ ਦਿਸ ਪਰਲੈ ਜਵਾਲ ਜਾਨ ਜਰਹੀ। ਦੇਖੋ ਪਰਲੋ ਦੀ ਅਗਨੀ ਜੋ ਡੂਮਸਡੇ ਦੀ ਫਾਇਰ ਹੈ, ਅਗਨੀ ਹੈ, ਉਹ ਚਾਰੇ ਪਾਸੇ ਬਲ ਰਹੀ ਹੈ ਜੀ ਸੰਸਾਰ ਵਿੱਚ। ਦੀਪ ਸਹਿਤ ਛਿਤ ਸਰਬ ਵਿਸਾਲਾ। ਕਹਿਣਗੇ ਜਿਹੜੇ ਦੀਪ ਸਹਿਤ ਜਿਹੜੇ ਚੰਦਰਮਾ ਹਨ, ਸੂਰਜ ਹਨ, ਇਹ ਸਾਰੇ ਜਿਹੜੇ ਵੱਡੇ ਵੱਡੇ ਪਲੈਨਟਸ ਹਨ ਆਲੇ ਦੁਆਲੇ। ਸੈਲ ਸੰਪੂਰਨ ਭਾ ਭੂਚਾਲਾ। ਕਹਿਣਗੇ ਪਹਾੜੀਆਂ ਸਾਰੀਆਂ ਹੀ ਜਿਹੜੀਆਂ ਭੂਚਾਲ ਵਿੱਚ ਆ ਗਈਆਂ, ਉਹ ਜਿਹੜੇ ਸੂਰਜ ਵੀ ਹਿਲ ਗਏ, ਚੰਦਰਮਾ ਹਿਲ ਗਿਆ, ਸਭ ਕੁ ਧਰਤੀ ਜਿਹੜੀ ਹੈ ਯੂਨੀਵਰਸ ਸਾਰੀ ਉਹ ਹਿਲ ਗਈ ਜੀ, ਗੈਲੈਕਸੀ। ਵੱਡੋ ਤਰਾਸ ਧਰ ਉਰ ਸੁਰ ਸਾਰੇ। ਕਹਿੰਦੇ ਜਿਹੜੇ ਦੇਵਤੇ ਹਨ ਇਹ ਡਰ ਗਏ ਜੀ ਉਹਦਾ ਤਪ ਦੇਖ ਕੇ, ਬਿਕੋਜ਼ ਉਹਦਾ ਤਪ ਇੰਨਾ ਇੰਟੈਂਸ ਸੀਗਾ ਕਿ ਉਹ ਸਾਰੀ ਦੁਨੀਆ ਨੂੰ ਆਪਣੇ ਕਬਜ਼ੇ ਵਿੱਚ ਉਹਨੇ ਕਰ ਲਿਆ। ਜਿਸ ਤਰ੍ਹਾਂ ਉਹ ਫੀਲ ਕਰਦਾ ਸੀ ਦੁਨੀਆ ਤੇ ਉਵੇਂ ਹੋ ਰਿਹਾ ਸੀਗਾ, ਉਹਦਾ ਰਿਫਲੈਕਸ਼ਨ ਹੋ ਰਿਹਾ ਸੀਗਾ ਜੋ ਦੁਨੀਆ ਤੇ ਹੋ ਰਿਹਾ ਸੀਗਾ। ਸੋ ਇਸ ਕਰਕੇ ਕਹਿੰਦੇ ਦੇਵਤੇ ਡਰ ਗਏ ਵੀ ਹੁਣ ਤਾਂ ਦੁਨੀਆ ਖਤਮ ਹੋ ਜਾਣੀ ਹੈ। ਕਮਲਾਸਨ ਕੇ ਪਾਸ ਪਧਾਰੇ। ਉਹ ਬਰਮਾ ਕੋਲ ਗਏ ਜਾ ਕੇ ਇਕੱਠੇ ਹੋ ਕੇ ਸਾਰੇ। ਬੰਧਨ ਕਰ ਲੈ ਜ ਬਿਨਾ ਸੁਨਾਈ। ਉਹਨਾਂ ਨੇ ਬੰਧਨ ਕਰਕੇ ਬਰਮਾ ਨੂੰ ਆਪਣੀ ਜਿਹੜੀ ਹਨ ਦੁੱਖ ਸੁਣਾਇਆ ਦੇਵਤਿਆਂ ਨੇ। ਕਸਨ ਚੰਤ ਤੁਮ ਲੋਕਨ ਰਾਈ। ਕਹਿਣ ਲੱਗੇ ਹੇ ਲੋਕਨ ਰਾਈ ਬਰਮਾ ਤੂੰ ਬਿਨਾ ਫਿਕਰ ਤੋਂ ਬੈਠਾ ਹੈ, ਧਰਤੀ ਸਾਰੀ ਹਿੱਲੀ ਪਈ ਆ, ਥਾਂ ਥਾਂ ਤੇ ਅੱਗ ਲੱਗੀ ਪਈ ਆ, ਭੁਚਾਲ ਆਏ ਪਏ ਹਨ। ਹਿਰਨ ਕਸ਼ਪ ਤਪ ਕਰਤ ਕਠੋਰਾ। ਕਹਿਣਗੇ ਹਿਰਨ ਕਸ਼ਪ ਤਪ ਕਰ ਰਿਹਾ ਬਹੁਤ ਕਠੋਰ। ਜਗ ਮਹਿ ਭੈ ਪਸਰਿਓ ਚਾਹੋ ਔਰਾ। ਸਾਰੇ ਪਾਸੇ ਭੈ ਹੋਇਆ ਪਿਆ, ਇਹ ਸਾਰੇ ਡਰੇ ਪਏ ਹਨ ਲੋਕ ਸਾਰੇ। ਇੱਕ ਛਨ ਧੀਰ ਨਾ ਰਹਿਤ ਹਮਾਰੀ। ਕਹਿਣਗੇ ਜਗਤ ਵਿੱਚ ਹੁਣ ਜਿਹੜੀ ਹੈ ਇੱਕ ਛਿਨ ਵੀ ਧੀਰਜ ਨਹੀਂ ਕੋਈ ਰੱਖ ਸਕਦਾ,
ਕਿ ਕੋਈ ਵੀ ਸਬਰ ਨਹੀਂ ਰੱਖ ਸਕਦਾ, ਪਤਾ ਨਹੀਂ ਕੀ ਹੋ ਜਾਣਾ ਦੁਨੀਆ ਨੂੰ ਹੁਣ। ਤੇ ਉਪਸ਼ਮ ਕੋ ਕਰੋ ਕਹਿਣ ਵਿਚਾਰੀ। ਲੱਗੇ ਇਹਦੀ ਨਿਵਰਤੀ ਵਾਸਤੇ ਕੋਈ ਉਪਾਅ ਕਰੋ, ਕੋਈ ਤਰੀਕਾ ਕਹੋ ਜਿਹਦੇ ਕਰਕੇ ਧਰਤੀ ਨੂੰ ਬਚਾਇਆ ਜਾਵੇ। ਲੋਕ ਤੁਮਾਰ ਨਾ ਨਸ ਹੈ ਜਾਵਦ। ਇਸ ਕਰਕੇ ਬ੍ਰਹਮਾ ਇਹ ਤੇਰਾ ਹੀ ਬਣਾਇਆ ਹੋਇਆ ਹੈ, ਇਹ ਤੇਰੀ ਧਰਤੀ ਬਣਾਈ ਹੋਈ ਹੈ ਤੇ ਕਿਤੇ ਨਾਸ ਨਾ ਹੋ ਜਾਵੇ, ਡਿਸਟਰੋਏ ਨਾ ਹੋ ਜਾਵੇ ਕੰਪਲੀਟਲੀ। ਆਪ ਉਪਾਏ ਕਰੋ ਕੋ ਤਾਵਦ। ਆਪ ਉਪਾਏ, ਤੁਸੀਂ ਉਪਾਅ ਕਰੋ ਇਹਨੂੰ ਜਿਹੜਾ ਹਨ, ਜਦੋਂ ਤੱਕ ਤੂੰ ਨਹੀਂ ਉਪਾਅ ਕਰੇਗਾ ਇਹ ਧਰਤੀ ਨੇ ਬਚਣਾ ਕੋਈ ਨਹੀਂ ਹੈਗਾ। ਹਮ ਸੁਧ ਸੁਣੀ ਕਾਨ ਜਗ ਮਾਹੂ। ਅਸੀਂ ਕੰਨ ਵਿੱਚ ਇਹ ਗੱਲ ਸੁਣੀ ਹੈ, ਦੇਵਤੇ ਕਹਿੰਦੇ ਸਾਰੇ ਨੇਨ ਬ੍ਰਹਮਪੁਰ ਕੀ ਤਹ ਚਾਹੂ। ਉਹ ਜਿਹੜਾ ਤਪ ਕਰ ਰਿਹਾ ਹੈ ਨਾ ਹਰਨਾਕਸ਼, ਉਹ ਤੇਰੀ ਬ੍ਰਹਮਪੁਰੀ ਨੂੰ ਲੈਣਾ ਚਾਹੁੰਦਾ ਹੈ। ਤੈਨੂੰ ਵੀ ਥ੍ਰੈਟਨ ਆ, ਉਹਨਾਂ ਨੇ ਜਾਣ ਕੇ ਕਹਿਤਾ ਵੀ ਭਾਈ ਸਾਨੂੰ ਤਾਂ ਛੱਡਿਆ ਨਹੀਂ ਸਾਡਾ ਸਵਰਗ, ਉਹਨੇ ਬ੍ਰਹਮਪੁਰੀ ਤੱਕ ਵੀ ਆ ਜਾਣ, ਤੈਨੂੰ ਵੀ ਕੱਢ ਕੇ ਬਾਹਰ ਮਾਰਨਾ ਹੀ। ਉਹ ਜਿਹੜਾ ਹੈ ਬ੍ਰਹਮਾ ਨੂੰ ਕਹਿੰਦੇ ਪਾਪ ਪੁੰਨ ਕੋ ਭੇਦ ਮਿਟਾਊ। ਹਾਂ, ਕਹਿਣ ਲੱਗੇ ਦੇਖੋ ਜੇ ਤੇਰੀ ਪੂਰੀ ਤੱਕ ਉਹ ਆ ਗਿਆ ਨਾ ਹਰਨਾਕਸ਼, ਪਾਪ ਤੇ ਪੁੰਨ ਵਿੱਚ ਫਰਕ ਮੁੱਕ ਜਾਣਾ। Nobody will know the difference of ਪਾਪ ਤੇ ਪੁੰਨ। ਅਪਰ ਰੀਤ ਜਗ ਬੀਚ ਚਲਾਊ। ਕਹਿਣ ਲੱਗੇ ਫਿਰ ਅਪਰ ਪ੍ਰਕਾਰ ਹੋਰ ਹੀ ਕੋਈ ਰੀਤ ਚੱਲੇਗੀ ਦੁਨੀਆ ਵਿੱਚ ਜਿਹੜੀ ਦੈਂਤਾਂ ਵਾਲੀ ਹੋਵੇਗੀ, ਮਾੜੀ ਰੀਤ ਹੋਵੇਗੀ। ਅਸ ਪ੍ਰਕਾਰ ਜੋ ਹੋਏ ਕਦਾਪੀ। ਕਹਿਣ ਲੱਗੇ ਇਸ ਪ੍ਰਕਾਰ ਜਦੋਂ ਕਿਦੋਂ ਵੀ ਐਸਾ ਹੋਵੇਗਾ ਸੰਸਾਰ ਵਿੱਚ, ਮਿਟੇ ਵੇਦ ਬਿਦ ਪੁੰਨ ਰੋ ਪਾਪੀ। ਦੇਖੋ ਵੇਦ ਮਿਟ ਜਾਣਗੇ, 4 ਵੇਦ ਜਿਹੜੇ ਤੂੰ ਲਿਖੇ ਸੀ, ਗਿਆਨ ਸੰਸਾਰ ਦਾ ਮਿਟ ਜਾਏਗਾ। there will be no more knowledge in this world। ਸਾਰਾ ਮਿਟ ਜਾਣਾ, ਇਗਨੋਰੈਂਟ ਹੋ ਜਾਣਾ ਸਾਰਿਆਂ ਨੇ, ਤੇ ਜਿਹੜਾ ਪੁੰਨੀ ਤੇ ਪਾਪੀ ਇੱਕੇ ਬਣ ਜਾਣੇ ਹਨ, 2 ਨਹੀਂ ਹੋਣੇ, ਇੱਕੇ ਹੋਗਾ, ਸਾਰੇ ਪਾਪੀ ਉਹ ਹੋਣਗੇ। ਅਬ ਜਸ ਉਚਿਤ ਆਪ ਤਸ ਕਰੀਏ। ਇਸ ਕਰਕੇ ਕਹਿਣ ਲੱਗੇ ਅਬ ਜਸ, ਕਹਿਣ ਲੱਗੇ ਹੁਣ ਤੁਸੀਂ ਦੱਸੋ, ਬ੍ਰਹਮਾ ਨੂੰ ਕਹਿੰਦੇ ਜਿਵੇਂ ਤੂੰ ਚਾਹੁੰਦਾ ਹੈ ਉਚਿਤ ਆਪ ਤਸ ਕਰੀਏ, ਜਿਵੇਂ ਤੂੰ ਚਾਹੁੰਦਾ ਹੋ ਉਵੇਂ ਕਰ। We leave it to your good hands, Burma, you do whatever is appropriate। ਹੁਣ ਤੁਸੀਂ ਕਰੋ। ਨਾਥ ਜਗ ਸੰਕਟ ਪਰ ਹਰੀਏ। ਪਰ ਸਾਡੀ ਬੇਨਤੀ ਹੈ, ਦੇਵਤੇ ਕਹਿੰਦੇ ਨਾਥ ਜੀ, ਸਵਾਮੀ ਜੀ, ਇਹ ਸਾਡਾ ਦੁੱਖ ਦੂਰ ਕਰ ਦਿਓ, ਸੰਸਾਰ ਨੂੰ ਬਚਾ ਲਓ। ਗੋ ਦਵਿਜ ਧੇਨ ਜੇ ਸੰਤ ਮਹਾਨਾ। ਜਿਹਦੇ ਕਰਕੇ ਗੋ ਜਿਹੜੀ ਧਰਤੀ ਹੈ, ਦਵਿਜ ਜਿਹੜੇ ਪੰਡਤ ਬ੍ਰਾਹਮਣ ਹਨ, ਜਿਹੜੀਆਂ ਗਾਵਾਂ ਹਨ, ਜਿਹੜੇ ਸੰਤ ਹਨ ਮਹਾਨ, ਉਹਨਾਂ ਨੂੰ ਬਚਾ ਲਓ ਤੁਸੀਂ। ਕਰਨਹਾਰ ਸਭ ਕੇ ਕਲਿਆਣਾ। ਕਹਿਣ ਲੱਗੇ ਕਰਨਹਾਰ ਹੋ ਤੁਸੀਂ, ਸਾਰਿਆਂ ਦੀ ਕਲਿਆਣ ਕਰੋ, ਸਾਰਿਆਂ ਦੀ ਮੁਕਤੀ ਕਰੋ, ਸਾਰਿਆਂ ਨੂੰ ਬਚਾਓ। ਸਗਰੇ ਕਰਮ ਧਰਮ ਕੇ ਸੇਤੂ। ਇਸ ਕਰਕੇ ਤੁਸੀਂ ਹੋ ਪੁੱਲ, ਯੂ ਆਰ ਦ ਬ੍ਰਿਜ ਜਿਹੜਾ ਹੈ ਬਿਟਵੀਨ ਕਰਮ ਐਂਡ ਧਰਮ। ਯੂ ਆਰ ਦ ਬ੍ਰਿਜ। ਸੋ ਤੁਸੀਂ ਉਹ ਬ੍ਰਿਜ ਹੋ, ਜੇ ਤੁਸੀਂ ਨਾ ਰਹੇ, ਨਾ ਕਰਮ ਰਹਿਣਾ ਨਾ ਧਰਮ ਰਹਿਣਾ ਦੁਨੀਆ ਤੇ। ਤੁਮ ਭੂਤਨ ਕੇ ਕਰਤਾ ਹੇਤੂ। ਹਾਂ, ਕਹਿਣਗੇ ਜਿਹੜੇ ਹਨ ਤੁਮ ਭੂਤਨ ਕੇ ਕਰਤਾ ਹੇਤੂ, ਤੁਸੀਂ ਜੀਵਾਂ ਦੇ ਜਿਹੜੇ ਹਨ ਸੁਖੀ ਕਰਨ ਵਾਲੇ ਹੋ, ਤੁਸੀਂ ਸਭ ਸੁਖ ਦੇਣ, ਸਭ ਪਦਾਰਥ ਤੁਸੀਂ ਦੇਣ ਵਾਲੇ ਹੋ। ਸੁਨ ਬਿਰੰਚ ਅਮਰਨ ਕੀ ਬਾਣੀ। ਜਦੋਂ ਇਹ ਗੱਲ ਬ੍ਰਹਮਾ ਨੇ ਸੁਣੀ ਆਪਣੇ ਕੰਨਾਂ ਵਿੱਚ, ਉਹ ਜਿਹੜੇ ਦੇਵਤਿਆਂ ਤੋਂ ਨਿਜ ਹਿਤ ਕੀ ਲਖ ਕਰ ਸਨਮਾਨੀ। ਉਹਨੇ ਦੇਖਿਆ ਵੀ ਇਹ ਗੱਲ ਤਾਂ ਮੇਰੇ ਵੀ ਭਲੇ ਦੀ ਹੈ, ਇਸ ਕਰਕੇ ਜੇ ਇਹਨਾਂ ਨੂੰ ਕੁਝ ਹੋ ਗਿਆ ਦੇਵਤਿਆਂ ਤਾਂ ਮੈਂ ਵੀ ਨਹੀਂ ਬਚਦਾ, ਤੋ ਮੇਰੇ ਭਲੇ ਦੀ ਵੀ ਗੱਲ ਇਹੀ ਹੈ। ਗਮਨਿਓ ਦੈਤ ਰਾਜਾ ਕੇ ਪਾਸਾ। ਸੋ ਉਹਨੇ ਕੀ ਕੀਤਾ, ਬ੍ਰਹਮਾ ਜਿਹੜਾ ਆਪਣੇ ਬ੍ਰਹਮ ਲੋਕ ਤੋਂ ਆ ਗਿਆ ਜੀ ਧਰਤੀ ਤੇ ਆਇਆ ਕਿੱਥੇ, ਜਿੱਥੇ ਹਰਨਾਕਸ਼ ਤਪ ਕਰ ਰਿਹਾ ਸੀਗਾ, ਉਹਦੇ ਕੋਲ ਪਹੁੰਚ ਗਿਆ ਜੀ ਜਾ ਕੇ। ਕਰਤ ਕਠਨ ਥੋ ਤਪ ਜਹ ਆਸਾ। ਜਿੱਥੇ ਉਹ ਆਸਾ ਲੈ ਕੇ ਹਰਨਾਕਸ਼ ਬਹੁਤ ਘੋਰ ਤਪ ਕਰ ਰਿਹਾ ਸੀ। ਸੋ ਤਹ ਠਾਨ ਹੈ ਦੇਖ ਦਿਖਾਈ। ਕਹਿਣ ਲੱਗੇ ਸੋ ਤਹ ਠਾਂ, ਕਹਿਣ ਲੱਗੇ ਉਹ ਥਾਂ ਜਿੱਥੇ ਉਹ ਖੜਾ ਸੀ ਨਾ ਹਰਨਾਕਸ਼, ਉਹ ਹੁਣ ਦਿਖਾਈ ਨਹੀਂ ਦਿੰਦਾ, ਉਹ ਜਿਹੜਾ ਹੈ ਕੈਮੋਫਲੈਸ਼ ਹੋ ਗਿਆ ਜੀ। ਕਿਵੇਂ ਹੋ ਗਿਆ ਜੀ? ਤ੍ਰਿਣ ਤਰ ਲਤਾ ਦੇਹ ਸਭ ਛਾਈ। ਕਹਿਣ ਲੱਗੇ ਜਿਹੜਾ ਹਨ ਉਹ ਥਾਂ ਜਿਹੜਾ ਤਰਨ ਹੁੰਦਾ ਘਾਹ, ਦੂਜਾ ਤਰ ਮੀਨਸ ਬ੍ਰਿਚ, ਜਿਹੜੇ ਟਰੀਜ਼ ਹਨ, ਤੇ ਅੱਗੇ ਜਿਹੜੀਆਂ ਵੇਲਾਂ ਹੁੰਦੀਆਂ ਨੇ। ਸੋ ਜਿਹੜਾ ਕਿਰਪਲ ਕਹਿੰਦੇ ਹੁੰਦੇ ਵੇਲਾਂ ਨੂੰ, ਹਾਂ ਵਾਈਨ, ਓਕੇ ਚਲੋ। ਸੋ ਜਿਹੜੀਆਂ ਹਨ ਵੇਲਾਂ ਹਨ ਜਿਹੜੀਆਂ, ਉਹ ਸਾਰੀਆਂ ਦੇਹ ਸਭ ਛਾਈ, ਉਹਦੀ ਸਾਰਾ ਸਰੀਰ ਢੱਕ ਲਿਆ ਜੀ। the whole body was covered। ਸੋ ਉਹ ਜਿਹੜਾ ਹੈ ਦੇਖੋ ਕਿੰਨੇ ਲੰਮੇ ਸਮੇਂ ਤੱਕ ਖੜਾ, he was standing there for a very long time। ਇਹਦੇ ਕਰਕੇ ਉਹਦਾ ਸਾਰਾ ਸਰੀਰ ਢੱਕਿਆ ਗਿਆ। ਉਹਦੇ ਬਾਹਾਂ ਦੇ ਵਿੱਚੋਂ ਦਰਖਤ ਉੱਗ ਗਏ ਜੀ, ਵੇਲਾਂ ਉੱਗ ਗਈਆਂ, ਉਹ ਜਿਵੇਂ ਕੋਈ ਲੱਕੜ ਦੇ ਵਿੱਚੋਂ ਨਹੀਂ ਨਿਕਲ ਜਾਂਦੇ ਬਹੁਤ ਸਾਰੇ ਹੋਰ ਦਰਖਤ ਪਲਾਂਟਸ, ਉਹਦੇ ਸਾਰਾ ਦੇਹ ਜਿਹੜਾ ਸੀ ਨਾ ਲੁਕ ਗਿਆ ਜੀ। ਭੇਦ ਸਰੀਰ ਕੁਸਾ ਕੋ ਬਿਉਹਾ। ਕਹਿਣਗੇ ਭੇਦ ਸਰੀਰ ਕੁਸ਼ਾ ਕੋ ਬਿਆਹੂ। ਕਹਿਣਗੇ ਦੱਬ ਜਿਹੜੀ ਹੁੰਦੀ ਨਾ ਮਿੱਟੀ, ਜਿਹੜੀ ਕਿ ਆਪਣੇ ਵਾਈਟ ਐਂਡਸ ਹੁੰਦੀਆਂ ਹਨ ਜਾਂ ਐਂਡਸ ਹੁੰਦੀਆਂ ਧਰਤੀ ਤੇ, ਉਹ ਮਿੱਟੀ ਕੱਢਦੀਆਂ ਰਹਿੰਦੀਆਂ ਨੇ, ਹੌਲੀ ਕੱਢਦੀਆਂ, ਉਹਨਾਂ ਦੇ ਢੇਰ ਲੱਗ ਜਾਂਦੇ ਨੇ ਮਿੱਟੀਆਂ ਦੇ। ਕਹਿੰਦੇ ਕਿ ਉਹ ਮਿੱਟੀ ਦੇ ਢੇਰ ਵੀ ਉਹਦੇ ਆਲੇ ਦੁਆਲੇ ਲੱਗ ਗਏ ਜੀ ਸਾਰੇ, ਉਹਦੇ ਲੱਤਾਂ ਤੇ ਉਹ ਮਿੱਟੀ ਦੇ ਢੇਰ ਚੜ ਗਏ। ਬ੍ਰਿਛ ਕੇ ਕਰੇ ਸਮੂਹਾ। ਕਹਿਣ ਲੱਗੇ ਬਾਂਸ ਜਿਹੜੇ ਬੈਂਬੂ ਹਨ,
ਕਹਿੰਦੇ ਜਿਹੜਾ ਹਨ ਉਹ ਜਿਹੜੇ ਹਨ ਬੈਂਬੂ ਹੋਏ ਜਾਂ ਹੋਰ ਪਹਾੜੀ ਵਾਲੇ ਬ੍ਰਿਛ, ਉਹਨਾਂ ਨੇ ਸਾਰਾ ਇਸ ਸਰੀਰ ਦੇ ਆਲੇ ਦੁਆਲੇ ਉਹ ਉੱਗ ਗਏ ਹਨ। ਉਹ ਸਰੀਰ ਹੁਣ ਦਿਸਦਾ ਹੀ ਨਹੀਂ ਹੈਗਾ, ਉਹ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਖੜਾ ਹੈ। ਬੰਬੀ ਜਿਹੇ ਕੇ ਤਨ ਚੋਂ ਓਰੇ, ਕਹਿਣ ਲੱਗੇ ਉਹਨਾਂ ਨੂੰ ਸਿਉਂਕ ਲੱਗੀ ਹੋਈ ਹੈ ਸਾਰੇ ਪਾਸੇ, ਕੀੜੀਆਂ ਹੀ ਕੀੜੀਆਂ ਚੱਲ ਰਹੀਆਂ ਹਨ ਜਿਹੜੀਆਂ ਕਿ ਹਰਨਾਕਸ਼ ਦੇ ਸਰੀਰ ਨੂੰ ਵੀ ਖਾ ਰਹੀਆਂ ਨੇ, ਉਹ ਲੱਕੜਾਂ ਨੂੰ ਖਾ ਰਹੀਆਂ ਨੇ, ਮਿੱਟੀ ਵਿੱਚ ਪਈਆਂ ਹੋਈਆਂ ਨੇ, ਚਾਰੇ ਪਾਸੇ ਹਨ। ਆਸਥ ਮਾਤਰ ਰਹਿ ਗਏ ਤਹ ਜੋਰੇ। ਦੇਖੋ ਜਿਹੜਾ ਹਰਨਾਕਸ਼ ਹੈ ਉਹਦਾ ਸਿਰਫ ਸਕੈਲੀਟਨ ਰਹਿ ਗਿਆ ਸੀ। ਕਹਿੰਦਾ ਇੰਨਾ ਉਹਨੇ ਭਗਤੀ ਕੀਤੀ, ਉਹਦਾ ਸਿਰਫ ਜਿਹੜਾ ਸਕੈਲੀਟਨ ਰਹਿ ਗਿਆ ਤੇ ਉੱਥੇ ਜਿਹੜੇ ਜੋੜ ਹਨ ਸਰੀਰ ਦੇ ਉਹ ਰਹਿ ਗਏ, ਬਸ ਉਹੀ ਦਿਖਾਈ ਦਿੰਦੇ ਹਨ। ਉੱਚਾ ਮੇਦ ਸਰੋਣਤ ਪੁਨ ਮਾਸੂ। ਦੇਖੋ ਉਹਦੀ ਸਕਿਨ ਜਿਹੜੀ ਸੀਗੀ, ਉਹਦੀ ਜਿਹੜੀ ਮਿੱਝ ਸੀਗੀ, ਉਹਦਾ ਜਿਹੜਾ ਲਹੂ ਸੀਗਾ, ਉਹਦਾ ਜਿਹੜਾ ਮਾਸ ਸੀਗਾ, ਉਹ ਸਾਰਾ ਹੀ ਖਤਮ ਹੋ ਗਿਆ ਜੀ। ਭਗ ਗਈ ਸਭ ਪਪੀਲ ਕਾ ਤਾਸੂ। ਕਹਿਣਗੇ ਖਾ ਗਈਆਂ ਕੀੜੀਆਂ ਉਹਦੇ ਸਾਰੇ ਸਰੀਰ ਨੂੰ, ਹਰਨਾਕਸ਼ ਦੇ ਸਰੀਰ ਨੂੰ। ਯੋ ਬੰਬੀ ਤ੍ਰਿਣ ਮਾਹੇ ਪ੍ਰਕਾਸ਼ੇ। ਇਸ ਕਰਕੇ ਉਹ ਬੰਬੀ ਉਹ ਸਕੈਲੀਟਨ ਹੋ ਕੇ ਉੱਥੇ ਖੜਾ ਸੀਗਾ, ਦਰਖਤਾਂ ਵਰਗਾ ਦਰਖਤ ਹੀ ਬਣਿਆ ਪਿਆ ਸੀ ਉੱਥੇ। ਮਨੋ ਮੇਘ ਮੈਂ ਦਿਨ ਕਰ ਭਾਸੇ। ਪਰ ਕਹਿੰਦੇ ਮਿੱਟੀ ਦੇ ਵਿੱਚ ਕਹਿੰਦੇ ਥੋੜਾ ਥੋੜਾ ਚਿੱਟਾ ਰੰਗ ਉਹਦੇ ਹੱਡੀਆਂ ਦਾ ਦਿਖਾਈ ਦੇ ਰਿਹਾ ਸੀਗਾ। ਮਨੋ ਮੇਘ ਸੋ ਦਿਨ ਕਰ ਭਾਸੋ, ਜਿਵੇਂ ਬੱਦਲਾਂ ਦੇ ਵਿੱਚ ਸੂਰਜ ਕਈ ਵਾਰੀ ਲੁਕ ਜਾਂਦਾ ਹੈ ਫਿਰ ਥੋੜਾ ਥੋੜਾ ਦਿਖਾਈ ਦਿੰਦਾ ਹੈ, ਇਸ ਤਰ੍ਹਾਂ ਉਹਦਾ ਸਕੈਲੀਟਨ ਦਿਸਣ ਲੱਗਿਆ ਜੀ। ਤਪ ਕਠਨੀ ਅਵਲੋਕ ਵਿਧਾਤਾ। ਜਦੋਂ ਬ੍ਰਹਮਾ ਨੇ ਦੇਖਿਆ ਨਾ, ਕਹਿੰਦੇ ਵਾਓ ਇੰਨਾ ਤੂੰ ਤਪ ਕੀਤਾ, ਇੰਨਾ ਜਿਹੜਾ ਇੰਟੈਂਸ ਤਪ ਪਿਨੰਸ ਤੂੰ ਕੀਤਾ ਹੈ, ਇਸਮੇ ਹਿਰਦੈ ਨ ਕਛ ਕਹਿ ਜਾਤਾ। ਉਹ ਬ੍ਰਹਮਾ ਦੇਖਦਾ ਹੀ ਰਹਿ ਗਿਆ ਹੈਰਾਨਗੀ ਦੇ ਵਿੱਚ। ਵਾਹ ਕਹਿੰਦਾ ਐਡਾ ਤਪ ਤੂੰ ਕੀਤਾ, ਕਹਿੰਦਾ ਉਹ ਤਾਂ ਜਿਹੜਾ ਹੈ ਇੰਪ੍ਰੈਸ ਹੋ ਗਿਆ ਜੀ ਹਰਨਾਕਸ਼ ਤੇ। ਉੱਚੇ ਸੁਰਸੋਂ ਗਿਰਾ ਉਚਾਰੀ। ਉਹਨੇ ਉੱਚੀ ਆਵਾਜ਼ ਵਿੱਚ ਬੋਲਿਆ ਬ੍ਰਹਮਾ ਆ ਕੇ ਉਸ ਵੇਲੇ। ਉਠ ਸੁੱਤ ਜਗੇ ਸੁਕ੍ਰਿਤ ਫਲ ਭਾਰੀ। ਉਹਨੇ ਕੀ ਕਿਹਾ ਹਰਨਾਕਸ਼ ਨੂੰ, ਕਹਿੰਦਾ ਉੱਠ ਪੁੱਤਰ, ਹੁਣ ਉੱਠ ਕਰ ਜਾਗੇ, ਹੁਣ ਜਾਗ ਜਾ। ਕਹਿਣਗੇ ਤੇਰੇ ਚੰਗੇ ਕਰਮਾਂ ਦਾ ਫਲ ਤੂੰ ਹੁਣ ਲੈ ਲਾ, ਹੁਣ ਚੰਗੇ ਜਿਹੜੇ ਤੂੰ ਫਲ ਕੀਤੇ ਹਨ, ਤੂੰ ਤਪ ਕੀਤਾ ਇੰਨਾ ਭਾਰਾ, ਹੇ ਪੁੱਤਰ ਜਾਗ, ਹੁਣ ਮੈਂ ਤੈਨੂੰ ਦੇਣ ਲੱਗਿਆ ਤੇਰਾ ਫਲ। ਪੂਰਬ ਤਪਨਾ ਕੀਨ ਅਸ ਕਾਹੀ। ਕਹੇ ਬ੍ਰਹਮਾ ਕਹਿੰਦਾ ਅੱਜ ਤੱਕ ਜਦੋਂ ਦੀ ਧਰਤੀ ਬਣੀ ਆ ਮੈਂ ਤੇਰੇ ਵਰਗਾ ਤਪ ਨਹੀਂ ਕਿਸੇ ਦਾ ਕੀਤਾ ਦੇਖਿਆ। ਯੂ ਆਰ ਦ ਫਰਸਟ ਵਨ, ਇੰਨਾ ਤਪ ਤੂੰ ਕਰਨ ਵਾਲਾ ਹੈ। ਸੋ ਬ੍ਰਹਮਾ ਹੈਰਾਨ ਹੋ ਗਿਆ ਜੀ। ਆਗੇ ਕੋ ਨਾ ਕਰੇ ਜਗ ਮਾਹੀ। ਕਹਿਣ ਲੱਗੇ ਤੇਰੇ ਵਰਗਾ ਤਪ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਤੇ ਅੱਗੇ ਨੂੰ ਕੋਈ ਨਹੀਂ ਕਰੇਗਾ ਤੇਰੇ ਵਰਗਾ ਤਪ। ਦਿਵਯ ਬਰਖ ਸਤ ਨੀਰ ਬਹੀਨਾ। ਦੇਖੋ ਇੱਥੇ ਕਹਿੰਦੇ ਦਿਵ ਬਰਖ ਸਤ ਨੀਰ ਬਹੀਨਾ। ਕਹਿਣਗੇ ਜੋ ਜਿਹੜਾ ਹੈ ਉਹ ਜਿਹੜਾ ਦਿਵ ਹੁੰਦਾ ਹੈ 1 ਸਾਲ ਬਰਮਾ ਦੀ ਉਮਰ ਦਾ। ਸੋ ਕਹਿੰਦੇ ਜਿਹੜਾ 100 ਨੀਰ 100 ਪਾਣੀਆਂ ਤੋਂ ਬਗੈਰ। ਹੁਣ ਇਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਅਗਰ ਆਪਾਂ ਲਈਏ ਮਹਾਯੁਗ, ਜਿਵੇਂ ਸਤਯੁਗ ਜਿਹੜਾ ਹੈ 1.728 ਮਿਲੀਅਨ ਈਅਰਸ ਦਾ ਹੈ, ਉਸ ਤੋਂ ਬਾਅਦ ਦੁਆਪਰ ਆਉਂਦਾ ਹੈ 1.296 ਮਿਲੀਅਨ ਈਅਰਸ। ਸੋ ਹੁਣ ਉਸ ਤੋਂ ਬਾਅਦ ਆਉਂਦਾ ਹੈ ਦੁਆਪਰ ਹੁੰਦਾ ਹੈ 864,000 ਈਅਰਸ। ਫਿਰ ਆਉਂਦਾ ਜੀ ਕਲਯੁਗ 432,000 ਈਅਰਸ ਦਾ। ਹੁਣ ਇਹ ਸਾਰਾ ਮਹਾਯੁਗ ਬਣ ਗਿਆ 4.32 ਮਿਲੀਅਨ ਈਅਰਸ। ਹੁਣ ਇੱਥੇ ਜਿਹੜਾ ਕਹਿੰਦੇ ਹਨ ਦਿਵ ਵਰਸ਼ ਜਿਹੜਾ ਹੁੰਦਾ ਹੈ, ਹੁਣ ਬਰਮਾ ਦਾ ਜਿਹੜਾ ਇੱਕ 1 ਡੇ ਸਨ ਜਾਂ ਆਪਣਾ ਤਾਂ ਸਨਸ਼ਾਈਨ ਹੁੰਦਾ ਹੈ। ਸੋ ਇੱਕ ਦਿਨ ਜਿਹੜਾ ਬਰਮਾ ਦਾ ਹੈ ਇਕੁਅਲੈਂਟ ਜਿਹੜਾ ਇੱਥੇ ਕੈਲਕੂਲੇਸ਼ਨ ਦਿੱਤਾ ਹੈ ਉਹਦੇ ਅਨੁਸਾਰ 4.32 ਮਿਲੀਅਨ ਈਅਰਸ ਮਲਟੀਪਲਾਈ ਬਾਈ 1000 ਯੁੱਗ, 1000 ਮਹਾਯੁੱਗ, ਉਹਦਾ ਇੱਕ ਡੇ ਬਣਦਾ ਹੈ। ਸੋ ਇੱਕ ਨਾਈਟ ਹੈ, ਇੱਕ ਤਾਂ ਇਹ ਤਾਂ ਡੇ ਆ, ਉਹਦੀ ਨਾਈਟ ਟਾਈਮਸ 2। ਸੋ ਉਹ ਟੋਟਲ ਜਿਹੜਾ ਇਹਦਾ ਬਣਦਾ ਹੈ ਜਿਹੜਾ ਹੈ ਇਹਨੂੰ ਟਾਈਮਸ 2 ਕਰਕੇ ਆਪਾਂ ਸਾਰਾ ਹੀ ਟੋਟਲ ਲੈ ਲਈਏ। ਨਾਓ ਉਹਦਾ ਟੋਟਲ ਲੈ ਕੇ ਫਿਰ 360 ਡੇਜ਼ ਦਾ 1 ਈਅਰ ਕਹਿ ਲਈਏ ਆਪਾਂ, ਚਲੋ ਮੰਨ ਲਈਏ 360 ਡੇਜ਼ 1 ਸਾਲ ਹੈ। ਸੋ 4.32 ਮਿਲੀਅਨ ਈਅਰਸ ਮਲਟੀਪਲਾਈ ਬਾਈ 1000 ਮਲਟੀਪਲਾਈ ਬਾਈ 2 ਬਿਕੋਜ਼ ਡੇ ਐਂਡ ਨਾਈਟ ਮਲਟੀਪਲਾਈ ਬਾਈ 360 ਡੇਜ਼। ਇਹ ਬਣਿਆ ਜਿਹੜਾ ਹੈ 3,110 ਬਿਲੀਅਨ ਈਅਰਸ। ਜਿਹੜਾ ਫਿਰ ਆਉਂਦਾ 400 ਮਿਲੀਅਨ ਹੋਰ ਵੀ ਆਉਂਦਾ ਹੈ। ਸੋ ਇਹਦਾ ਬਣਿਆ ਜੀ ਜਿਹੜਾ ਜ਼ਿਲੀਅਨ ਕਹਿ ਲਈਏ 3.1108 ਜ਼ਿਲੀਅਨ ਈਅਰਸ ਉਹਦਾ 1 ਸਾਲ ਬਰਮਾ ਦਾ। ਸੋ ਕਹਿੰਦੇ ਇੰਨਾ ਚਿਰ ਵਾਸਤੇ ਇਹਨੇ ਭਗਤੀ ਕੀਤੀ ਹਰਨਾਕਸ਼ ਨੇ। ਦੇਖੋ ਕਿੰਨਾ ਉਹਨੇ ਸਮਾਂ ਲੰਘਾਤਾ
ਉਹ ਭਗਤੀ ਵਿੱਚ ਖੜਾ ਹੋਇਆ ਮੰਦਰਾਚਲ ਚ ਪਰਬਤ ਤੇ। ਪ੍ਰਾਣ ਰੱਖੇ ਬਿਨ ਅਸਨ ਪਰਬੀਨਾ। ਕਹਿਣ ਲੱਗੇ ਤੂੰ ਆਪਣਾ ਤਨ ਰੱਖਿਆ ਇੰਨੇ ਸਾਲਾਂ ਕਰਕੇ, ਇੰਨਾ ਵੱਡਾ ਤੂੰ ਤਪ ਕੀਤਾ, ਭਜਨ ਜਿਹੜਾ ਹਨ ਤੂੰ ਭੋਜਨ ਵੀ ਨਹੀਂ ਖਾਦਾ, ਖਾਣੇ ਤੋਂ ਬਗੈਰ ਤੂੰ ਆਪਣਾ ਸਰੀਰ ਰੱਖਿਆ। ਤਪ ਅਵਿਲੋਕ ਕਠਨ ਵੱਡ ਤੇਰੋ। ਤਪ ਅਵਲੋਕ। ਬਰਮਾ ਕਹਿੰਦਾ ਮੈਂ ਤੇਰਾ ਤਪ ਦੇਖ ਕੇ ਨਾ, ਇੰਨਾ ਕਠਨ ਐਡਾ ਵੱਡਾ ਮਹਾਨ ਤੂੰ ਤਪ ਕੀਤਾ, ਹਿਰਦੈ ਰਹਿ ਨਾ ਧੀਰਜ ਮੇਰੋ। ਹੁਣ ਬਰਮਾ ਕਹਿੰਦਾ ਮੇਰੇ ਮਨ 'ਚ ਵੀ ਧੀਰਜ ਨਹੀਂ ਰਹੀ, ਫੋਰਟਿਊਡ ਤਾਂ ਮੇਰਾ ਵੀ ਜਾ ਰਿਹਾ ਤੇਰੀ ਭਗਤੀ ਨੂੰ ਦੇਖ ਕੇ। ਤਪ ਪ੍ਰਭਾਵ ਤੇ ਜੀਤਾ ਮੋਹੀ। ਕਹਿਣ ਲੱਗੇ ਹੇ ਪੁੱਤਰ, ਹਰਨਾਕਸ਼ ਨੂੰ ਪੁੱਤਰ ਕਹਿੰਦਾ ਪੁੱਤਰ ਤੂੰ ਆਪਣਾ ਇਹ ਤਪ ਕਰਕੇ ਮੈਨੂੰ ਜਿੱਤ ਲਿਆ। ਬਰਮਾ ਕਹਿੰਦਾ ਮੈਂ ਤੇਰੇ ਤੇ ਬਹੁਤ ਖੁਸ਼ ਹਾਂ। ਉਠ ਜਾਚੋ ਬੰਛਤ ਦੇਉ ਤੋਰੀ। ਕਹਿਣ ਲੱਗੇ ਚੱਲ ਪੁੱਤਰ ਉੱਠ, ਹੁਣ ਮੰਗ ਕੀ ਮੰਗਦਾ ਹੈ, ਵਾਟ ਸ਼ੈਲ ਆਈ ਗਿਵ ਇਟ ਟੂ ਯੂ, ਤੇ ਤੂੰ ਕੀ ਮੰਗਦਾ ਮੈਂ ਤੈਨੂੰ ਦਵਾਂਗਾ। ਲੱਖ ਅਮੋਗ ਮਮ ਦਰਸ਼ਨ ਜੋਈ। ਕਹਿਣ ਲੱਗੇ ਲੱਖ, ਕਹਿੰਦਾ ਇੰਨਾ ਜਾਣ ਲੋ, ਕਹਿੰਦਾ ਮੇਰੇ ਦਰਸ਼ਨਾਂ ਨਾਲ ਜਿਹੜਾ ਹੈ ਮੇਰੇ ਦਰਸ਼ਨ ਸਫਲ ਹਨ। ਬਰਮਾ ਕਹਿੰਦਾ ਜੋ ਤੂੰ ਚਾਹੇਗਾ ਮੈਂ ਤੈਨੂੰ ਦੇ ਸਕਦਾ ਹਾਂ। ਦਿਓ ਅਦਿਓ ਵਸਤ ਜੋ ਹੋਈ। ਕੋਈ ਨਾ ਦੇਣ ਵਾਲੀ ਚੀਜ਼ ਨਹੀਂ ਮੇਰੇ ਕੋਲ। ਬਰਮਾ ਕਹਿੰਦਾ ਮੈਂ ਤੈਨੂੰ ਸਭ ਕੁਝ ਦੇ ਸਕਦਾ ਹਾਂ। ਅਸ ਕਹਿ ਤਿਨ ਤਨ ਤੇ ਕੇ ਤ੍ਰਿਨ ਟਾਰੇ। ਇਹ ਕਹਿ ਕੇ ਬਰਮਾ ਨੇ ਉਹਦੇ ਜਿਹੜੇ ਘਾਹ ਫੂਸ ਲੱਗਿਆ ਹੋਇਆ ਸੀ, ਮਿੱਟੀ ਦੇ ਢੇਰ, ਉਹ ਦੂਰ ਕਰਨ, ਆਫਤੀ ਦੂਰ ਕਰਨ ਲੱਗ ਗਿਆ, ਉਹਨੂੰ ਕੱਢਣ ਵਾਸਤੇ ਵਿੱਚੋਂ ਹਰਨਾਕਸ਼ ਨੂੰ। ਲੈ ਕਰ ਮਹਿ ਜਲ ਅੰਜੁਲ ਡਾਰੇ। ਕਹਿਣ ਲੱਗੇ ਦਿਓ। ਕਹਿਣ ਫੇਰ ਕੀ ਦਿੱਤਾ, ਬਰਮਾ ਨੇ ਪਾਣੀ ਲੈ ਕੇ ਉਹਦੇ ਤੇ ਛੜਕਿਆ ਮੰਤਰ ਪੜ ਕੇ। ਪ੍ਰਗਟਿਓ ਤਬ ਪ੍ਰਚੰਡ ਬਲ ਕਰਕੇ। ਉਸੇ ਵੇਲੇ ਜਿਹੜਾ ਹੈ ਹਰਨਾਕਸ਼ ਦਾ ਸਰੀਰ ਠੀਕ ਹੋ ਗਿਆ, ਉਹਦਾ ਮਾਸ ਆ ਗਿਆ ਬਿਲਕੁਲ, ਉਹ ਠੀਕ ਹੋ ਗਿਆ ਤੇ ਕੌਨਸ਼ੀਅਸ ਅਵਸਥਾ ਵਿੱਚ ਆ ਗਿਆ। ਵੰਜਰ ਸਮਾਨ ਨਿਠੁਰ ਤਨ ਧਰ ਕੇ। ਕਹਿੰਦਾ ਉਹਦਾ ਸਰੀਰ ਜਿਹੜਾ ਸੀ ਨਾ ਐਡਾ ਕਠੋਰ ਸਰੀਰ ਬਣ ਗਿਆ, ਬਹੁਤ ਸਟਰੋਂਗ ਬਾਡੀ ਉਹਨੂੰ ਮਿਲ ਗਈ। ਉਹਦਾ ਸਰੀਰ ਜਿਹੜਾ ਕਹਿੰਦੇ ਕਠੋਰ, ਬਹੁਤ ਸਟਰੋਂਗ, ਬਹੁਤ ਹਾਰਡ ਜਿਹੜਾ ਹੈ, ਟਫ ਉਹਦੀ ਬਾਡੀ ਮਿਲ ਗਈ ਜੀ। ਹੇਮ ਤਪਤ ਕੇ ਕ੍ਰਾਂਤ ਸਮਾਨਾ। ਕਹਿਣ ਲੱਗੇ ਉਹਦਾ ਸਰੀਰ ਦੇ ਵਿੱਚੋਂ ਨਾ ਜਿਹੜਾ ਸੋਨੇ ਦੀ ਤਰ੍ਹਾਂ ਚਾਨਣ ਆਉਂਦਾ ਸੀ, ਉਹਦੀ ਦੇਹ ਸੋਨੇ ਵਰਗੀ ਬਣ ਗਈ ਜੀ, ਸੁੰਦਰ। ਮਨ ਹੋ ਦੂਸਰੋ ਭਇਓ ਕਿਰਸਾਨਾ। ਕਹਿਣ ਲੱਗੇ ਇਉਂ ਜਿਹੜਾ ਹਨ, ਜਿਹੜੀ ਅਗਨੀ ਹੈ ਨਾ, ਦੇਵਤਿਆਂ ਦੀ ਇੱਕ ਅਗਨੀ ਹੁੰਦੀ ਹੈ ਜਿਹਨੂੰ ਕਿਰਖਾਨ ਅਗਨੀ ਕਹਿੰਦੇ ਹਾਂ। ਕਹਿੰਦੇ ਉਹਦੇ ਵਰਗਾ ਸਰੂਪ ਬਣ ਗਿਆ ਜਿਵੇਂ ਇੱਕ ਅੱਗ ਦਾ ਡੋਲਾ ਹੁੰਦਾ ਹੈ, ਇੰਨਾ ਸੁੰਦਰ ਉਹਦਾ ਸਰੂਪ ਹੋ ਗਿਆ ਹਰਨਾਕਸ਼ ਦਾ। ਅਗਰਜ ਦੇਖਿਓ ਬ੍ਰਹਮਾ ਠਾਂਡਾ। ਜਦੋਂ ਉਹਨੇ ਆਪਣੇ ਸਾਹਮਣੇ ਦੇਖਿਆ ਬਰਮਾ ਖੜਾ, ਹਿਰਦੇ ਅਤਸੈ ਆਨੰਦ ਬਾਡਾ। ਉਹਦੇ ਮਨ 'ਚ ਬਹੁਤ ਖੁਸ਼ੀ ਹੋਈ ਦੇਖ ਕੇ ਬਰਮਾ ਨੂੰ ਸਾਹਮਣੇ। ਬੰਦਨ ਕੀਨ ਹਾਥ ਦਵੈ ਜੋਰੀ। ਹੱਥ ਜੋੜ ਕੇ ਮੱਥਾ ਟੇਕਿਆ ਹਰਨਾਕਸ਼ ਨੇ ਬਰਮਾ ਨੂੰ। ਉਸਤਤ ਲਾਗੋ ਕਰਨ ਬਹੋਰੀ। ਫਿਰ ਉਹਨੇ ਉਸਤਤ ਕੀਤੀ ਹਰਨਾਕਸ਼ ਨੇ ਬਰਮਾ ਦੀ। ਨਮੋ ਨਮੋ ਤਵ ਜਾਨ ਮਰਾਲਾ। ਕਹਿਣ ਲੱਗੇ ਨਮੋ ਨਮੋ, ਹੇ ਬਰਮਾ ਮੇਰੀ ਨਮੋ, ਮੇਰੀ ਨਮਸਕਾਰ ਹੈ ਤੁਹਾਨੂੰ ਜੋ ਤੁਸੀਂ ਹੰਸ ਦੀ ਸਵਾਰੀ ਕਰਨ ਵਾਲੇ ਹੋ। ਬਿਕੋਜ਼ ਬਰਮਾ ਦੀ ਸਵਾਰੀ ਕੀ ਆ, ਹੰਸ। ਜਿਹੜਾ ਹੈ ਵਿਸ਼ਨੂੰ ਦੀ ਸਵਾਰੀ ਹੈ ਗਰੁੜਾ। ਸੋ ਇਹਨਾਂ ਦੀ ਅੱਡ ਅੱਡ ਸਵਾਰੀਆਂ ਹੁੰਦੀਆਂ ਹਨ ਦੇਵਤਿਆਂ ਦੀਆਂ। ਨਮੋ ਨਮੋ ਚਹੁ ਬਦਨ ਕਿਰਪਾਲਾ। ਕਹਿਣਗੇ ਨਮੋ ਨਮੋ, ਮੇਰੀ ਨਮਸਕਾਰ ਹੈ, ਮਨ ਕਰਕੇ ਸਰੀਰ ਕਰਕੇ ਮੇਰੀ ਨਮਸਕਾਰ ਹੈ। ਚਾਰੇ ਪਾਸੇ ਚਾਰੇ ਤੇਰੇ ਮੂੰਹ ਕਰਕੇ, ਬਰਮਾ ਦੇ ਚਾਰ ਮੂੰਹ ਹਨ, ਕਹਿੰਦੇ ਚਾਰੇ ਮੂੰਹਾਂ ਵਾਲੇ ਬਰਮਾ ਮੈਂ ਤੇਰੀ ਨਮਸਕਾਰ ਹੈ ਮੈਂ ਤੈਨੂੰ। ਤ੍ਰੈ ਗੁਣ ਕੇਰ ਅਲੰਬ ਗੁਸਾਈ। ਤੂੰ ਸਾਰੇ ਤ੍ਰੈ ਗੁਣ ਰਜੋ ਤਮੋ ਸਤੋ ਮੰਤਰ ਮਾਇਆ ਦਾ ਤੂੰ ਅਲੰਬ ਹੈ, ਤੂੰ ਆਸਰਾ ਹੈ। ਇਹ ਗੁਸਾਈ, ਇਹ ਸਾਰੀ ਦੁਨੀਆ ਦਾ ਮਾਲਕ। ਆਪਨ ਸਖਤ ਤੇ ਸ੍ਰਿਸ਼ਟ ਬਣਾਈ। ਤੂੰ ਆਪਣੀ ਸ਼ਕਤੀ ਨਾਲ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਬਰਮਾ। ਪ੍ਰਾਣ ਬੁੱਧ ਮਨ ਬਹੁਰ ਰਖੀ ਕੰਗ। ਕਹਿਣਗੇ ਫੇਰ ਪ੍ਰਾਣ ਬੁੱਧ ਮਨ ਬਹੁਰ ਰੱਖੀ ਕੰਗ, ਜਿੰਨੇ ਵੀ ਆਪਣੇ ਵਿੱਚ ਪ੍ਰਾਣ ਹਨ, ਲਾਈਫ ਫੋਰਸ, ਕਹਿੰਦੇ ਬੁੱਧੀ ਹੈ ਜਾਂ ਅੰਦਰ ਜਿਹੜੇ ਇੰਦਰੀ ਹਨ, ਇਹਨਾਂ ਨੂੰ ਪ੍ਰਕਾਸ਼ ਕਰਨ ਵਾਲਾ, ਲਾਈਫ ਦੇਣ ਵਾਲਾ ਤੂੰ ਹੈ। ਗੁਣ ਅਗਾਧ ਜਗ ਪਾਲਕ ਰੂਪਾ। ਤੂੰ ਜਿਹੜਾ ਹੈ ਇਹਨੂੰ ਕਰਕੇ ਫਿਰ ਪੜਦੀ। ਗੁਣ ਅਗਾਧ ਜਗ ਪਾਲਕ ਰੂਪਾ। ਕਹਿਣਗੇ ਗੁਣ ਅਗਾਧ, ਤੂੰ ਬੇਅੰਤ ਗੁਣਾ ਵਾਲਾ ਹੈ ਤੇ ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ। ਵੇਦ ਰੂਪ ਤੁਮ ਧਰੋ ਅਨੂਪਾ। ਤੂੰ ਆਪਣਾ ਰੂਪ ਵੇਦ ਰੂਪ ਧਰੇ, ਤੂੰ ਵੇਦ ਜਿਹੜੇ ਹਨ ਉਹ ਧਾਰਨਾ ਕੀਤੇ। ਹੋਤਾ ਹੋਵੇ ਕਰ ਯੱਗ ਕਰੰਤੇ। ਕਹਿੰਦੇ ਹੋਤਰੀ, ਤੂੰ ਹੋਤਰੀ ਹੋ ਕੇ ਹੋਮ ਕਰਾਉਣਾ ਜਗ ਵਿੱਚ ਪੂਜਾ ਕਰਾਉਣਾ ਹੈ ਸਾਰਿਆਂ ਤੋਂ। ਨਿਰਵਿਕਾਰ ਸਰਬੱਗ ਅਨੰਤੇ। ਤੂੰ ਨਿਰਵਿਕਾਰ, ਤੇਰੇ ਵਿੱਚ ਕੋਈ ਵਿਕਾਰ ਨਹੀਂ, ਤੂੰ ਸਰਬੱਗੀ ਹੈ, ਤੂੰ ਆਲ ਕੈਪੇਬਲ ਹੈ, ਅਨੰਤ ਹੈ, ਤੇਰਾ ਅੰਤ ਨਹੀਂ ਕੋਈ ਹੈਗਾ। ਸ੍ਰੀ ਪ੍ਰਭ ਸਭ ਜਗ ਅੰਤਰ ਜਾਮੀ। ਇਹ ਅੰਤਰ ਜਾਮੀ, ਸਰ ਜਗ ਦੇ ਮਾਲਕ। ਤਵ ਪਦ ਕੰਜ ਨਾਮਮ ਨਾਮੀ। ਕਹਿਣ ਲੱਗੇ ਤੇਰੇ ਕਦਮਾਂ ਤੇ, ਤੇਰੇ ਚਰਨਾਂ ਕਮਲਾਂ ਦੇ ਉੱਤੇ ਬਰਮਾ ਨੂੰ ਕਹਿੰਦਾ ਹੈ ਹਰਨਾਕਸ਼, ਮੈਂ ਆਪਣਾ ਸਿਰ ਤੇਰੇ ਚਰਨਾਂ ਤੇ ਰੱਖਦਾ, ਤੈਨੂੰ ਨਮਸਕਾਰ ਕਰਦਾ ਹਾਂ। ਬ੍ਰਹਮ ਰੂਪ ਸਭ ਘਟ ਕੇ ਵਾਸੀ। ਹਾਂ, ਇਉਂ ਕਰਕੇ ਤੂੰ ਬ੍ਰਹਮ ਰੂਪ ਹੋ ਕੇ ਸਾਰੇ ਘਟਾਂ ਸਾਰੇ ਦਿਲਾਂ ਵਿੱਚ ਵਸਣ ਵਾਲਾ ਹੈ। ਸਕਲ ਨਯੰਤਾ ਹਰ ਅਬਿਨਾਸੀ। ਤੂੰ ਸਾਰਿਆਂ ਦਾ ਪ੍ਰੇਰਕ ਹੈ, ਤੂੰ ਅਬਿਨਾਸ਼ੀ ਹੈ, ਤੇਰਾ ਨਾਸ਼ ਨਹੀਂ ਕਦੇ ਹੁੰਦਾ। ਤਵ ਐਸਵਰਜ ਕੋ ਪਾਏ ਨਾ ਅੰਤਾ। ਤੇਰਾ
ਤੇਰੇ ਪ੍ਰਤਾਪ ਤੇਰੀ ਗਲੋਰੀਅਸ ਦਾ ਕੋਈ ਅੰਤ ਨਹੀਂ ਪਾ ਸਕਦਾ। ਨਮਸਕਾਰ ਪੁਨ ਪੁਨ ਭਗਵੰਤਾ, ਮੇਰੀ ਨਮਸਕਾਰ ਹੈ ਹੇ ਭਗਵੰਤ, ਮੁੜ ਮੁੜ ਕੇ ਤੈਨੂੰ ਮੇਰੀ ਨਮਸਕਾਰ ਜੇ ਹੈ। ਬਰ ਦੇਨ ਭਏ ਅਨੁਕੂਲਾ, ਕਹਿਣਗੇ ਦੇ ਵਰ ਤੇਰਾ ਹਨ, ਤੇਰੇ ਕੰਟਰੋਲ ਵਿੱਚ ਸਾਰੇ ਵਰ ਹਨ, ਜਿਹਨੂੰ ਮਰਜ਼ੀ ਤੂੰ ਵਰ ਦੇ ਸਕਦਾ ਜੋ ਹਾਂ। ਜਾਚੋਂ ਦੀਜੈ ਜਗ ਮੂਲਾ, ਇਸ ਕਰਕੇ ਹੇ ਬਰਮਾ ਮੈਂ ਜੋ ਮੰਗਾਂਗਾ ਨਾ ਤੂੰ ਮੈਨੂੰ ਦੇ ਦੀ ਹੁਣ। ਜਹ ਲਗ ਤਵ ਰਚਨਾ ਹੈ ਸਾਰੀ। ਹੁਣ ਉਹ ਕੀ ਮੰਗਦਾ ਹੈ? ਦੇਖੋ ਹਰਨਾਕਸ਼ ਹੁਣ ਇੱਥੇ ਮੰਗਣ ਲੱਗਿਆ, ਕਹਿੰਦਾ ਮੈਂ ਮੰਗਦਾ ਇਹ ਹਾਂ ਕਿ ਜਹ ਲਗ ਜਿੱਥੋਂ ਤੱਕ ਤੇਰੀ ਰਚਨਾ ਹੈ, ਜਿੱਥੇ ਤੱਕ ਤੂੰ ਸੰਸਾਰ ਬਣਾਇਆ, ਜਿੱਥੇ ਤੱਕ ਯੂਨੀਵਰਸ ਹਨ, ਗੈਲੈਕਸੀ ਹਨ, ਜਿੱਡੀ ਵੱਡੀ ਤੂੰ ਰਚਨਾ ਕੀਤੀ ਹੈ, ਇਹ ਸਾਰੀ ਦੇ ਵਿੱਚ ਕਿਹ ਠਾਮ ਮ੍ਰਿਤ ਨਾ ਹੋਏ ਹਮਾਰੀ, ਕਿਸੇ ਵੀ ਥਾਂ ਤੇ ਮੇਰੀ ਮੌਤ ਨਾ ਹੋਵੇ, ਮੈਂ ਕਿਸੇ ਵੀ ਥਾਂ ਤੇ ਮਰ ਨਾ ਸਕਾਂ। ਜਿਹੜੀ ਤੂੰ ਬਣਾਈ ਹੋਈ ਹੈ, ਜਿੰਨੀ ਰਚਨਾ ਤੇਰੀ ਹੈ ਨਾ, ਉਹ ਥਾਂ ਤੇ ਮੈਂ ਮਰ ਨਾ ਸਕਾਂ। ਅੰਤਰ ਵਹਿਰ ਦਿਨਸ ਪੁਨ ਰਾਤੀ, ਹਾਂ, ਭਾਵੇਂ ਮੈਂ ਅੰਦਰ ਹੋਵਾਂ, ਭਾਵੇਂ ਮੈਂ ਬਾਹਰ ਹੋਵਾਂ, ਭਾਵੇਂ ਰਾਤ ਹੋਵੇ, ਭਾਵੇਂ ਦਿਨ ਹੋਵੇ। ਅਨੇਕ ਭਾਂਤ ਕੀ ਸ਼ਸਤਰ ਜਾਤੀ, ਜਿਹੜੇ ਸ਼ਾਸਤਰ ਨੇ, ਕੋਈ ਵੀ ਸ਼ਾਸਤਰ ਨਾ ਮੈਨੂੰ ਮਾਰ ਸਕੇ। ਐਨੀ ਵੈਪਨ, ਐਨੀ ਵੈਪਨਰੀ, ਐਨੀ ਆਰਟਲਰੀ, ਜੋ ਵੀ ਮਰਜ਼ੀ ਹੈ, ਕੋਈ ਵੀ ਸ਼ਾਸਤਰ ਮੈਨੂੰ ਮਾਰ ਨਾ ਸਕੇ, ਅਸਤਰ ਨਾ ਮਾਰ ਸਕੇ। ਚਿਤ ਆਕਾਸ਼ ਗਿਰ ਗਹਿਨ ਕਠੋਰਾ, ਹਾਂ, ਸ਼ਿਤ ਗਗਨ, ਭਾਵੇਂ ਮੈਂ ਜਿਹੜਾ ਹਨ ਧਰਤੀ ਤੇ ਹੋਵਾਂ, ਭਾਵੇਂ ਮੈਂ ਆਕਾਸ਼ ਤੇ ਹੋਵਾਂ, ਕਹਿੰਦੇ ਗਿਰ ਹੋਵੇ, ਪਹਾੜ ਹੋਵੇ, ਤੇ ਭਾਵੇਂ ਜਿਹੜਾ ਹਨ ਜੰਗਲ ਹੋਵੇ, ਭਾਵੇਂ ਕੇਵਸ ਹੋਣ, ਭਾਵੇਂ ਕੋਈ ਬਹੁਤ ਡੂੰਘਾ ਥਾਂ ਹੋਵੇ, ਔਖਾ ਥਾਂ ਹੋਵੇ, ਉੱਥੇ ਸਾਰਾ ਯਖ ਸੁਰਾਸੁਰ ਪੰਨਗ ਘੋਰਾ, ਹਾਂ, ਤੇ ਮਾਰਨ ਵਾਲਾ ਯਕਸ਼ ਉਹ ਨਾ ਮੈਨੂੰ ਮਾਰ ਸਕੇ, ਦੇਵਤੇ ਤੇ ਦੈਂਤ ਮੈਨੂੰ ਮਾਰ ਨਾ ਸਕਣ, ਪਨੰਗ ਮੈਨੂੰ ਸੱਪ ਨਾ ਮਾਰ ਸਕਣ, ਘੋਰਾ ਜਿਹੜੇ ਭਿਆਨਕ ਹੋਰ ਵੀ ਜਿੰਨੇ ਜਾਨਵਰ ਹਨ, ਜਿੰਨੇ ਜੀ ਹਨ, ਮੈਨੂੰ ਕੋਈ ਨਾ ਮਾਰ ਸਕੇ। ਇਨ ਤੇ ਕਬ ਨਾ ਹੋਏ ਮ੍ਰਿਤ ਮੇਰੀ, ਹਾਂ, ਇਹਨਾਂ ਤੋਂ ਕਿਤੇ ਵੀ ਮੇਰੀ ਮ੍ਰਿਤੂ ਨਾ ਹੋਵੇ, ਮੇਰੀ ਮੌਤ ਇਹਨਾਂ ਤੋਂ ਨਾ ਹੋਵੇ। ਦੁੰਦ ਜੁਦ ਕੋ ਕਰੈ ਨਾ ਹੇਰੀ, ਤੇ ਮੇਰੇ ਨਾਲ ਕੋਈ ਜੰਗ ਕਰ ਨਾ ਸਕੇ, ਮੈਨੂੰ ਦੇਖ ਕੇ ਲੋਕ ਡਰ ਜਿਆ ਕਰਨ, ਭੱਜਿਆ ਕਰਨ, ਮੇਰੇ ਨਾਲ ਕੋਈ ਜੰਗ ਕਰਨ ਜੋਗਾ ਬਣਾ ਰਵੇ ਕੋਈ। ਜੋ ਸਭ ਆਇਸ ਮਨ ਹੈ ਤੁਮਾਰੀ, ਕਹਿਣ ਲਗੇ ਜਿਉਂ ਸਭ, ਕਹਿਣ ਲਗੇ ਜਿਉਂ ਜਿਵੇਂ ਮੈਂ ਤੇਰੀ ਆਗਿਆ ਮੰਨੀ ਹੈ ਸਾਰੀ, ਕਿਉ ਹੋਏ ਮਮ ਆਇਸ ਅਨੁਸਾਰੀ, ਕਹਿਣ ਲਗੇ ਇਸ ਤਰ੍ਹਾਂ ਕਰਕੇ ਮੇਰੀ ਮੰਗ ਦੇ ਵੀ ਅਧੀਨ ਹੋ ਜਾਓ। ਬਰਮਾ ਮੈਂ ਤੁਹਾਡਾ ਤਪ ਕੀਤਾ ਹੈ, ਹੁਣ ਤੁਸੀਂ ਵੀ ਮੇਰੀ ਇੱਛਾ ਨੂੰ ਪੂਰੀ ਕਰੋ। ਏਕ ਰਾਜ ਅਵਨੀ ਪੈ ਕਰ ਹੂੰ, ਤੇ ਫੇਰ ਮੈਨੂੰ ਸਾਰੀ ਧਰਤੀ ਦਾ ਰਾਜ ਦਿਓ। I shall be the only one to rule the whole world। ਹਾਂਜੀ, ਸਕਲ ਬੈਰੀਅਨ ਛਿਨ ਮਹਿ ਹਰ ਹੂੰ, ਤੇ ਨਾਸ ਮੈਂ ਆਪਣੇ ਵੈਰੀ, ਮੇਰੇ ਦੁਸ਼ਮਣਾਂ ਦਾ ਮੈਂ ਇੱਕ ਇਨਸਟੈਂਟਲੀ ਸਾਰਿਆਂ ਨੂੰ ਮਾਰ ਸਕਾਂ। ਲੋਕਪਾਲ ਸਭ ਰਹਿ ਅਧੀਨਾ, ਸਾਰੇ ਲੋਕਪਾਲ ਜਿਹੜੇ 10 ਹਨ, ਜਿਹੜੇ ਡਾਇਰੈਕਸ਼ਨਸ ਦੇ ਪਾਲਕ ਆ, ਉਹ ਸਾਰੇ ਮੇਰੇ ਹੁਕਮ ਵਿੱਚ ਰਹਿਣ। ਇਹ ਵਰ ਦੀਜੈ ਮੁਝ ਹੈ ਪਰਬੀਨਾ, ਇਹ ਮੈਨੂੰ ਵਰ ਦੇ ਦੇ, ਮੈਨੂੰ ਇਹ ਵਰ ਦੇ ਦੇ। ਜੇ ਬੂਨ ਦੇਣਾ ਤਾਂ ਮੈਨੂੰ ਇਹ ਬੂਨ ਦੇ। ਦੇਖੋ ਅੱਜ ਤੱਕ ਕਿਸੇ ਨੇ ਨਹੀਂ ਮੰਗਿਆ ਹੋਗਾ ਐਸਾ ਬੂਨ ਜਿਹੜਾ ਇਹ ਹਰਨਾਕਸ਼ ਮੰਗ ਰਿਹਾ ਅੱਜ। ਦੈਂਤ ਰਾਜ ਕੀ ਸੁਣ ਕਰ ਬਾਨੀ, ਇਹ ਦੈਂਤ ਰਾਜ, ਦੈਂਤਾਂ ਦੇ ਰਾਜਾ ਹਰਨਾਕਸ਼ ਦੀ ਗੱਲ ਸੁਣ ਕੇ ਬਰਮਾ ਨੇ ਬੋਲ ਰੋ ਸਹਿਮਾ ਕਰ ਸਨਮਾਨੀ, ਹਾਂ ਬੋਲ ਰੋ, ਕਹਿਣ ਲਗੇ ਜਦੋਂ ਉਹਨੇ ਜਿਹੜਾ ਹਨ ਸਹਿਮਾ, ਉਹ ਸਹਿਮ ਗਿਆ ਸੀ, ਉਹ ਇੰਨਾ ਪ੍ਰਭਾਵਿਤ ਹੋਇਆ ਸੀ ਇਹਦਾ ਤਪ ਦੇਖ ਕੇ ਬਰਮਾ, ਕਿ ਉਹਦਾ ਸਤਿਕਾਰ ਕਰਦਾ ਸੀ ਹਰਨਾਕਸ਼ ਦਾ, ਰਿਸਪੈਕਟ ਕਰਦਾ ਸੀ ਵੀ ਇਹਨੇ ਕਿੰਨੀ ਭਗਤੀ ਕੀਤੀ ਹੈ। ਇਸ ਕਰਕੇ ਵਰ ਦੁਰਲਭ ਤੈ ਜਾਚਨ ਕੀਨੋ, ਤੇ ਵਰਮਾ ਉਹਨੂੰ ਕਹਿੰਦਾ ਹਰਨਾਕਸ਼ ਨੂੰ, ਤੂੰ ਵਰ ਤਾਂ ਬਹੁਤ ਦੁਰਲਭ, ਜਿਹੜਾ ਵਰ ਕਿਸੇ ਨੂੰ ਨਹੀਂ ਅੱਜ ਤੱਕ ਮਿਲਿਆ, ਤੂੰ ਉਹ ਮੰਗ ਰਿਹਾ ਮੇਰੇ ਤੋਂ, ਜਿਹੜਾ ਅੱਜ ਤੱਕ ਕਿਸੇ ਨੂੰ ਮਿਲਿਆ ਹੀ ਨਹੀਂ ਹੈ ਵਰ। ਫਿਰ ਤਦਪ ਦਿਓ ਮੈਂ ਤੋ ਵੱਡ ਚੀਨੋ, ਪਰ ਫਿਰ ਵੀ ਬਰਮਾ ਕਹਿੰਦਾ each word that you have said will come to pass, you will get it, ਜੋ ਤੂੰ ਕਿਹਾ ਹੈ ਤੈਨੂੰ ਮਿਲੇਗਾ, whatever you ask ਮੈਂ ਤੈਨੂੰ ਦਵਾਂਗਾ, ਕਿਉਂਕਿ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਤੇਰੇ ਤਪ ਨੂੰ ਦੇਖ ਕੇ। ਏਵ ਮਸਤ ਕਹਿ ਬ੍ਰਹਮਾ ਗਵਨਾ, ਕਹਿਣਗੇ ਇਹ ਜਿਹੜਾ ਇਸ ਤਰ੍ਹਾਂ ਕਹਿ ਕੇ ਬਰਮਾ ਤਾਂ ਵਾਪਸ ਚਲ ਗਿਆ ਆਪਣੇ ਬ੍ਰਹਮ ਲੋਕ ਨੂੰ, ਪ੍ਰਾਪਤ ਭਇਓ ਆਪਣੇ ਭਵਨਾ, ਉਹ ਆਪਣੇ ਘਰ ਪਹੁੰਚ ਗਿਆ, ਬ੍ਰਹਮ ਲੋਕ ਨੂੰ ਪਹੁੰਚ ਗਿਆ ਜੀ ਜਾ ਕੇ। ਹਿਰਨ ਕਸ਼ਪ ਜਬ ਅਸ ਪਰ ਪਾਵਾ, ਹੁਣ ਹਿਰਨ ਕਸ਼ਪ ਜਿਹੜਾ ਹਰਨਾਕਸ਼ ਹੈ, ਜਦੋਂ ਇਹਨੂੰ ਐਸਾ ਵਰ ਮਿਲ ਗਿਆ, ਫਿਰ ਭਰਿਓ ਹਰਖ ਹਿਰਦੇ ਗਰਬਾਵਾ, ਉਹ ਆਪਣੇ ਹਿਰਦੇ ਵਿੱਚ ਹੰਕਾਰੀ ਹੋ ਗਿਆ, ਹੁਣ ਮੈਨੂੰ ਕੌਣ ਮਾਰ ਸਕਦਾ ਹੈ, ਮੈਂ ਮੋਸਟ ਪਾਵਰਫੁਲ ਪਰਸਨ ਇਨ ਦ ਵਰਲਡ। ਹਾਂਜੀ, ਸਿਮਰ ਭਰਾਤ ਬਦ ਭਾ ਔਰ ਕ੍ਰੋਧਾ, ਤੇ ਆਪਣੇ ਭਰਾ ਯਾਦ ਆ ਗਿਆ ਉਹਨੂੰ, ਭਰਾ ਯਾਦ ਕਰਕੇ ਹਿਰਦੇ ਵਿੱਚ ਫੇਰ ਕ੍ਰੋਧ ਆ ਗਿਆ, ਗੁੱਸਾ ਆ ਗਿਆ ਉਹਦੇ। ਬਿਸ਼ਨ ਸੰਗ ਕੀਨ ਵਿਰੋਧਾ, ਉਹਨੇ ਕੀਤਾ, ਕਹਿੰਦਾ ਵਿਸ਼ਨੂੰ ਨੂੰ ਨਹੀਂ ਮੈਂ ਛੱਡਦਾ, ਹੁਣ ਮੈਂ ਵਿਸ਼ਨੂੰ ਨਾਲ ਟੱਕਰ ਲਵਾਂਗਾ। ਪੂਰਨ 3 ਲੋਕ ਕੋ ਜੀਤਾ, ਉਹਨੇ ਕੀ ਕੀਤਾ, ਜਾ ਕੇ ਉਹਨੇ ਆਕਾਸ਼ ਲੋਕ, ਸਵਰਗ ਲੋਕ ਜਿੱਤ ਲਿਆ, ਮਤ ਲੋਕ ਜਿੱਤ ਲਿਆ, ਪਤਾਲ ਲੋਕ ਸਾਰਾ ਜਿੱਤ ਲਿਆ ਜੀ। ਪੰਨਗ ਨਰਸੁਰ ਭੇ ਪੈ ਪੀਤਾ, ਕਹਿਣ ਲੱਗੇ ਸੱਪ ਜਿਹੜੇ ਹਨ, ਅੰਡਰਵਰਲਡ ਜਿਹੜੇ ਹਨ, ਜਿਹੜਾ ਥੱਲੇ ਹੈ,
ਸੋ ਉਹ ਜਿਹੜਾ ਹੈ ਉਹ ਸਾਰਾ ਹੀ ਜਿੱਤ ਲਿਆ। ਸੱਪ ਡਰ ਗਏ ਜੀ, ਨਰ ਇਹ ਧਰਤੀ ਦੇ ਪੁਰਸ਼ ਡਰ ਗਏ ਜੀ ਸਾਰੇ, ਉੱਤੇ ਦੇਵਤੇ ਹੈਵਨ ਉਹ ਵੀ ਡਰ ਗਏ ਜੀ ਸਾਰੇ। ਸੁਰਗ ਵੇਖਿਆ ਕੀਨੋ ਨਿਜ ਬਾਸਾ। ਦੇਖੋ ਉਹਨੇ ਇੰਦਰ ਨੂੰ ਕੱਟ ਕੇ ਪਰਾ ਮਾਰਿਆ, ਆਪ ਬਹਿ ਗਿਆ ਜਾ ਕੇ ਸਵਰਗਾਂ ਤੇ, ਰਾਜ ਬਣ ਗਏ, ਉਹਨੇ ਰਾਜ ਸੰਭਾਲ ਲਿਆ ਜੀ, ਹੈਵਨ ਦਾ ਵੀ ਸੰਭਾਲ ਲਿਆ। ਅਨੇਕ ਭਾਂਤ ਕੇ ਕਰਤ ਬਿਲਾਸਾ। ਉੱਥੇ ਅਨੇਕ ਤਰ੍ਹਾਂ ਦੇ ਬਿਲਾਸ ਕਰਦਾ, ਖੁਸ਼ੀਆਂ ਮਨਾਉਂਦਾ ਜੀ, ਇੰਜੋਏ ਕਰਦਾ ਸੀ, ਪੈਰਾਡਾਈਸ ਆ ਜੀ ਉਹਦਾ। ਛੀਰ ਫੇਨ ਸਮਝ ਸਹਿਜਾ ਤਹਿਵਾ। ਹਾਂ ਕਹਿਣ ਲੱਗੇ ਸ਼ੀਨ ਫੇਨ, ਕਹਿਣ ਲੱਗੇ ਜਿੰਨੇ ਵੀ ਦੇਵਤੇ ਹਨ ਸਾਰੇ, ਜਿੰਨਾ ਵੀ ਸਭ ਕੁਝ ਹੈ, ਜਿੰਨੇ ਯੋਧੇ ਸਨ ਦੁਨੀਆ ਦੇ, ਉਹ ਜਿਵੇਂ ਨਾ ਕਹਿੰਦੇ ਜਦੋਂ ਅੱਗ ਲੱਗੀ ਹੁੰਦੀ ਆ ਦੁੱਧ ਦੇ ਥੱਲੇ, ਦੁੱਧ ਉੱਤੇ ਨੂੰ ਉਬਲਦਾ ਹੈ, ਜੋ ਅੱਗ ਬੰਦ ਕਰਦੇ ਸਾਰੇ ਹੀ ਬਹਿ ਜਾਂਦਾ ਹੈ। ਕਹਿੰਦੇ ਦੁਨੀਆ ਦੇ ਸਾਰੇ ਵੱਡੇ ਵੱਡੇ ਯੋਧੇ ਬਹਿ ਗਏ ਜੀ ਉਹਦੀ ਤਾਕਤ ਨੂੰ ਦੇਖ ਕੇ। ਪਦਮ ਰਾਗ ਕੇ ਆਸਨ ਜਹਵਾ। ਹਾਂ ਕਹਿੰਦੇ ਜਿੰਨੇ ਵੀ ਜਿਹੜੇ ਆਸਨ ਹਨ, ਸ਼ੀਰ ਫੇਨ ਕਹਿਣ ਲੱਗੇ ਉਹ ਜਿਹੜੇ ਹਨ ਪਦਮ ਰਾਗ, ਜਿਹੜੇ ਪਦਮ ਰਾਗ ਨੇ, ਜਿਹੜੇ ਲਾਲ ਮਣੀਆਂ ਵਾਲੇ, ਹਾਂਜੀ ਆਸਨ, ਜਿਹੜੇ ਮਣੀਆਂ ਵਾਲੇ ਡਾਇਮੰਡ ਵਾਲੇ ਆਸਨਾਂ ਤੇ ਬਹਿੰਦੇ ਸਨ, ਜਿਹੜੇ ਕਿ ਦੁਨੀਆ ਤੇ ਰਾਜ ਕਰਨ ਵਾਲੇ ਸਾਰੇ ਬਹਿ ਗਏ ਜੀ, ਕੋਈ ਵੀ ਉਹਦੇ ਨਾਲ ਲੜ ਨਾ ਸਕਿਆ। ਮਰਕਤ ਮਨ ਪੂਰ ਚਿਤਰ ਸੁਹਾਈ। ਕਹਿਣਗੇ ਮਰਕਤ ਮਨ, ਕਹਿਣਗੇ ਉਹਨਾਂ ਦੇ ਜਿਹੜੇ ਹਨ, ਇਹਨਾਂ ਦਾ ਸਰੀਰ ਜਿਹੜਾ ਸੀ ਸਾਵੇ ਰਤਨ ਵਰਗਾ ਸਰੀਰ, ਕਹਿਣਗੇ ਇਹਨੂੰ ਦੇਖ ਕਰਕੇ ਜਿਹੜੀਆਂ ਬੜੇ ਬੜੇ ਜਿਹੜੇ ਬਚਿੱਤਰ ਸੁਹਾਈ ਬੜੇ ਜਿਹੜਾ ਯੋਧੇ ਸਨ, ਤਕੜੇ ਸਨ, ਉਹ ਸਾਰੇ ਬਹਿ ਗਏ ਜੀ, ਇਹਨੇ ਸਾਰਿਆਂ ਨੂੰ ਜਿੱਤ ਲਿਆ। ਅਟਾ ਫਟਕ ਕੀ ਲਲਿਤ ਬਣਾਈ। ਕਹਿਣਗੇ ਅਟਾਰੀਆਂ ਇਹਨੇ ਬਣਾਈਆਂ ਜੀ, ਇਹਨੇ ਆਪਣਾ ਰਾਜ ਬਣਾਇਆ, ਆਪਣੇ ਫੋਰਟ ਬਣਾਏ ਵੱਡੇ ਵੱਡੇ, ਉਹ ਵੱਡੇ ਵੱਡੇ ਫੋਰਟਾਂ ਦੇ ਵਿੱਚ ਕੀ ਕੀਤਾ ਇਸਨੇ, ਉਹਨਾਂ ਵਿੱਚ ਅਟਾਰੀਆਂ ਬਣਾਈਆਂ, ਟਾਵਰਸ ਬਣਾਏ ਉੱਚੇ ਉੱਚੇ, ਜਿਨ੍ਹਾਂ ਵਿੱਚ ਸ਼ੀਸ਼ੇ ਲੱਗੇ ਹੋਏ ਹਨ, ਜਿਹੜੇ ਸੁੰਦਰ ਬਣੇ ਹੋਏ ਹਨ, ਜਿਨ੍ਹਾਂ ਦੁਨੀਆ ਦੇ ਰਤਨ ਜਵਾਹਰ ਹਨ ਸਾਰੇ ਉੱਥੇ ਲਾਏ ਹੋਏ ਹਨ। ਵਿਦ ਬਚਿੱਤਰ ਤਨੇ ਬਿਤਾਨਾ। ਕਈ ਤਰ੍ਹਾਂ ਦੇ ਚੰਦੋਏ ਲੱਗੇ ਹੋਏ ਹਨ ਇਹਦੇ ਉੱਤੇ, ਕਈ ਤਰ੍ਹਾਂ ਦੇ ਜਿਹੜੇ ਹਨ ਮਣੀਆਂ ਸੋਹਣੇ ਜਿਹੜਾ ਹਨ ਪ੍ਰੈਸ਼ੀਅਸ ਡਾਇਮੰਡ ਸਟੋਨਸ ਦੇ ਇਹਦੇ ਉੱਤੇ ਚੰਦੋਏ ਲੱਗੇ ਹੋਏ ਹਨ, ਕੈਨੋਪੀਸ ਹਨ। ਮੁਕਤਨ ਕੀ ਝਾਲਰ ਬਿਦ ਨਾਨਾ। ਦੇ ਕਹਿੰਦੇ ਉਹਨਾਂ ਦੀ ਮੋਤੀਆਂ ਵਾਲੀ ਪਰਲਸ ਵਾਲੀ ਜਿਹੜੀ ਹੈ ਉਹਨਾਂ ਦੀਆਂ ਝਾਲਰਾਂ ਲੱਗੀਆਂ ਹੋਈਆਂ ਹਨ। ਬਿਦਰਮ ਮਨ ਜੱਟ ਬਣੀ ਸੁਪਾਨਾ। ਦੇਖੋ ਗੁੱਲੀਆਂ ਜਿਹੜੀਆਂ ਹਨ ਤੇ ਮਣੀਆਂ, ਉਹਨਾਂ ਨੂੰ ਜੜ ਜੜ ਕੇ ਜਿਹੜਾ ਹਨ ਇਦਾਂ ਪੌੜੀਆਂ ਬਣਾਉਂਦੇ ਸਨ, ਜਿੱਥੇ ਚੜ੍ਹਦਾ ਸੀ ਨਾ ਉਹ ਵੀ ਡਾਇਮੰਡ ਤੇ ਸੋਨੇ ਦੀਆਂ ਬਣੀਆਂ ਹੁੰਦੀਆਂ ਸਨ। ਇੰਨਾ ਰਾਜ ਇਹਨੇ ਪਵਜਾ ਕੀਤਾ ਜੀ। ਥੰਬਨ ਛਬਨ ਹੈ ਜਾਤ ਬਖਾਨਾ। ਉਹ ਕਹਿੰਦੇ ਥੰਮ ਜਿਹੜੇ ਕਾਲਮ ਸਨ, ਉਹਨਾਂ ਦੀ ਜਿਹੜੀ ਕਢਾਈ ਹੈ, ਜਿਹੜਾ ਸੋਨਾ ਡਾਇਮੰਡਸ ਵਿੱਚ ਲਾਏ, ਕਹਿੰਦੇ ਕਹਿਣ ਤੋਂ ਬਾਹਰ ਹੈ, ਇੰਨੇ ਸੁੰਦਰ ਸੁੰਦਰ ਥੰਮ ਹਨ। ਚੰਦ ਬਦਨ ਜੇ ਦੇਵ ਬਤੂਟੀ। ਦੇਖੋ ਚੰਦਰਮਾ ਦੇ ਮੁਖ ਵਾਲੀਆਂ ਜਿਹੜੀਆਂ ਦੇਵਤਿਆਂ ਦੀਆਂ ਘਰ ਵਾਲੀਆਂ ਸਨ, ਵੋਟੀਆਂ ਸਨ ਜਾਂ ਐਂਜਲ ਸਨ, ਸਾਰੀਆਂ ਇਹਦੇ ਆਲੇ ਦੁਆਲੇ ਘੁੰਮਦੀਆਂ ਫਿਰਦੀਆਂ ਸਨ। ਹਾਂਜੀ ਸੋ ਇਹ ਤਾਂ ਬਿਲਕੁਲ ਹੀ ਪੈਰਾਡਾਈਸ 'ਚ ਰਹਿਣ ਵਾਲਾ ਸੀਗਾ, ਸੋ ਇਸ ਕਰਕੇ ਜਿਹਨੇ ਸਭ ਜਗ ਕੀ ਉਪਮਾ ਲੂਟੀ। ਕਹਿਣਗੇ ਸਾਰੇ ਜਗਤ ਦੀ ਉਪਮਾ ਇਹਨੇ ਲੁੱਟ ਲਈ ਜੀ, ਸਾਰੀ ਦੁਨੀਆ ਦਾ ਜਿਹੜਾ ਹੈ ਇਹਨੂੰ ਇਹਦੀ ਵਾਹ ਵਾਹ ਹੋਣ ਲੱਗ ਗਈ ਜੀ, ਇਹਨੂੰ ਰੱਬ ਮੰਨਣ ਲੱਗੇ ਸਾਰੀ ਦੁਨੀਆ ਵਿੱਚ। ਇਸ ਪ੍ਰਕਾਰ ਸੁਖ ਸੁਰਗ ਅਪਾਰਾ। ਕਹਿਣਗੇ ਇਸ ਤਰ੍ਹਾਂ ਦੇ ਇਸ ਪ੍ਰਕਾਰ ਦੇ ਸੁੱਖ ਸਵਰਗਾਂ ਦੇ ਇਹਨੇ ਸਾਰੇ ਇਹਨੇ ਲੈ ਲਏ ਆਪਣੇ। ਭੋਗਤ ਭਾਰ ਹੈ ਤਾਂ ਹੈ ਮਝਾਰਾ। ਉੱਥੇ ਸਵਰਗਾਂ 'ਚ ਬਹੁਤਾ ਸਮਾਂ ਰਹਿੰਦਾ ਸੀ ਤੇ ਭੋਗਦਾ ਰਹਿੰਦਾ ਸੀ ਸੁੱਖ। ਜੀਤ ਲੋਕ ਪਤ ਸਗਰੇ ਜਬ ਹੀ। ਸਾਰੇ ਲੋਕ ਜਦੋਂ ਇਹਨੇ ਜਿੱਤ ਲਏ ਦੁਨੀਆ ਦੀ ਸਾਰੀ ਗੈਲੈਕਸੀ, ਸਾਰੀਆਂ ਯੂਨੀਵਰਸ ਜਿੱਤ ਲਈ, ਬੈਸਿਓ ਸਿੰਘਾਸਨ ਪਰ ਤਬ ਹੀ। ਫਿਰ ਆਪਣੇ ਸਿੰਘਾਸਨ ਤੇ ਬਹਿ ਗਿਆ ਆ ਕੇ ਹਰਨਾਕਸ਼। ਲੋਕਪਾਲ ਲੈ ਸਕਲ ਉਪਾਇਨ। ਸੋ ਲੋਕਪਾਲ ਲੈ ਸਕਲ ਉਪਾਇਨ, ਲੋਕ ਜਿਹੜੇ ਹਨ ਸਾਰੇ ਲੋਕਪਾਲ ਵੱਡੇ ਵੱਡੇ ਰਾਜੇ ਵੀ ਇਹਨੂੰ ਆ ਕੇ ਮੰਨਿਆ ਕਰਦੇ ਸਨ, ਇਹਨੂੰ ਵੱਡਾ ਬਣਾਉਂਦੇ ਸਨ। ਤਤ ਛਿਨ ਪੂਜਤ ਭੇਤ ਹਿਪਾਇਨ। ਸਾਰੇ ਲੋਕ ਇਹਦੇ ਕਦਮਾਂ ਤੇ ਪੈਂਦੇ ਸਨ, ਰਾਜੇ ਵੀ ਆ ਕੇ ਇਹਨੂੰ ਮੱਥਾ ਟੇਕਿਆ ਕਰਦੇ ਸਨ। ਬ੍ਰਹਮਾ ਬਿਸ਼ਨ ਬਹੀਨ ਗਿਰੀਸਾ। ਕਹਿਣ ਲੱਗੇ ਤਿੰਨਾਂ ਤੋਂ ਬਗੈਰ ਜਿਹੜਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਤੋਂ ਬਗੈਰ ਬਾਕੀ ਸਾਰੀ ਦੁਨੀਆ ਦੇ ਕਦਮਾਂ ਤੇ ਪੈ ਗਈ ਆ ਕੇ। ਔਰ ਲੋਕਪਤ ਨਾਮ ਹੈ ਸੀਸਾ। ਕਹਿਣਗੇ ਔਰ ਲੋਕਪਤ ਨਾਮ ਹੈ ਸੀਸਾ, ਹੋਰ ਸਾਰੇ ਇਹਦੇ ਕਦਮਾਂ ਤੇ ਪਏ ਜਿੰਨੇ ਵੀ ਵੱਡੇ ਵੱਡੇ ਰਾਜੇ ਮਹਾਰਾਜੇ। ਉਗਰ ਰਾਜ ਕੀ ਫਿਰਤ ਨੇ ਦੇਸੂ। ਹਾਂ ਉਗਰ ਰਾਜ, ਕਹਿਣ ਲੱਗੇ ਇਹਦਾ ਰਾਜ ਸਭ ਤੋਂ ਵੱਡਾ ਹੋ ਕੇ ਪ੍ਰਗਟ ਹੋਇਆ ਸੰਸਾਰ ਦੇ ਉੱਤੇ। ਕੰਪਤ ਸਕਰ ਦਿਨੇਸ਼ ਨਿਸੇਸੂ। ਕਹਿਣਗੇ ਇੰਦਰ ਸੂਰਜ ਚੰਦਰਮਾ ਇਹ ਤੋਂ ਕੰਬਦੇ ਸਨ, ਹਰਨਾਕਸ਼ ਤੋਂ ਡਰਦੇ ਸਨ। ਇੱਕ ਵਾਰ ਜੋ ਬੋਵ ਹੈ ਖੇਤੀ। ਇੱਕ ਵਾਰ ਜਿਹੜਾ ਕੋਈ ਖੇਤੀ ਜਿਹੜਾ ਬੋ ਦਵੇ, ਖੇਤੀ ਨੂੰ ਬੋ ਲਵੇ। ਲੁਨ ਹੈ ਅਨੇਕ ਵਿਰ ਹੋਇ ਪੁਨ ਤੇਤੀ। ਦੇਖੋ ਕਹਿੰਦੇ ਜਿਹੜਾ ਤਪ ਕਰਦਾ ਹੈ ਨਾ, ਇੱਕ ਵਾਰੀ ਖੇਤੀ ਜਿਹੜਾ ਬੀਜਦਾ ਹੈ ਫਿਰ ਮੁੜ ਮੁੜ ਕੇ ਉਹਨੂੰ ਵੱਢੀ ਜਾਂਦਾ ਹੈ। ਦੇਖੋ ਹਰਨਾਕਸ਼ ਨੇ ਇੱਕ ਵਾਰੀ ਤਪ ਕੀਤਾ, ਉਹਦਾ ਫਲ ਕਿੰਨੇ ਸਾਲ ਇਹ ਖਾਂਦਾ ਰਿਹਾ, ਕਿੰਨਾ ਇਹਦਾ ਵੱਡ ਪ੍ਰਤਾਪ ਹੋਇਆ, ਕਿੰਨਾ ਇਹਦਾ ਸਾਰੀ ਦੁਨੀਆ ਦੇ ਕੰਟਰੋਲ ਵਿੱਚ ਆਈ, ਸਿਰਫ ਇੱਕ ਤਪ ਕਰਕੇ। ਜਿਵੇਂ ਕਹਿੰਦੇ ਇੱਕ ਖੇਤੀ ਬੀਜਣੀ ਇੱਕ ਵਾਰ ਹੈ, ਵੱਢਣੀ ਰੋਜ਼ ਹੈ। ਉਗਰ ਦੰਡ ਧਰ ਸਭ ਕੇ ਸੀਸਾ। ਕਹਿੰਗੇ ਉਗਰ ਦੰਡ, ਫਿਰ ਜਿਹੜਾ ਇਹਨੂੰ ਰੱਬ ਨਹੀਂ ਮੰਨਦਾ, ਇਹਨੂੰ ਪ੍ਰਮਾਤਮਾ ਨਹੀਂ ਕਹਿੰਦਾ, ਜਲੇ ਹਰੀ ਆਪਾਂ ਕਹਿੰਦੇ ਆ ਨਾ, ਇਹ ਜਲੇ ਹਰਨਾਕਸ਼ ਥਲੇ ਹਰਨਾਕਸ਼ ਸਾਰੇ ਕਾਸੇ ਇਹੀ ਚੱਲਦਾ ਸੀ। ਜਿਹੜਾ ਇਹਨੂੰ ਰੱਬ ਨਹੀਂ ਮੰਨਦਾ ਹੀ ਬਲਕਿ
ਸੋ ਉਹਨੂੰ ਫੋਰਸ ਕਰਦਾ ਸੀ ਦੁਨੀਆ ਨੂੰ, ਮੈਨੂੰ ਰੱਬ ਕਹੋ, ਮੈਂ ਰੱਬ ਹਾਂ ਤੁਹਾਡਾ ਦੁਨੀਆ ਤੇ। ਸੋ ਉਗਰ ਦੰਡ ਸਾਰਿਆਂ ਨੂੰ ਹੀ ਦੰਦਾ ਸੀ, ਇਹ ਭੈੜੇ ਭੈੜੇ ਦੰਡ। ਸੁਰ ਬਿਆਕੁਲ ਭੇ ਇੰਦਰ ਸਣੇ ਸਾਰੇ ਦੇਵਤੇ ਵੀ ਵਿਆਕੁਲ ਹੋ ਗਏ, ਹੁਣ ਡਰ ਗਏ ਜੀ, ਹੁਣ ਕੋਈ ਉਪਾਅ ਨਹੀਂ ਦਿਸਦਾ। ਸਭ ਮਿਲ ਗਏ ਸਰਨ ਕਰਤਾਰਾ। ਸੋ ਸਾਰੇ ਮਿਲ ਕੇ ਪਰਮੇਸ਼ਰ ਕੋਲ ਗਏ, ਜਾ ਕੇ ਅਰਦਾਸ ਕੀਤੀ, ਬਹੁ ਪ੍ਰਕਾਰ ਕੋ ਸੁਜਸ ਉਚਾਰਾ। ਬਹੁਤ ਤਰ੍ਹਾਂ ਦਾ ਜਿਹੜਾ ਜਸ ਕੀਤਾ ਪਰਮਾਤਮਾ ਅੱਗੇ, ਹੇ ਪਰਮਾਤਮਾ ਤੂੰ ਹੀ ਬਚਾਉਣ ਵਾਲਾ ਹੈ ਹੁਣ। ਪਾਰ ਬ੍ਰਹਮ ਗੁਣ ਨਿਧ ਭਗਵੰਤਾ। हे ਭਗਵਾਨ, हे परमात्मा, हे पार ब्रह्म, गुण निध सारे गुना दा तू खजाना है, मालिक है। श्री परमेश्वर कमला कंता। हे परमेश्वर तू माया दा पति है। दीन दयाल गोबिंद अनंता। तू दीन गरीबां ते दया दा घर है। गोबिंद सारे गो ਜਿਹੜੀਆਂ ਹਨ ਗੋਲਾਕਾਰ ਸ੍ਰਿਸ਼ਟੀ ਹੈ, ਇਹਨੂੰ ਜਿਹੜਾ ਹੈ ਪਾਲਣ ਵਾਲਾ ਹੈ। ਤੂੰ ਅਨੰਤ ਰੂਪ ਹੈ ਤੇਰਾ। ਸੁਨਤ ਸਰਵਣ ਮੈਂ ਬੇਨਤੀ ਸੰਤਾ। ਜਦੋਂ ਇਹ ਬੇਨਤੀ ਪਰਮਾਤਮਾ ਨੇ ਸੁਣੀ ਆਪਣੇ ਸੰਤਾਂ ਦੇ ਮੂੰਹ ਤੋਂ, ਭਾਰਤ ਹਰਨ ਭਗਤ ਨਿਜ ਪਾਲਕ। ਉਹਨਾਂ ਦਾ ਦੁੱਖ ਦੂਰ ਕਰਨ ਵਾਸਤੇ ਤੇ ਫਿਰ ਜਿਹੜਾ ਹੈ ਆਪਣੀ ਭਗਤੀ ਦਾ ਪਾਲਨ ਕਰਨ ਵਾਸਤੇ, ਆਪਣਾ ਜਿਹੜਾ ਹੈ ਦੁਨੀਆ ਨੂੰ ਮੁਕਤ ਕਰਨ ਵਾਸਤੇ, ਸੋ ਹਰਨਾਕਸ਼ ਦਾ ਜਿਹੜਾ ਹੈ ਪ੍ਰਭਾਵ, ਇਨਫਲੂਐਂਸ ਨੂੰ ਵੀਕ ਕਰਨ ਵਾਸਤੇ ਕੀ ਕੀਤਾ ਉਸ ਪਰਮੇਸ਼ਰ ਨੇ? ਦੁਖਦਾਈ ਦੁਸ਼ਟਨ ਕੋ ਘਾਲਕ। ਦੁਸ਼ਟਦਾਈ ਦੁੱਖ ਦੇਣ ਵਾਲੇ ਜਿਹੜੇ ਦੁਸ਼ਟ ਹਨ, ਭੈੜੇ ਲੋਕ ਹਨ, ਉਹਨਾਂ ਨੂੰ ਮਾਰਨ ਵਾਸਤੇ। ਸਤ ਚਿਤ ਆਨੰਦ ਰੂਪ ਮੁਕੰਦਾ। ਉਹ ਸਤ ਚਿਤ ਆਨੰਦ ਰੂਪ ਪਰਮਾਤਮਾ ਜਿਹੜਾ ਤਿੰਨਾਂ ਗੁਣਾ ਵਾਲਾ ਹੈ, ਜੋ ਮੁਕਤੀ ਦਾ ਸਰੂਪ ਹੈ। ਨਮੋ ਨਮੋ ਤਵ ਪਗ ਸੁਖ ਕੰਦਾ। ਕਹਿਣਗੇ ਨਮੋ ਨਮੋ हे ਪਰਮਾਤਮਾ। ਦੇਵਤੇ ਕਹਿੰਦੇ ਹਨ ਅਸੀਂ ਤੇਰੇ ਕਦਮਾਂ ਤੇ ਹਾਂ, ਜੋ ਤੂੰ ਸੁਖ ਦੇਣ ਵਾਲਾ ਹੈ। ਹਰ ਹੋ ਪੀਰ ਹਮਰੀ ਜਗ ਸਾਈ। ਮਹਾਰਾਜ ਸਾਡੀ ਪੀੜ, ਸਾਡਾ ਦੁੱਖ ਜਗ ਰਾਈ, ਜਗ ਦੇ ਸਵਾਮੀ ਦੂਰ ਕਰ ਦਿਓ। ਹਲ ਹੋ ਦੈਂਤ ਸਭ ਹਿਨ ਦੁਖਦਾਈ। ਮਹਾਰਾਜ ਮਾਰ ਦਿਓ ਸਾਰੇ ਦੈਂਤਾਂ ਨੂੰ ਜੋ ਦੁਨੀਆ ਨੂੰ ਦੁੱਖ ਦੇਣ ਵਾਲੇ ਹਨ। ਇਸ ਵਿਦ ਕੀ ਜਬ ਬੇਨਤੀ ਠਾਨੀ। ਜੋ ਇਸ ਪ੍ਰਕਾਰ ਦੀ ਬੇਨਤੀ ਕੀਤੀ ਦੇਵਤਿਆਂ ਨੇ ਸਾਰੇ ਪਰਮੇਸ਼ਰ ਅੱਗੇ, ਭਾਈ ਗਗਨ ਤੇ ਅਮਰਨ ਬਾਣੀ। ਉਸ ਵੇਲੇ ਆਕਾਸ਼ ਵਿੱਚੋਂ ਆਕਾਸ਼ਬਾਣੀ ਆਈ। ਆਕਾਸ਼ ਵਿੱਚੋਂ ਪਰਮਾਤਮਾ ਨੇ ਹੁਕਮ ਕੀਤਾ, ਜਿਨ ਪੈ ਤਰਹੁ ਚਿੰਤ ਕਰ ਹਾਨੀ। ਕਹਿਣ ਲੱਗੇ ਜਿਨ ਭੈ, ਜਿਹਦਾ ਡਰ ਤੁਹਾਨੂੰ ਹੋਇਆ ਹੈ, ਜਿਹਦਾ ਡਰ ਤੁਸੀਂ ਅੰਦਰ ਧਾਰ ਕੇ ਚਿੰਤਾ ਵਿੱਚ ਫਸੇ ਹੋਏ ਹੋ, ਜਿਹਦਾ ਫਿਕਰ ਤੁਹਾਨੂੰ ਲੱਗਿਆ ਹੋਇਆ ਹੈ, ਜਿਹਦੇ ਡਰ ਕਰਕੇ ਹਰਨਾਕਸ਼ ਦੇ। ਦੈਂਤ ਦੁਸ਼ਟਾ ਮੈਂ ਸਭ ਜਾਨੀ। ਕਹਿਣ ਲੱਗੇ ਦੈਂਤਾਂ ਦੇ ਦੁਸ਼ਟਾ, ਉਹਨਾਂ ਦੀ ਜਿਹੜੀ ਹੈ ਕਠੋਰਤਾ ਸਾਰੀ ਜਾਣਦੇ ਹਨ। ਸੋ ਤੇ ਇਸ ਕੋ ਹੋਇਆ ਹੈ ਸਭ ਸਾਧੂ। ਪਰਮਾਤਮਾ ਕੀ ਕਹਿੰਦਾ? ਇਹਦੇ ਘਰ ਵਿੱਚ ਮੈਂ ਆਪਣਾ ਭਗਤ ਭੇਜਣਾ ਹੈ, ਇਹਦੇ ਘਰ ਵਿੱਚ ਮੇਰਾ ਭਗਤ ਜਨਮ ਲਏਗਾ। ਹੈ ਸ਼ੁਭ ਸਾਧੂ, ਮੇਰਾ ਸ਼ੁਭ ਸਾਧੂ, ਮੇਰਾ ਆਪਣਾ ਭਗਤ ਇਹਦੇ ਘਰ 'ਚ ਜਨਮ ਲਏਗਾ, ਇਹਦਾ ਪੁੱਤਰ ਬਣੇਗਾ। ਕਰ ਵਿਰੋਧ ਤੇ ਬਿਨ ਅਪਰਾਧੂ। ਕਹਿਣ ਲੱਗੇ ਬਿਨਾਂ ਅਪਰਾਧ ਤੋਂ ਉਹ ਇਹਦਾ ਵਿਰੋਧ ਕਰੇਗਾ ਪਿਤਾ ਦਾ। ਸਾਰੀ ਦੁਨੀਆ ਜਿਹੜਾ ਹਨ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹੇਗੀ। ਕਹਿੰਦਾ ਮੇਰਾ ਭਗਤ ਆ ਕੇ ਜਲੇ ਹਰੀ ਥਲੇ ਹਰੀ ਕਹੇਗਾ। ਉਹ ਕਹੇਗਾ ਪਰਮਾਤਮਾ ਹੈ ਹਰਨਾਕਸ਼ ਨੂੰ ਉਹ ਰੱਬ ਨਹੀਂ ਮੰਨੇਗਾ, ਦੁਨੀਆ ਸਾਰੀ ਮੰਨੇਗੀ, ਇਹਦਾ ਪੁੱਤਰ ਇਨਕਾਰੀ ਹੋਵੇਗਾ। ਤਬ ਮੈਂ ਪ੍ਰਗਟ ਹੋਏ ਜਗ ਮਾਹੀ। ਤਾਂ ਉਸ ਵੇਲੇ ਪ੍ਰਹਿਲਾਦ ਕਹਿੰਦਾ ਮੈਨੂੰ ਪਰਮਾਤਮਾ ਨੇ ਫਿਰ ਦੁਨੀਆ ਤੇ ਭੇਜਿਆ, ਮੈਂ ਫਿਰ ਦੁਨੀਆ ਤੇ ਮੈਂ ਜਨਮ ਲਿਆ ਹਰਨਾਕਸ਼ ਦੇ ਘਰ ਵਿੱਚ। ਤੂਰਨ ਹਨੋ ਨਾ ਛਾਡੋ ਤਾਹੀ। ਕਹਿਣਗੇ ਤੂਰਨ ਹਣੋ ਨਾ ਛਾਡੋ ਤਾਹੀ। ਕਹਿਣਗੇ ਉਹ ਕਰਕੇ ਜਿਹੜਾ ਹੈ ਤੂਰਨ ਹਣੋ, ਕਹਿਣਗੇ ਤੂਰਨ ਹਰਨ ਵਾਸਤੇ ਪਰਮਾਤਮਾ ਕਹਿੰਦਾ ਹੁਣ ਮੈਂ ਹਰਨਾਕਸ਼ ਨੂੰ ਨਹੀਂ ਛੱਡਾਂਗਾ। ਸੁਣ ਕਰ ਅਮਰ ਗगन ਕੀ ਬਾਣੀ। ਜਦੋਂ ਇਹ ਅਮਰ ਜਿਹੜੀ ਬਾਣੀ ਜਿਹੜੀ ਹੈ ਪਰਮਾਤਮਾ ਦੀ, ਸਾਰੇ ਦੇਵਤਿਆਂ ਨੇ ਸੁਣੀ ਪਰਮਾਤਮਾ ਦੀ। ਸਿਰ ਨਿਵਾਏ ਕਰ ਬੰਧਨ ਠਾਨੀ। ਉਹਨਾਂ ਨੇ ਮੱਥਾ ਟੇਕ ਕੇ ਆਪੋ ਆਪਣੇ ਥਾਵਾਂ ਨੂੰ ਚਲੇ ਗਏ। ਦੋਹਰਾ ਨਿਜ ਨਿਜ ਗਏ ਸਥਾਨ ਤਬ ਧਰ ਨਿਸ਼ਚੈ ਮਨ ਮਾਹੇ। ਉਹ ਆਪਣੇ ਆਪਣੇ ਥਾਵਾਂ ਤੇ ਚਲੇ ਗਏ, ਇਹ ਨਿਸ਼ਚਾ ਫੇਤ ਲੈ ਕੇ ਗਏ ਵੀ ਹਾਂ ਪਰਮਾਤਮਾ ਨੇ ਆਪੇ ਠੀਕ ਕਰ ਦੇਣਾ ਹੈ। ਹੁਣ ਜਾਣਿਓ ਹਨ ਹੈ ਦੈਤ ਅਬ ਕਸ਼ਟ ਨਸ਼ਟ ਹੋਇਆ ਜਾਹੇ। ਉਹਨਾਂ ਨੂੰ ਭਰੋਸਾ ਇਹ ਹੈ ਕਿ ਇਹ ਦੈਂਤ ਦਾ ਹੁਣ ਨਾਸ ਹੋ ਗਿਆ, ਇਹ ਹੁਣ ਖਤਮ ਹੋ ਜਾਏਗਾ। ਕਹਿੰਦੇ ਕਸ਼ਟ ਨਸ਼ਟ ਹੈ ਜਾਏ, ਸਾਡਾ ਕਸ਼ਟ ਸਾਡਾ ਦੁੱਖ ਵੀ ਹੁਣ ਖਤਮ ਹੋ ਜਾਣਾ ਹੈ। ਇਸ ਪ੍ਰਕਾਰ ਕਰਕੇ ਭਗਤ ਪ੍ਰਹਿਲਾਦ ਨੇ ਆਪਣੀ ਸਾਖੀ ਜਿਹੜੀ ਹੈ ਭਾਈ ਬਾਲਾ ਦੇ ਰਿਕੁਐਸਟ ਤੇ ਇਹ ਸਾਰੀ ਸਾਖੀ ਉਹਨਾਂ ਨੂੰ ਦੱਸਣਾ ਕੀਤੀ। ਹੁਣ ਅਗਲੇ ਪ੍ਰਸੰਗ ਵਿੱਚ ਉਹ ਕੰਟੀਨਿਊ ਕਰਨਗੇ ਵੀ ਅੱਗੇ ਕੀ ਹੋਇਆ। ਸੋ ਇਹੀ ਪ੍ਰਸੰਗ ਜਿਹੜਾ ਹੈ ਪ੍ਰਹਿਲਾਦ ਦਾ ਜਿਹੜਾ ਹੈ, ਇਹ ਪ੍ਰਸੰਗ ਵਿੱਚੋਂ ਦੇਖੋ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ, ਜੋ ਵੀ ਪਰਮਾਤਮਾ ਦੀ ਭਗਤੀ ਕਰਦਾ ਹੈ ਨਾ, ਇੱਕ ਸੱਚੀ ਕਮਾਈ ਹੈ। ਉਹ ਕਮਾਈ ਤੋਂ ਜੋ ਵੀ ਕੁਝ ਪ੍ਰਾਪਤ ਹੁੰਦਾ ਹੈ, ਚਾਹੇ ਉਹਨੂੰ ਕੋਈ ਚੰਗੀ ਤਰ੍ਹਾਂ ਵਰਤ ਲਵੇ, ਚਾਹੇ ਕੋਈ ਮਾੜੀ ਤਰ੍ਹਾਂ ਵਰਤ ਲਵੇ, ਜਿਵੇਂ ਹਰਨਾਕਸ਼ ਨੇ ਵਰਤਿਆ ਹੈ, ਉਹ ਵਰ ਜਿਹੜਾ ਦਿੱਤਾ ਜਾਂਦਾ ਨਾ ਉਹ ਮੁੜ ਕੇ ਨਹੀਂ ਲਿਆ ਜਾਂਦਾ। ਦੇਖੋ ਬਰਮਾ ਹੁਣ ਉਹ ਵਰ ਮੁੜ ਕੇ ਨਹੀਂ ਲੈ ਰਿਹਾ ਕਿਉਂਕਿ ਦੇ ਦਿੱਤਾ ਹੈ, ਕਮਾਈ ਕਰ ਲਈ। ਇਸ ਕਰਕੇ ਦੁਨੀਆ ਦੇ ਉੱਤੇ ਜਿਹੜੇ ਸਿਮਰਨ ਕਰਦੇ ਨੇ, ਜਿਹੜੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਇਹ ਕਮਾਈ ਨਹੀਂ ਤੁਹਾਡੀ ਕੋਈ ਲੈ ਸਕਦਾ।
ਬਾਕੀ ਦੀਆਂ ਕਮਾਈਆਂ ਸਾਰੀਆਂ ਲੁੱਟੀਆਂ ਜਾਂਦੀਆਂ ਨੇ, ਇਹ ਕਮਾਈ ਸੱਚੀ ਰਹਿੰਦੀ ਹੈ ਤੇ ਇਹ ਤੋਂ ਜੋ ਬਰਕਤਾਂ ਮਿਲਦੀਆਂ ਨੇ ਉਹਨਾਂ ਨੂੰ ਵੀ ਕੋਈ ਲੁੱਟ ਨਹੀਂ ਸਕਦਾ। ਸੋ ਇਸ ਕਰਕੇ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਵੱਡਾ ਆਪਣਾ ਜਿਹੜਾ ਹੈ ਦ ਟਰੂ ਐਸੈਟ ਹੈ। ਚੰਗੇ ਜਿਹੜਾ ਹਨ ਇਹੀ ਚੀਜ਼ ਆਪਣੇ ਨਾਲ ਰਹਿਣੀ ਹੈ, ਹੋਰ ਕੁਝ ਨਹੀਂ ਰਹਿਣਾ। ਨਿਜ ਨਿਜ ਗਏ ਸਥਾਨ ਤਬ ਤਰ ਨਿਸ਼ਚੈ ਮਨ ਮਾਹੇ, ਜਾਣਿਓ ਹਨ ਹੈ ਦੈਂਤ ਅਬ ਕਸ਼ਟ ਨਸ਼ਟ ਹੋਏ ਜਾਹੇ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਪ੍ਰਹਿਲਾਦ ਪ੍ਰਸੰਗ ਵਰਣਨ ਨਾਮ 66ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।